ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह जी। सारे ਵੀਰਾਂ और ਭੈਣਾਂ ਨੂੰ ਸਵਾਗਤ ਹੈ ਤੁਹਾਡਾ ਔਨ ਕਲਾਸ ਤੇ। ਸਾਰਿਆਂ ਭੈਣਾਂ ਵੀਰਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਭੈਣਾਂ ਮਿਲ ਕੇ ਜਪਜੀ ਸਾਹਿਬ ਜੀ ਦੀ ਕਥਾ ਜਾਂ ਵਿਚਾਰ ਆਪਸ ਦੇ ਅੰਦਰ ਮਿਲ ਕੇ ਕਰ ਰਹੇ ਹਾਂ। ਜਪਜੀ ਸਾਹਿਬ ਦੇ ਵਿੱਚੋਂ ਸਾਨੂੰ ਜੀਵਨ ਵਾਸਤੇ ਕਿਹੜੇ ਸਿਧਾਂਤ ਮਿਲਦੇ ਨੇ, ਵਿਸ਼ਵ ਸ਼ਾਂਤੀ ਵਾਸਤੇ, ਸੰਸਾਰ ਦੇ ਹਰ ਮਨੁੱਖ ਵਾਸਤੇ ਕਿਵੇਂ ਸੰਸਾਰ ਦੇ ਅੰਦਰ ਇੱਕ ਨਵੀਂ ਚੇਂਜਿੰਗ ਲਿਆਂਦੀ ਜਾ ਸਕਦੀ ਹੈ ਔਰ ਇਸ ਸਮਾਜ ਨੂੰ ਸੁਖੀ ਔਰ ਸ਼ਾਂਤ ਬਣਾਇਆ ਜਾ ਸਕਦਾ ਹੈ। ਤਾਂ ਕੱਲ ਤੱਕ ਹੀ 11 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 12ਵੀਂ ਪੌੜੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ। ਸਭ ਤੋਂ ਪਹਿਲੀ ਪੰਕਤੀ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਗਤ ਦਾ ਮਤਲਬ ਉੱਚੀ ਸੋਚ, ਮਹਾਨ ਸ਼ਖਸੀਅਤ। ਮੰਨੇ ਕੀ ਦਾ ਮਤਲਬ ਜੋ ਮੰਨਣ ਵਾਲਾ ਹੈ, ਜਿਸ ਨੇ ਮੰਨ ਲਿਆ ਨਾਮ ਨੂੰ, ਯਾਨੀ ਰਜ਼ਾ ਭਾਣੇ ਨੂੰ, ਜੋ ਅਸੀਂ ਪਹਿਲਾਂ ਵਿਚਾਰ ਕਰ ਆਏ ਹਾਂ, ਹੁਕਮ ਰਜ਼ਾਈ ਚੱਲਣਾ। ਜਾਂ ਜੇ ਇੱਕ ਗੁਰ ਕੀ ਸਿੱਖ ਸੁਣੀ, ਜਿਸ ਨੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ, ਉਹਦੀ ਉੱਚੀ ਜੋ ਸੋਚ ਹੈ, ਮਾਨਸਿਕ ਹਾਲਾਤ ਹੈ, ਆਤਮਿਕ ਜੀਵਨ ਹੈ, ਉਹਦੀ ਮਹਾਨ ਸ਼ਖਸੀਅਤ ਹੈ, ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਕੋਈ ਉਹਦੇ ਬਾਰੇ ਕਹਿ ਨਹੀਂ ਸਕਦਾ ਉਹਦੀ ਸਮੱਗਰ ਹਾਲਾਤ ਨੂੰ। ਇਹਨੂੰ ਥੋੜਾ ਜਿਹਾ ਅਸੀਂ ਸਮਝਣ ਦਾ ਯਤਨ ਕਰਨਾ ਹੈ ਕਿ ਕਹਿ ਕਿਉਂ ਨਹੀਂ ਸਕਦਾ। ਰੀਜ਼ਨ ਇਹ ਹੈ ਕਿ ਜੋ ਕਰਮ ਕਰੇਗਾ, ਜਿਹੜਾ ਉਸ ਦਾ ਸੁਖ ਆਉਣਾ ਹੈ, ਉਹ ਉਸ ਬੰਦੇ ਨੂੰ ਹੀ ਆਏਗਾ, ਦੂਜੇ ਨੂੰ ਨਹੀਂ। ਭਗਤ ਕਬੀਰ ਜੀ ਨੇ ਸਾਨੂੰ ਬੜੇ ਪਿਆਰ ਨਾਲ ਸਮਝਾਇਆ ਹੈ, ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਅਲੌਤੀ ਦਾ ਮਤਲਬ ਮਿਸ਼ਰੀ, ਬਰੇਡਾ ਦਾ ਮਤਲਬ ਸ਼ਰਬਤ। ਜਿਵੇਂ ਮਿਸ਼ਰੀ ਦਾ ਸ਼ਰਬਤ ਬਣਿਆ ਹੋਵੇ ਤੇ ਮਿਸ਼ਰੀ ਦੇ ਸ਼ਰਬਤ ਦਾ ਸਵਾਦ ਜਿਸ ਨੇ ਚਖਿਆ ਹੈ, ਉਹ ਦੱਸ ਸਕਦਾ ਹੈ ਕਿ ਇਹਦਾ ਰਸ ਕੈਸਾ ਹੈ। ਜਿਹੜਾ ਪੀਵੇਗਾ ਉਹ ਉਹਦੇ ਸਵਾਦ ਨੂੰ ਜਾਣੇਗਾ, ਤੇ ਜਿਸ ਨੇ ਮਿਸ਼ਰੀ ਦੇ ਸ਼ਰਬਤ ਨੂੰ ਪੀਤਾ ਨਹੀਂ, ਜ਼ਬਾਨ ਨਾਲ ਲਾਇਆ ਨਹੀਂ, ਉਹਦਾ ਸਵਾਦ ਦੱਸ ਨਹੀਂ ਪਾਏਗਾ। ਜੋ ਦੱਸੇਗਾ ਉਹ ਗਲਤ ਹੋਏਗਾ, ਕਿਉਂਕਿ ਉਸਨੇ ਪੀਤਾ ਹੀ ਨਹੀਂ ਹੈ। ਜਿਸ ਨੇ ਪੀਤਾ ਹੈ ਉਹ ਹੀ ਦੱਸ ਸਕਦਾ। ਜੇ ਕੋਈ ਦਾਲ ਸਬਜ਼ੀ ਬਣੀ ਹੈ ਤਾਂ ਜੇ ਕਿਸੇ ਨੂੰ ਦਈਦਾ ਨਾ, ਦਾਲ ਸਬਜ਼ੀ ਬਣਾ ਕੇ ਪਿਆ, ਜਰਾ ਲੂਣ ਮਿਰਚ ਵੇਖਿਆ ਜੇ, ਤੇ ਹੁਣ ਉਹ ਲੂਣ ਮਿਰਚ ਚੱਖਣ ਵਾਲਾ ਹੀ ਦੱਸਦਾ ਹੈ ਕਿ ਇਹਦੇ ਵਿੱਚ ਨਮਕ ਘੱਟ ਹੈ ਜਾਂ ਵੱਧ ਹੈ। ਤੇ ਜੇ ਕਿਸੇ ਨੂੰ ਸਬਜ਼ੀ ਦਿੱਤੀ ਨਾ ਹੋਵੇ, ਉਸਨੇ ਸਬਜ਼ੀ ਆਪਣੀ ਜ਼ਬਾਨ ਨਾਲ ਲਾਈ ਨਾ ਹੋਵੇ, ਤੇ ਉਹਨੂੰ ਕਹੀਏ ਕਿ ਨਮਕ ਮਿਰਚ ਦੱਸੋ ਘੱਟ ਹੈ ਕਿ ਵੱਧ ਹੈ, ਤੇ ਉਹ ਹੱਸੇਗਾ ਵੀ ਯਾਰ ਮੈਂ ਤਾਂ ਚੱਖੀ ਨਹੀਂ, ਮੈਨੂੰ ਕੀ ਪਤਾ। ਔਰ ਜੇ ਉਹ ਕਹਿ ਦੇਵੇ ਕਿ ਨਮਕ ਘੱਟ ਹੈ, ਤੇ ਅਗਲਾ ਪਾਣ ਵਾਲਾ ਕੜਛੀ ਪਾ ਦੇ ਨਮਕ ਦੀ, ਜ਼ਿਆਦਾ ਹੋ ਸਕਦਾ ਨਾ, ਕਿਉਂਕਿ ਚੱਖੀ ਨਹੀਂ ਹੈ। ਜਿਸਨੇ ਚੱਖਿਆ ਹੈ ਉਹ ਉਸ ਰਸ ਨੂੰ ਜਾਣ ਸਕਦਾ ਹੈ, ਦੂਜਾ ਨਹੀਂ। ਇਸੇ ਤਰ੍ਹਾਂ ਜਿਸਨੇ ਮਨਨ ਕੀਤਾ ਹੈ, ਮੰਨਿਆ ਹੈ ਗੁਰੂ ਦੀ ਸਿੱਖਿਆ ਦੇ ਉੱਤੇ, ਜੋ ਚੱਲਿਆ ਹੈ, ਅਮਲ ਕੀਤਾ ਹੈ, ਜ਼ਿੰਦਗੀ ਜੀਵੀ ਹੈ, ਉਸ ਰਸ ਨੂੰ ਔਰ ਸੁੱਖ ਨੂੰ ਉਹ ਮਾਣ ਸਕਦਾ ਹੈ। ਦੂਜਾ ਜਿਹੜਾ ਬਿਆਨ ਕਰੇਗਾ ਉਹ ਸਹੀ ਨਹੀਂ ਹੋਏਗਾ। ਹੁਣ ਅਸੀਂ ਆਓ ਵੇਖੀਏ ਕਿ ਮੰਨਣਾ ਕੀ ਹੈ, ਕਿਹੜੀ ਹੈ ਉਹ ਅਵਸਥਾ, ਕਿਹੜੀ ਚੀਜ਼ ਮੰਨਣੀ ਹੈ। ਅਸੀਂ ਜਪਜੀ ਸਾਹਿਬ ਜੀ ਦੀ ਦੇਖੋ ਕਿੰਨੀ ਲੰਬੀ ਵਿਚਾਰ ਕਰ ਆਏ ਹਾਂ। ਮੂਲ ਮੰਤਰ ਅਸੀਂ ਪੜ੍ਹਿਆ ਸੀ ਨਾ, ਇੱਕ ਓੰਕਾਰ, ਕਿ ਇੱਕ ਹੀ ਪਸਰਿਆ ਹੋਇਆ ਹੈ, ਇੱਕ ਹੀ ਚਾਰ ਚੁਫੇਰੇ ਹੈ, ਉਹ ਸੱਤ ਹੈ। ਇਹਦੀ ਅਸੀਂ ਕਾਫੀ ਲੰਬੀ ਵਿਚਾਰ ਕੀਤੀ ਸੀ ਕਿ ਉਸ ਬੰਦੇ ਦੇ ਅੰਦਰ ਇਹ ਸ਼ੁਭ ਗੁਣ ਆ ਜਾਣ, ਤੇ ਜਿਹਦੇ ਅੰਦਰ ਇਹ ਗੁਣ ਆ ਜਾਣ ਕਿ ਉਹਦੀ ਉੱਚੀ ਸੋਚ ਨੂੰ ਤੁਸੀਂ ਜਾਂ ਮੈਂ ਕੋਈ ਬਿਆਨ ਕਰ ਪਾਏਗਾ? ਨਹੀਂ ਕਰ ਪਾਏਗਾ। ਜਿਸ ਨੇ ਇਸ ਗੱਲ ਨੂੰ ਮੰਨ ਲਿਆ ਕਿ ਇਹ ਜੋ ਕਰਮ ਕਾਂਡ ਨੇ ਇਹ ਸਾਰੇ ਵਿਅਰਥ ਨੇ, ਜਿਸ ਨੇ ਹੁਕਮ ਰਜ਼ਾਈ ਚੱਲਣਾ ਨੂੰ ਸਮਝ ਲਿਆ ਔਰ ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀਣੀ ਸ਼ੁਰੂ ਕਰ ਦਿੱਤੀ, ਉਹਨੂੰ ਪਤਾ ਹੈ ਕਿ ਰਜ਼ਾ ਮੁਤਾਬਕ ਜ਼ਿੰਦਗੀ ਜੀਣ ਦਾ ਕੀ ਆਨੰਦ ਹੈ। ਜਿਹੜਾ ਹੁਣ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ, ਵਾਧੂ ਦੀਆਂ ਸਮਾਧੀਆਂ ਲਾਈ ਫਿਰਦਾ ਹੈ ਚੁੱਪੇ ਚੁੱਪ ਵਾਲੀਆਂ, ਜਾਂ ਤ੍ਰਿਸ਼ਨਾ ਦੇ ਅਧੀਨ ਰਹਿ ਕੇ ਕਰਮ ਕਰ ਰਿਹਾ ਹੈ, ਜਾਂ ਚਤੁਰਾਈਆਂ ਵਰਤ ਰਿਹਾ ਹੈ, ਉਹਨੂੰ ਇਸ ਰਜ਼ਾ ਬਾਰੇ ਕੀ ਪਤਾ, ਉਹ ਕਹਿ ਹੀ ਨਹੀਂ ਪਾਏਗਾ।
ਹੁਣ ਜਿਸ ਢੰਗ ਦੇ ਨਾਲ ਅਸੀਂ ਹੁਣ ਅੱਗੇ ਪੜਿਆ ਸੀ ਨਾ, ਹੁਕਮੀ ਹੋਵਨ ਆਕਾਰ, ਜਿਸ ਨੇ ਸਮਝ ਲਿਆ ਕਿ ਹੁਕਮ ਦੇ ਅੰਦਰ ਸਾਰਾ ਕੁਝ ਹੋ ਰਿਹਾ ਹੈ, ਤੇ ਜਿਨਨੇ ਇਸ ਗੱਲ ਨੂੰ ਬੁੱਝ ਲਿਆ, ਹਉਮੈ ਕਹੇ ਨਾ ਕੋਏ, ਉਹ ਕਦੀ ਵੀ ਹਉਮੈ ਨਹੀਂ ਕਹੇਗਾ, ਉਹਦੇ ਤੋਂ ਉਹ ਬਾਹਰ ਕੁਝ ਕਹੇਗਾ ਹੀ ਨਹੀਂ, ਕਿਉਂਕਿ ਉਹਨੇ ਮੰਨ ਲਿਆ ਹੈ, ਉਹਨੇ ਜਾਣਿਆ ਹੈ, ਉਹ ਇਹ ਗੱਲ ਜਾਣਦਾ ਹੈ ਕਿ ਰਜਾ ਤੋਂ ਬਾਹਰ, ਕੁਦਰਤ ਦੇ ਨਿਯਮਾਂ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਉਹ ਇਸ ਗੱਲ ਨੂੰ ਜਾਣਦਾ ਹੈ, ਤੇ ਜਿਸ ਨੇ ਜਾਣਿਆ ਹੈ ਉਹ ਹੀ ਉਸ ਨੂੰ ਜਾਣ ਪਾਏਗਾ ਨਾ, ਜਿਸ ਨੇ ਬੋਲਿਆ ਹੈ, ਜਿਸ ਨੇ ਅਮਲ ਕੀਤਾ ਹੈ। ਹੁਣ ਅਸੀਂ ਵੇਖਦੇ ਹਾਂ ਕਿ ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪਰਵਾਹ, ਜਿਸ ਨੇ ਉਸ ਹੁਕਮ ਨੂੰ ਸਮਝਿਆ ਕਿ ਪ੍ਰਭੂ ਵੇ ਪਰਵਾਹ ਹੈ, ਤੇ ਉਹ ਹੁਕਮ ਰਜ਼ਾ ਦੇ ਅੰਦਰ ਚੱਲ ਕੇ ਜੋ ਵੇ ਪਰਵਾਹ ਹੋ ਗਿਆ ਹੈ ਨਾ, ਉਸ ਵੇ ਪਰਵਾਹੀ ਨੂੰ ਉਹ ਬੰਦਾ ਹੀ ਮੰਨ ਸਕਦਾ ਹੈ, ਦੂਜਾ ਨਹੀਂ। ਜੇ ਮੈਂ ਉਸ ਵੇ ਪਰਵਾਹੀ ਬਾਰੇ ਗੱਲ ਕਰਨ ਦਾ ਯਤਨ ਕਰਾਂ ਤਾਂ ਉਹ ਸਾਰਾ ਕੁਝ ਗਲਤ ਹੋਏਗਾ, ਕਿਉਂਕਿ ਮੈਂ ਵੇ ਪਰਵਾਹ ਹੋਇਆ ਨਹੀਂ, ਮੇਰੇ ਅੰਦਰ ਵਿਗਾਸਤਾ ਆਈ ਨਹੀਂ। ਇਸ ਲਈ ਮੰਨੇ ਦੀ ਜਿਹੜੀ ਗਤੀ ਹੈ, ਉੱਚੀ ਆਤਮਕ ਅਵਸਥਾ ਹੈ, ਉਹਨੂੰ ਬਿਆਨ ਕਰਨਾ ਬਹੁਤ ਅਸੰਭਵ ਹੈ। ਹੁਣ ਜਿਸ ਨੇ ਇਹ ਵੇਖ ਲਿਆ, ਸਮਝ ਲਿਆ, ਸੁਣ ਲਿਆ ਕਿ ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਵੋ ਪਾਰ, ਅਸੀਂ ਪਿੱਛੇ ਵਿਚਾਰ ਰਹੇ ਨਾ ਕਿ ਸਾਹਿਬ ਸੱਚਾ ਹੈ, ਉਹਦੀ ਭਾਸ਼ਾ ਪਿਆਰ ਹੈ। ਪ੍ਰੇਮ ਦੀ ਅਸੀਂ ਡੈਫੀਨੇਸ਼ਨ ਵਿਚਾਰੀ ਸੀ ਕਿ ਪ੍ਰੇਮ ਦੀ ਡੈਫੀਨੇਸ਼ਨ ਕੀ ਹੈ, ਪ੍ਰੇਮ ਦੀਆਂ ਗੁਣ ਕੀ ਨੇ, ਪ੍ਰੇਮ ਦੀਆਂ ਨਿਸ਼ਾਨੀਆਂ ਕੀ ਨੇ। ਜਿਸ ਨੇ ਇਸ ਚੀਜ਼ ਨੂੰ ਜਾਣ ਲਿਆ ਉਹ ਸਚਿਆਰ ਹੋ ਗਿਆ, ਤੇ ਸਚਿਆਰ ਹੋਣ ਦੇ ਨਾਲ ਜੀਵਨ ਦੇ ਅੰਦਰ ਜੋ ਆਨੰਦ ਪੈਦਾ ਹੁੰਦਾ ਹੈ, ਇਹ ਉਹ ਬੰਦਾ ਜਾਣ ਸਕਦਾ ਹੈ ਜਿਸ ਨੇ ਸਚਿਆਰਤਾ ਨੂੰ ਮੰਨ ਲਿਆ ਹੈ, ਦੂਜਾ ਨਹੀਂ। ਜੇ ਉਹ ਗੱਲ ਕਰੇਗਾ ਤੇ ਗਲਤ ਹੋਏਗੀ, ਕਿਉਂਕਿ ਉਹਨੇ ਉਸ ਚੀਜ਼ ਨੂੰ ਮਾਣਿਆ ਨਹੀਂ ਹੈ ਨਾ। ਜਿਸ ਨੇ ਗੁਰੂ ਦੀ ਸਿੱਖਿਆ ਨੂੰ ਸੁਣ ਲਿਆ, ਜੇ ਇੱਕ ਗੁਰ ਕੀ ਸਿੱਖ ਸੁਣੀ ਕਿ ਸਭਨਾ ਜੀਆਂ ਕਾ ਇੱਕ ਦਾਤਾ, ਕਿ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਇੱਕੋ ਹੀ ਹੈ। ਹੁਣ ਉਹ ਤੇ ਕਹੇਗਾ ਕਿ ਕੋਈ ਬਾਬਾ ਨਹੀਂ ਦਾਨ ਦੇ ਸਕਦਾ, ਕੋਈ ਬਾਬਾ ਪੁੱਤਰ ਨਹੀਂ ਦੇ ਸਕਦਾ, ਕੋਈ ਜੋਤਸ਼ੀ ਮੇਰੀ ਕਿਸਮਤ ਨੂੰ ਨਹੀਂ ਬਦਲ ਸਕਦਾ, ਕਿਸੇ ਤੋਂ ਮੈਨੂੰ ਵਾਰੋ ਸਰਾਪ ਨਹੀਂ ਮਿਲ ਸਕਦਾ, ਕਿਸੇ ਦੇ ਅੰਦਰ ਇੰਨੀ ਸ਼ਕਤੀ ਨਹੀਂ ਹੈ ਕਿ ਜਿਹੜਾ ਇਸ ਕੁਦਰਤ ਦੇ ਨਿਯਮਾਂ ਨੂੰ ਬਦਲ ਦੇਵੇ। ਉਹ ਤੇ ਕਹੇਗਾ। ਪਰ ਜਿਸ ਨੇ ਹੁਕਮ ਰਜ਼ਾ ਨੂੰ ਸਮਝਿਆ ਨਹੀਂ, ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ, ਉਹ ਤਾਂ ਭਟਕਦਾ ਫਿਰੇਗਾ ਕਿ ਬਾਬਿਆਂ ਕੋਲ ਵੀ, ਡੇਰਿਆਂ ਤੇ ਵੀ, ਮੜੀਆਂ ਤੇ, ਮਸਾਣਾਂ ਤੇ, ਕਬਰਾਂ ਤੇ। ਉਹ ਤੇ ਫਿਰ ਕਹੇਗਾ ਕਿ ਫਲਾਂ ਬੰਦਾ ਤੇ ਕਹਿੰਦਾ ਸੀ ਭੂਤ, ਇੱਕ ਫਲਾਣਾ ਵਿਦਵਾਨ ਤੇ ਇੰਜ ਕਹਿੰਦਾ ਸੀ, ਦੂਜਾ ਤੇ ਇਹ ਕਹਿੰਦਾ ਸੀ। ਰੀਜਨ ਕਿ ਉਹਨੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨਿਆ ਨਹੀਂ ਹੈ, ਇਸ ਲਈ ਉਹ ਬੰਦਾ ਭਟਕਦਾ ਫਿਰਦਾ ਹੈ। ਹੁਣ ਜਿਸ ਬੰਦੇ ਨੇ ਚੀਜ਼ਾਂ ਸੁਣ ਲਈਆਂ ਕਿ ਤੀਰਥ ਨਾਵਾਂ, ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ, ਕਿ ਜੇ ਮੈਂ ਰੱਬ ਦੀ ਰਜ਼ਾ ਵਿੱਚ ਤੁਰਿਆ ਹੀ ਨਹੀਂ ਤੇ ਮੈਂ ਰੱਬ ਨੂੰ ਚੰਗਾ ਹੀ ਨਹੀਂ ਲੱਗਾਂਗਾ ਨਾ, ਮੇਰੀ ਜ਼ਿੰਦਗੀ ਵਿੱਚ ਸੁੱਖ ਪੈਦਾ ਹੀ ਨਹੀਂ ਹੋਏਗਾ। ਉਹ ਤੀਰਥਾਂ ਆਦਿਕ ਨੂੰ ਤਿਆਗ ਦੇਵੇਗਾ। ਉਹਨੂੰ ਪਤਾ ਹੈ ਕਿ ਤੀਰਥਾਂ ਤੇ ਨਾਤਿਆਂ ਕੁਛ ਨਹੀਂ ਮਿਲਣਾ। ਪਰ ਜਿਸ ਨੇ ਰੱਬ ਦੀ ਰਜ਼ਾ ਨੂੰ ਸੁਣਿਆ ਨਹੀਂ, ਮੰਨਿਆ ਨਹੀਂ, ਐਸੀ ਜ਼ਿੰਦਗੀ ਜੀਵੀ ਨਹੀਂ, ਉਹ ਤਾਂ ਫਿਰ ਤੀਰਥਾਂ ਵਗੈਰਾ ਦੀ ਗੱਲ ਕਰੇਗਾ ਹੀ ਨਾ। ਉਸ ਰਜ਼ਾ ਦੇ ਸੁੱਖ ਨੂੰ ਬਿਆਨ ਨਹੀਂ ਕਰ ਪਾਏਗਾ, ਉਸ ਉੱਚੀ ਅਵਸਥਾ ਨੂੰ ਜਾਣ ਨਹੀਂ ਪਾਏਗਾ। ਹੁਣ ਜਿਸਨੇ ਰੱਬੀ ਗੁਣਾਂ ਦਾ ਜੋ ਧਾਰਨੀ ਹੋ ਗਿਆ, ਜਿਹਨੂੰ ਇਹ ਸਮਝ ਆ ਗਈ ਕਿ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਕਿ ਗੁਣਵਾਨਾਂ ਨੂੰ ਗੁਣ ਦੇਣ ਵਾਲਾ ਇੱਕੋ ਹੀ ਪ੍ਰਭੂ ਹੈ, ਤੇ ਉਹ ਸਾਰਿਆਂ ਦੇ ਅੰਦਰ ਹੈ, ਮੇਰੇ ਵੀ ਔਰ ਤੁਹਾਡੇ ਵੀ। ਉਹਨੂੰ ਇਸ ਗੱਲ ਦੀ ਸਮਝ ਆ ਗਈ ਕਿ ਜਿਹੜੇ ਨਿਰਗੁਣ ਨੇ ਉਹਨਾਂ ਨੂੰ ਵੀ ਰੱਬ ਗੁਣਵਾਨ ਬਣਾ ਦਿੰਦਾ ਹੈ। ਤੇ ਉਹ ਜਦੋਂ ਗੁਣਵਾਨ ਹੋ ਕੇ ਜੀ ਰਿਹਾ ਹੈ, ਉਹਨੂੰ ਸਮਝ ਪੈ ਗਈ ਕਿ ਬੇਸ਼ੱਕ 4 ਯੁਗਾਂ ਦੀ ਉਮਰ ਵੀ ਹੋ ਜਾਏ, ਕੋਈ ਨੌਖੰਡ ਪ੍ਰਿਥਵੀ ਦਾ ਰਾਜਾ ਵੀ ਬਣ ਜਾਏ, ਜੇ ਉਹ ਚੰਗਾ ਨਾਮ ਹੀ ਰਖਾ ਲਵੇ, ਜਗਤ ਵਿੱਚ ਉਹ ਨਾਮਣਾ ਵੀ ਖੱਟ ਲਵੇ, ਪਰ ਜੇ ਉਹਦੇ ਵਿੱਚ ਰੱਬੀ ਗੁਣ ਨਹੀਂ ਤਾਂ ਉਹ ਤਾਂ ਇੱਕ ਮਾਮੂਲੀ ਜਿਹਾ ਕੀੜਾ ਹੈ। ਇਹ ਗੱਲ ਨੂੰ ਹੁਣ ਉਹ ਜਾਣ ਸਕੇਗਾ ਜਿਸ ਨੇ ਇਹਨਾਂ ਚੀਜ਼ਾਂ ਨੂੰ ਅਪਣਾਇਆ ਹੈ। ਉਹਦੀ ਇੰਨੀ ਉੱਚੀ ਜਿਹੜੀ ਹੈ ਸੁਰਤ ਹੋ ਜਾਂਦੀ, ਉਹਨੂੰ ਇਹ ਸਮਝ ਲੱਗ ਜਾਂਦੀ ਹੈ, ਸੁਣਿਆ ਈਸ਼ਵਰ ਬਰਮਾ ਇੰਦ, ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ। ਉਹਨੂੰ ਸਮਝ ਆ ਜਾਂਦੀ ਹੈ ਕਿ ਮੇਰੇ ਤਨ ਦੇ ਭੇਦ ਕੀ ਨੇ। ਉਹ ਫਿਰ ਸਦਾ ਵਿਗਾਸਤਾ ਵਾਲੀ ਜ਼ਿੰਦਗੀ ਜੀਂਦਾ ਹੈ, ਸਦਾ ਚੜ੍ਹਦੀ ਕਲਾ ਵਾਲੀ ਜ਼ਿੰਦਗੀ। ਹੁਣ ਜਿਹੜਾ ਬੰਦਾ ਸਦਾ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀ ਰਿਹਾ ਹੈ, ਝੌਂਪੜੀ ਦੇ ਅੰਦਰ ਬਹਿ ਕੇ ਵੀ ਕਿਵੇਂ ਖੁਸ਼ ਔਰ ਪ੍ਰਸੰਨ ਰਹੀਦਾ ਹੈ, ਤੇ ਉਹ ਵੀ ਜਾਣ ਸਕਦਾ ਨਾ।
महल विच रहन वाले नूं झोंपड़ी च भेज दो, एक दिन विच ही परेशान हो जाएगा। जिहड़ा महलां दे विच बैठा परेशान है, वो झोंपड़ी दे विच सुख रहन वाले सुख नूं किवें मान सकदा। पारे दे नाल चिरदियां भी जो खुशी और आनंद महसूस हुंदा है ना, ਉਹਨੂੰ मैं बयान नहीं कर सकता, ना ਉਹਨੂੰ मैं समझ सकना वा, क्योंकि मैं त्यारे नाल चिरिया नहीं। मैनूं ते निक्का जिहा कंडा ਵੱਜ जाए ते मैं चीख उठना। ਇਹਨੂੰ ਤਾਂ ਭਾਈ ਮਤੀ ਦਾਸ ਜੀ ਜਾਣ ਸਕਦੇ ਨੇ। ਉਹਨਾਂ ਦੀ ਸੋਚ ਤੇ ਕਿਸੇ ਨੂੰ ਆਜ਼ਾਦੀ ਦਿਵਾਉਣ ਵਾਸਤੇ ਆਰੇ ਦੇ ਨਾਲ ਚਿਰ ਕੇ ਜਿਹੜੀ ਖੁਸ਼ੀ ਮਿਲਦੀ ਹੈ ਨਾ, ਉਹਨੂੰ ਭਾਈ ਮਤੀ ਦਾਸ ਜੀ ਮਾਣ ਸਕਦੇ ਨੇ। ਜਿਹੜਾ ਐਸਾ ਪਰਉਪਕਾਰੀ ਜੀਵਨ ਜੀਵਿਆ ਨਹੀਂ, ਉਹ ਮਾਣ ਨਹੀਂ ਸਕੇਗਾ। ਹੁਣ ਜਿਸ ਨੇ ਗੱਲ ਸੁਣ ਲਈ, ਗੁਰੂ ਦੀ ਸਿੱਖਿਆ ਮੁਤਾਬਕ ਸੁਣਿਆ, ਸਤ ਸੰਤੋਖ ਗਿਆਨ, ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਸੱਚਾਈ ਆ ਗਈ, ਉੱਚਾ ਆਚਰਨ ਬਣ ਗਿਆ, ਸੰਤੋਖੀ ਹੋ ਗਿਆ, ਗਿਆਨ ਹਾਸਲ ਕਰ ਲਿਆ, ਜਿਹਦਾ ਆਤਮਿਕ ਅਡੋਲਤਾ ਦੇ ਅੰਦਰ ਲਿਵ ਲੱਗ ਗਈ, ਹੁਣ ਇਸ ਅਵਸਥਾ ਦਾ ਆਨੰਦ ਤੇ ਉਹ ਹੀ ਮਾਣੇਗਾ ਨਾ ਜਿਹਦੀ ਲਿਵ ਲੱਗੀ ਹੈ। ਬਾਕੀ ਤਾਂ ਗੱਲਾਂ ਹੋਣਗੀਆਂ, ਔਰ ਜੋ ਕੋਈ ਕਹੇਗਾ ਉਹ ਸਾਰਾ ਕੁਝ ਗਲਤ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜੋ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਮੰਨ ਲੈਂਦਾ ਹੈ, ਅਮਲ ਕਰਦਾ ਹੈ, ਉਹ ਸਚਿਆਰ ਹੋ ਜਾਂਦਾ ਹੈ। ਤੇ ਉਸ ਮਨੁੱਖ ਦੀ ਉੱਚੀ ਸੋਚ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨੂੰ ਮਾਣਿਆ ਜਾ ਸਕਦਾ ਹੈ। ਮੰਨ ਲਓ 2 ਮਿੰਟ ਵਾਸਤੇ ਮੇਰੇ ਤੋਂ ਕੋਈ ਪੁੱਛੇ ਕਿ ਸਵਿਟਜ਼ਰਲੈਂਡ ਬਾਰੇ ਗਿਆਨੀ ਜੀ ਕੁਝ ਦੱਸੋ, ਤੇ ਮੈਂ ਕਹਾਂਗਾ ਵੀ ਮੈਨੂੰ ਤੇ ਪਤਾ ਹੀ ਨਹੀਂ ਸਵਿਟਜ਼ਰਲੈਂਡ ਬਾਰੇ, ਕਿਉਂਕਿ ਮੈਂ ਗਿਆ ਹੀ ਨਹੀਂ। ਤੇ ਜੇ ਮੈਂ ਗਿਆ ਨਹੀਂ ਤੇ ਮੈਂ ਉੱਥੋਂ ਬਾਰੇ ਕੁਝ ਬਿਆਨ ਕਰਾਂਗਾ ਤੇ ਉਹ ਗਲਤ ਬਿਆਨੀ ਵੀ ਹੋ ਸਕਦੀ ਹੈ। ਹੁਣ ਜਦ ਮੈਂ ਗਿਆ ਹੀ ਨਹੀਂ ਤਾਂ ਸਵਿਟਜ਼ਰਲੈਂਡ ਦਾ ਮੈਨੂੰ ਕੀ ਪਤਾ। ਜੇ ਕੋਈ ਤੁਹਾਨੂੰ ਕਵੇ ਕਿ ਵੀਰ ਜੀ ਕਲਕੱਤੇ ਬਾਰੇ ਦੱਸੋ ਕੁਝ, ਤੇ ਤੁਸੀਂ ਕਹਿਣਾ ਭਾਈ ਕਲਕੱਤੇ ਬਾਰੇ ਮੈਨੂੰ ਨਹੀਂ ਪਤਾ, ਦਿੱਲੀ ਦੀ ਗਲੀ ਗਲੀ ਦਾ ਪਤਾ, ਉੱਥੋਂ ਬਾਰੇ ਪੁੱਛ ਲਿਆ। ਉੱਥੇ ਮੈਂ ਗਿਆ ਹਾਂ, ਜੰਮਿਆ ਹਾਂ, ਪਲਿਆ ਹਾਂ, ਰਿਹਾ ਹਾਂ, ਉੱਥੇ ਮੈਂ ਟੈਕਸੀ ਵੀ ਚਲਾਉਂਦਾ ਰਿਹਾ, ਮੈਨੂੰ ਸਾਰਾ ਕੁਝ ਦਿੱਲੀ ਬਾਰੇ ਪਤਾ। ਕਲਕੱਤੇ ਬਾਰੇ ਤੇ ਮੈਨੂੰ ਕੁਝ ਵੀ ਨਹੀਂ ਪਤਾ, ਕਿਉਂਕਿ ਮੈਂ ਗਿਆ ਹੀ ਨਹੀਂ। ਹੁਣ ਜਿਸ ਬੰਦੇ ਨੇ ਇਹਨਾਂ ਗੁਣਾਂ ਦਾ ਜੋ ਧਾਰਨੀ ਹੋਇਆ ਹੀ ਨਹੀਂ, ਗੁਰੂ ਦੀ ਸਿੱਖਿਆ ਨੂੰ ਅਪਣਾਇਆ ਹੀ ਨਹੀਂ, ਉਹ ਕਿਵੇਂ ਬਿਆਨ ਕਰ ਲਵੇਗਾ। ਇਹਦਾ ਮਤਲਬ ਕਿ ਜੇ ਉਸ ਆਨੰਦ ਨੂੰ ਮਾਨਣਾ ਹੈ ਨਾ, ਖੁਸ਼ੀ ਨੂੰ, ਤੇ ਸਾਨੂੰ ਆਪ ਉਹ ਕੰਮ ਕਰਨਾ ਪਵੇਗਾ, ਸਾਨੂੰ ਆਪ ਉੱਥੇ ਜਾਣਾ ਪਵੇਗਾ, ਆਪ ਉਹ ਜਿਹੀ ਜ਼ਿੰਦਗੀ ਜੀਣੀ ਪਵੇਗੀ। ਮੈਂ ਤੁਹਾਨੂੰ ਨਿੱਕੀ ਜਿਹੀ ਕਹਾਣੀ ਸੁਣਾਉਣਾ। ਕਿਸੇ ਬੱਚੇ ਨੂੰ, ਨੌਜਵਾਨ ਨੂੰ ਖਬਰ ਦਿੱਤੀ ਗਈ ਕਿ ਤੇਰੀ ਮਾਂ ਬਹੁਤ ਬਿਮਾਰ ਹੈ ਔਰ ਉਹ ਤੈਨੂੰ ਯਾਦ ਕਰਦੀ ਹੈ ਕਿ ਸ਼ਾਇਦ ਮੇਰੀ ਮੌਤ ਹੀ ਹੋ ਜਾਏ ਤੇ ਮੈਂ ਆਪਣੇ ਬੱਚੇ ਨੂੰ ਮਿਲ ਲਵਾਂ। ਹੋ ਸਕਦਾ ਹੈ ਤੇਰੇ ਮਿਲਣ ਦੇ ਨਾਲ ਤੇਰੀ ਮਾਤਾ ਠੀਕ ਹੋ ਜਾਏ ਤੇ ਤੂੰ ਇੱਕ ਵਾਰੀ ਆਣ ਕੇ ਮਿਲ ਲੈ। ਇਹ ਨੌਜਵਾਨ ਬੱਚਾ ਆਪਣੀ ਮਾਤਾ ਨੂੰ ਮਿਲਣ ਵਾਸਤੇ ਤੁਰਨ ਲੱਗਾ ਹੈ। ਇਹਨੇ ਵੇਖਿਆ ਕਿ ਇਸ ਸਮੁੰਦਰ ਦੇ ਕਿਨਾਰੇ ਤੇ ਸੀ, ਸਵੇਰ ਦਾ ਸਮਾਂ, ਸੂਰਜ ਦੀਆਂ ਕਿਰਨਾਂ ਫੁੱਲਾਂ ਦੇ ਉੱਤੇ, ਪਾਰਕ ਦੇ ਉੱਤੇ ਪੈ ਰਹੀਆਂ ਨੇ। ਗੁਲਾਬ ਦੇ ਫੁੱਲ ਨੇ ਜਿਨ੍ਹਾਂ ਉੱਤੇ ਓਸ ਦੀਆਂ ਬੂੰਦਾਂ ਨੇ, ਓਸ ਦੀਆਂ ਬੂੰਦਾਂ ਤੋਂ ਕਿਰਨਾਂ ਵਾਪਸ ਪਰਤ ਰਹੀਆਂ ਨੇ ਔਰ ਉਹ ਮੋਤੀਆਂ ਦੀ ਤਰ੍ਹਾਂ ਚਮਕ ਕੇ ਇੱਕ ਨਵੀਂ ਜੀ ਆਭਾ, ਨਵੀਂ ਜੀ ਸ਼ੋਭਾ ਖਿਲਾਰ ਰਹੀਆਂ ਨੇ। ਇੱਕ ਪਾਸੇ ਪਹਾੜੀ ਹੈ, ਲੰਬੇ ਛੋਟੇ ਰੁੱਖ ਨੇ, ਦੂਜੇ ਪਾਸੇ ਸਮੁੰਦਰ ਦੀਆਂ ਲਹਿਰਾਂ ਨੇ, ਥੋੜੀ ਬਰਸਾਤ ਹੋ ਹਟੀ ਹੈ, ਇੰਦਰਧਨੁਸ਼ ਬਣਿਆ ਹੋਇਆ ਹੈ। ਇੱਕ ਪਾਸੇ ਕੋਇਲ ਦੀ ਕੂਹੂ ਕੂਹੂ ਦੀ ਆਵਾਜ਼ ਆ ਰਹੀ ਹੈ, ਗੁਲਾਬ ਦੇ ਫੁੱਲ ਖਿੜੇ ਹੋਏ ਨੇ। ਤੇ ਇਸ ਬੱਚੇ ਨੇ ਇੰਨੇ ਸੁੰਦਰ ਸੀਨ ਨੂੰ ਦੇਖਿਆ, ਇਹਦੇ ਮਨ ਵਿੱਚ ਆਇਆ ਕਿ ਕਾਸ਼ ਮੇਰੀ ਮਾਤਾ ਇੱਥੇ ਹੁੰਦੀ, ਉਹ ਵੀ ਇਸ ਸੀਨਰੀ ਨੂੰ ਦੇਖਦੀ। ਇਸ ਮਾਹੌਲ ਦੇ ਅੰਦਰ ਤੇ ਬਿਮਾਰ ਬੰਦਾ ਵੀ ਠੀਕ ਹੋ ਸਕਦਾ ਹੈ, ਕਿਉਂ ਨਾ ਮੈਂ ਇਸ ਸੀਨਰੀ ਨੂੰ ਕੈਦ ਕਰ ਲਵਾਂ ਤੇ ਸੋਹਣਾ ਦ੍ਰਿਸ਼ ਆਪਣੀ ਮਾਤਾ ਦੇ ਕੋਲ ਲੈ ਜਾਵਾਂ। ਉਸਨੇ ਇੱਕ ਬਕਸਾ ਲਿਆ, ਉਸ ਬਕਸੇ ਵਿੱਚ ਸਮੁੰਦਰ ਦੀਆਂ ਕਿਰਨਾਂ ਬੰਦ ਕੀਤੀਆਂ, ਉਹਦੇ ਵਿੱਚ ਥੋੜੇ ਜਿਹੇ ਗੁਲਾਬ ਦੇ ਫੁੱਲ ਤਰੇਲ ਵਾਲੇ ਪਾਏ, ਉਹਦੇ ਵਿੱਚ ਸੂਰਜ ਦੀਆਂ ਕਿਰਨਾਂ ਬੰਦ ਕੀਤੀਆਂ, ਕੋਇਲ ਦੀ ਆਵਾਜ਼ ਉਹਦੇ ਵਿੱਚ ਬੰਦ ਕੀਤੀ ਔਰ ਇੰਦਰਧਨੁਸ਼ ਦੀ ਸੁੰਦਰ ਸੀਨਰੀ ਬੰਦ ਕੀਤੀ। ਇਹ ਇਸ ਬਕਸੇ ਨੂੰ ਬੰਦ ਕਰਕੇ, ਸੀਲ ਕਰਕੇ ਇਹ ਲੈ ਗਿਆ। ਇਹ ਤੀਜੇ ਦਿਨ ਘਰ ਪਹੁੰਚਿਆ, ਆਪਣੀ ਮਾਂ ਦੇ ਪੈਰ ਛੂਏ, ਮਾਂ ਨੇ ਇਹਨੂੰ ਸੀਨੇ ਨੂੰ ਲਾਇਆ ਔਰ ਮਾਂ ਪੁੱਤਰ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਤੇ ਇਹ ਮਾਂ ਨੂੰ ਕਹਿਣ ਲੱਗਾ, ਮਾਂ ਤੇਰੇ ਵਾਸਤੇ ਮੈਂ ਬਹੁਤ ਸੁੰਦਰ ਦ੍ਰਿਸ਼ ਲੈ ਕੇ ਆਇਆ।
मां बड़ी उत्सुक कहती बेटा की, कहने लगा मैं तेरे वास्ते इंद्रधनुष लेके आया, तेरे वास्ते मैं सूरज दियां किरणा लेके आया, तेरे वास्ते मैं कोयल दी कुहू कुहू दी आवाज लेके आया, तेरे वास्ते मैं गुलाब दे फुल चमकदियां हुईयां ओस दियां बूंदां लेके आया। कहंदी विखा। इसने डब्बा खोलिया ते ਉਹਦੇ ਵਿੱਚ ਸਮੁੰਦਰ ਦਾ ਨਮਕ ਵਾਲਾ ਪਾਣੀ ਸੀ, ਫੁੱਲ ਗਲ ਗਏ ਸਨ, ਉਹਦੇ ਵਿੱਚੋਂ ਕੋਇਲ ਦੀ ਆਵਾਜ਼ ਨਹੀਂ ਆਈ, ਨਾ ਇੰਦਰਧਨੁਸ਼ ਦਿਸਿਆ, ਨਾ ਉਹ ਬੂੰਦਾਂ ਰਹੀਆਂ, ਤੇ ਉਹ ਸਾਰੇ ਦੇ ਵਿੱਚੋਂ ਬਦਬੂ ਆ ਰਹੀ ਸੀ। ਹੁਣ ਦੇਖੋ, ਇਹ ਸੀਨ ਡੱਬੇ ਵਿੱਚ ਬੰਦ ਕਰਕੇ ਲਿਆਂਦਾ ਨਹੀਂ ਜਾ ਸਕਦਾ, ਇਹ ਸੀਨ ਦਾ ਆਨੰਦ ਉੱਥੇ ਜਾ ਕੇ ਮਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰੇ ਰੱਬੀ ਰਜ਼ਾ ਵਿੱਚ ਤੁਰਨ ਵਾਲੇ, ਗੁਰੂ ਦੀ ਗੱਲ ਨੂੰ ਮੰਨਣ ਵਾਲੇ, ਜਿਸ ਆਨੰਦ ਨੂੰ ਆਪ ਮਾਣਦੇ ਨੇ ਨਾ, ਉਹਨੂੰ ਮਾਣਿਆ ਜਾ ਸਕਦਾ ਹੈ, ਹਰ ਬੰਦਾ ਮਾਣ ਸਕਦਾ ਹੈ, ਪਰ ਉਹਨੂੰ ਸ਼ਬਦਾਂ ਦੇ ਬਕਸੇ ਵਿੱਚ ਬੰਦ ਕਰਕੇ ਕਿਤੇ ਲਿਜਾਇਆ ਨਹੀਂ ਜਾ ਸਕਦਾ, ਉਹਨੂੰ ਸ਼ਬਦਾਂ ਦੇ ਬਕਸੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ, ਕਿਹਾ ਨਹੀਂ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਦੇਖੋ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਦੀ ਸੋਚ ਨੂੰ ਕਿਵੇਂ ਬਿਆਨ ਕਰ ਲਓਗੇ? ਅੱਜ ਜੋ ਅਸੀਂ ਛੋਟੇ ਮੋਟੇ ਕੰਮ ਹੀ ਨਹੀਂ ਕਰ ਸਕਦੇ, ਸੱਚ ਨਹੀਂ ਬੋਲ ਸਕਦੇ, ਦਇਆ ਨਹੀਂ ਕਰ ਸਕਦੇ, ਮਾੜੇ ਮੋਟੇ ਕੰਮ, ਅਸੀਂ ਪਰਿਵਾਰ ਵਿੱਚ ਵੀ ਪ੍ਰੇਮ ਨਾਲ ਨਹੀਂ ਰਹਿ ਸਕਦੇ, ਤੇ ਉਹਨਾਂ ਭੈਣਾਂ ਦੀ ਸੋਚ ਨੂੰ ਕਿਵੇਂ ਬਿਆਨ ਕਰ ਲਓਗੇ ਜਿਨ੍ਹਾਂ ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਾ ਕੇ ਆਪਣੀਆਂ ਝੋਲੀਆਂ ਚ ਪਵਾ ਲਿਆ? ਤੇ ਅਸੀਂ ਤੇ ਆਪਣੇ ਬੱਚਿਆਂ ਨੂੰ ਪੰਜਾਬੀ ਤੱਕ ਨਹੀਂ ਸਿਖਾ ਸਕੇ, ਗੁਰਮਤ ਨਾਲ ਨਹੀਂ ਜੋੜ ਸਕੇ, ਤਾਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਇਹਨੂੰ ਮਾਣਿਆ ਜਾ ਸਕਦਾ ਹੈ। ਇਸ ਲਈ ਗੁਰਬਾਣੀ ਨੂੰ ਅਸਾਂ ਸਾਰਿਆਂ ਨੇ ਮੰਨਣਾ ਹੈ, ਬੱਚਿਆਂ ਨੇ ਵੀ, ਜਵਾਨਾਂ ਨੇ ਵੀ, ਬਜ਼ੁਰਗਾਂ ਨੇ ਵੀ। ਹੁਣ ਗੁਰੂ ਜੀ ਅਗਲਾ ਬਚਨ ਕਰਦੇ ਨੇ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਉਹਨੂੰ ਕਹਿਣ ਦਾ ਯਤਨ ਕਰੇਗਾ, ਕਿਸੇ ਮੰਨਣ ਵਾਲੇ ਦੀ ਉੱਚੀ ਸੋਚ ਨੂੰ ਬਿਆਨ ਕਰਨ ਦਾ ਯਤਨ ਕਰੇ ਕਿ ਜੀ ਮੈਂ ਬਿਆਨ ਕਰ ਸਕਣਾ, ਬਿਲਕੁਲ ਕਹਿ ਸਕਣਾ, ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਪਿੱਛੋਂ ਪਛਤਾਉਣਾ ਪਵੇਗਾ, ਕਿਉਂਕਿ ਬਿਆਨ ਕਰ ਨਹੀਂ ਪਾਏਗਾ ਨਾ। ਕਿਵੇਂ ਪਛਤਾਉਣਾ ਪਵੇਗਾ? ਭਾਈ ਲਾਲੋ ਜੀ ਨੇ, ਹੁਕਮ ਰਜ਼ਾ ਵਿੱਚ ਚੱਲਣ ਵਾਲਾ ਇਨਸਾਨ ਹੈ ਇਹ, ਸੋਚ ਬੜੀ ਮਹਾਨ ਹੈ, ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਰਦਾ ਹੈ, ਦਸਾਂ ਨਵਾਂ ਦੀ ਕਿਰਤ ਦੇ ਨਾਲ ਜੋ ਕੁਝ ਆਉਂਦਾ ਹੈ ਉਹਦੇ ਨਾਲ ਇਹ ਸੰਤੁਸ਼ਟ ਹੈ, ਖੁਸ਼ ਪ੍ਰਸੰਨ ਹੈ, ਕਿਸੇ ਦਾ ਹੱਕ ਨਹੀਂ, ਆਏ ਗਏ ਦੀ ਸੇਵਾ ਕਰਦਾ ਹੈ। ਦੂਜੇ ਪਾਸੇ ਮਲਕ ਭਾਗੋ, ਜਿਸ ਦੇ ਕੋਲ ਧਨ ਦੇ ਅੰਬਾਰ ਨੇ, ਪਰ ਉਹਦਾ ਧਨ ਸਾਰਾ ਠੱਗੀ ਦਾ, ਚੋਰੀ ਦਾ, ਕਿਸੇ ਦਾ ਖੂਨ ਚੂਸਿਆ ਹੋਇਆ। ਉਹ ਹੁਣ ਭਾਈ ਲਾਲੋ ਬਾਰੇ ਕਹਿ ਰਿਹਾ ਹੈ, ਬਿਆਨ ਕਰ ਰਿਹਾ ਹੈ ਨਾ ਕਿ ਕੀ ਇਹ ਭਾਈ ਲਾਲੋ ਦੇ ਘਰ, ਉਹਦੇ ਘਰ ਤੇ ਟੁੱਟੇ ਮੰਜੇ ਹੋਣੇ ਨੇ, ਉਹਦੇ ਘਰ ਤੇ ਸੌਣ ਵਾਲੇ ਚੰਗੇ ਬਿਸਤਰੇ ਨਹੀਂ ਹੋਣੇ, ਖਾਣ ਵਾਸਤੇ ਉੱਥੇ ਕੋਧਰੇ ਦੀ ਰੋਟੀ ਹੈ, ਸਾਦੀ ਰੋਟੀ ਹੈ, ਤੇ ਬਾਬਾ ਵੇਖ ਮੇਰੇ ਘਰ ਮਾਲ ਪੂੜੇ, ਇੱਥੇ ਦੇਖ ਪਨੀਰ ਬਣਿਆ ਹੋਇਆ, ਇੱਥੇ ਖੀਰ ਦੇ ਅੰਦਰ ਬਦਾਮ, ਕਾਜੂ, ਕਿਸਮਿਸ, ਮੇਵੇ, ਅਖਰੋਟ ਵਗੈਰਾ ਪਏ ਨੇ, ਇੱਥੇ ਦੇਖ ਬਦਾਮਾਂ ਦੀ ਸਬਜ਼ੀ ਬਣੀ ਹੋਈ ਹੈ, ਇੱਥੇ ਦੇਖ ਕਿੰਨੇ ਸੁੰਦਰ ਸੁੰਦਰ ਬੈੱਡ ਲੱਗੇ ਹੋਏ ਨੇ। ਤੇ ਭਾਈ ਲਾਲੋ ਕੋਲ ਕੀ? ਉਹਨੇ ਬਿਆਨ ਕੀਤਾ ਨਾ। ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਪਰਦਾ ਫਾਸ਼ ਕੀਤਾ, ਕਹਿਣ ਲੱਗੇ ਸਜਣਾ, ਲਾਲੋ ਰੱਬ ਦਾ ਰੂਪ, ਰੱਬੀ ਰਜ਼ਾ ਵਿੱਚ ਤੁਰਨ ਵਾਲਾ, ਉਹਦੀ ਸੋਚ ਵੇਖ ਕਿ ਦਸਾਂ ਨਵਾਂ ਦੀ ਕਿਰਤ ਕਰਦਾ ਹੈ, ਕੋਈ ਉਹਦੀ ਜ਼ਿੰਦਗੀ ਵਿੱਚ ਹੇਰਾ ਫੇਰੀ ਨਹੀਂ, ਔਰ ਆਪਣੀ ਕਿਰਤ ਦੇ ਵਿੱਚੋਂ ਸੰਤੁਸ਼ਟ ਹੈ, ਤੇ ਨਾਲ ਲੋਕਾਂ ਦਾ ਹੈਲਪ ਕਰਦਾ ਹੈ, ਸਹਾਇਤਾ ਕਰਦਾ ਹੈ। ਤੇ ਤੂੰ, ਤੇਰੇ ਆ ਮਾਲ ਪੂੜੇ ਦੇਸੀ ਘਿਓ ਵਿੱਚ ਤਲੇ ਹੋਏ ਨਹੀਂ, ਇਹ ਗਰੀਬ ਜਨਤਾ ਦੇ ਖੂਨ ਵਿੱਚ ਤਲੇ ਹੋਏ ਨੇ। ਤੂੰ ਲੋਕਾਂ ਦਾ ਹੱਕ ਮਾਰਿਆ ਹੈ, ਰਿਸ਼ਵਤਖੋਰ ਹੈ ਤੂੰ, ਜ਼ੁਲਮ ਕਰਨ ਵਾਲਾ ਹੈ ਤੂੰ, ਕਿਸਾਨਾਂ ਦੀ ਸਾਰੀ ਸਾਰੀ ਫਸਲ ਖਾ ਜਾਣ ਵਾਲਾ ਹੈ ਤੂੰ, ਹੁਣ ਪਛਤਾਉਣਾ ਪਿਆ ਨਾ। ਤਾਂ ਜੋ ਨਾਮ, ਜੋ ਰਜ਼ਾ ਭਾਣੇ ਨੂੰ ਮੰਨਣ ਵਾਲਾ ਹੈ, ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਹੈ, ਉਹਦੀ ਸੋਚ ਬੜੀ ਉੱਚੀ ਹੁੰਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਮਾਣਿਆ ਜਾ ਸਕਦਾ ਹੈ। ਤੇ ਜੇ ਕੋਈ ਉਹਦੀ ਸੋਚ ਬਾਰੇ ਕਹਿਣ ਦਾ ਯਤਨ ਕਰੇ ਤਾਂ ਉਸਨੂੰ ਪਛਤਾਵਾ ਹੋਏਗਾ, ਕਿਉਂਕਿ ਏਡੀ ਉੱਚੀ ਸੋਚ ਨੂੰ ਲਫ਼ਜ਼ਾਂ ਰਾਹੀਂ ਬਿਆਨ ਕਰਨਾ ਇੰਪੋਸੀਬਲ ਹੈ।
नहीं बयान किया जा सकता। ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਬਿਆਨ ਨਹੀਂ ਕਰਨਾ, ਅਸੀਂ ਸਿਫਤ ਕਰ ਸਕਦੇ ਹਾਂ ਪਰ ਉਹਦਾ ਅੰਤ ਨਹੀਂ ਪਾ ਸਕਦੇ। ਜੋ ਗੁਰਮਤ ਦੇ ਰਾਹਾਂ ਤੇ ਤੁਰਨ ਵਾਲੇ ਨੇ, ਅਸੀਂ ਉਹਨਾਂ ਦੀ ਸਿਫਤ ਕਰ ਸਕਦੇ ਹਾਂ ਕਿ ਉਹ ਫਲਾ ਇਨਸਾਨ ਚੰਗਾ ਹੈ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਣ ਵਾਲਾ ਹੈ, ਭਲਾ ਹੈ, ਹੈਲਪ ਕਰਨ ਵਾਲਾ ਹੈ, ਦਇਆ ਹੈ ਉਹਦੇ ਵਿੱਚ, ਨਿਰਵੈਰਤਾ ਹੈ ਉਹਦੇ ਵਿੱਚ, ਨਿਰਭੈਤਾ ਹੈ ਉਹਦੇ ਵਿੱਚ, ਔਰ ਉਹਦੀ ਸ਼ਖਸੀਅਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਇੱਥੇ ਜਿਹੜੀ ਖਾਸ ਗੱਲ ਹੈ ਉਹ ਇਹ ਹੈ ਕਿ ਇਹ ਹਾਲਾਤ, ਐਸੀ ਜਿਹੜੀ ਹਾਲਾਤ ਹੈ ਨਾ, ਇਹ ਜਿਹੜੀ ਸੋਚ ਹੈ, ਇਹ ਦੁਨੀਆ ਦਾ ਹਰ ਬੰਦਾ ਬਣਾ ਸਕਦਾ ਹੈ। ਮੰਨੇ ਕੀ ਗੱਲ, ਕੋਈ ਵੀ ਜਿਹੜਾ ਮੰਨੇਗਾ ਨਾ ਉਹਦੀ ਇਹ ਅਵਸਥਾ ਹੋ ਜਾਏਗੀ, ਉਹਦੀ ਸੋਚ ਐਸੀ ਹੋ ਜਾਏਗੀ। ਤਾਂ ਇੱਥੋਂ ਸਾਨੂੰ ਜੋ ਸਿੱਖਿਆ ਮਿਲ ਰਹੀ ਹੈ ਉਹ ਇਹ ਹੈ ਕਿ ਅਸੀਂ ਇਹੋ ਜਿਹੀ ਸੋਚ ਬਣਾਉਣੀ ਹੈ। ਜਿਹੜਾ ਮੰਨੇਗਾ ਗੁਰੂ ਦੀ ਗੱਲ ਨੂੰ, ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰੇਗਾ, ਉਹ ਇੰਨਾ ਮਹਾਨ ਹੋ ਜਾਏਗਾ। ਜੇ ਕੋ ਦਾ ਮਤਲਬ ਕੋਈ ਵੀ, ਜਿਹੜਾ ਵੀ ਮੰਨੇਗਾ, ਮੰਨੇ ਕੀ ਦਾ ਮਤਲਬ ਮੰਨਣ ਵਾਲੇ ਦੀ, ਉਹ ਕੋਈ ਵੀ ਹੋ ਸਕਦਾ ਹੈ। ਮੈਂ ਮੰਨ ਲਵਾਂ, ਤੁਸੀਂ ਮੰਨ ਲਓ, ਕੋਈ ਹੋਰ ਮੰਨ ਲਵੇ, ਜਿਹੜਾ ਵੀ ਗੁਰੂ ਦੀ ਸਿੱਖਿਆ ਨੂੰ ਮੰਨੇਗਾ ਉਹ ਇੰਨਾ ਮਹਾਨ ਹੋ ਜਾਏਗਾ। ਇਹ ਮਨੋਵਿਗਿਆਨਿਕ ਤੱਥ ਹੈ, ਇਹ ਬ੍ਰਹਮੰਡੀ ਸੱਚ ਹੈ। ਅਗਲਾ ਬਚਨ ਕਰਦੇ ਨੇ, ਕਾਗਦ ਕਲਮ ਨਾ ਲਿਖਣ ਹਾਰ। ਕਾਗਦ ਦਾ ਮਤਲਬ ਕਾਗਜ਼, ਕੋਈ ਐਸਾ ਕਾਗਜ਼ ਨਹੀਂ, ਕੋਈ ਐਸੀ ਕਲਮ ਨਹੀਂ, ਨਾ ਕੋਈ ਐਸਾ ਲਿਖਣ ਵਾਲਾ ਹੈ ਕਿ ਕਾਗਜ਼ ਦੇ ਉੱਤੇ ਲਿਖ ਕੇ ਬਿਆਨ ਕਰ ਦੇਵੇ, ਉਹਦਾ ਯਸ਼ ਲਿਖ ਦੇਵੇ। ਹੁਣ ਲਿਖ ਕੇ ਕਿਵੇਂ ਬਿਆਨ ਕਰੋਗੇ? ਉਹਨੂੰ ਲਿਖ ਕੇ ਬਿਆਨ ਕੀਤਾ ਨਹੀਂ ਜਾਏਗਾ ਕਿਉਂਕਿ ਮਾਣਿਆ ਨਹੀਂ ਨਾ। ਹੁਣ ਜੇ ਅਸੀਂ ਕਿਸੇ ਨੂੰ ਸਬਜ਼ੀ ਦਵੀਏ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ, ਸਬਜ਼ੀ ਤੇ ਨਾ ਦੇਵੀਏ ਤੇ ਉਹਨੂੰ ਕਹੀਏ ਕਿ ਇਸ ਪਤੀਲੇ ਦੇ ਵਿੱਚ ਸਬਜ਼ੀ ਪਈ ਹੈ, ਇਹਦੇ ਵਿੱਚ ਲੂਣ ਮਿਰਚ ਕਿਵੇਂ, ਜਰਾ ਕਾਗਜ਼ ਤੇ ਲਿਖ ਦੇ, ਕਿਵੇਂ ਲਿਖੇਗਾ ਉਹ? ਕਿਉਂਕਿ ਉਹਨੇ ਚੱਖੀ ਨਹੀਂ ਨਾ। ਹਾਂ, ਜਿਹਨੇ ਚੱਖੀ ਹੈ ਉਹ ਲਿਖ ਸਕਦਾ ਹੈ, ਉਹ ਦੱਸ ਦੇਵੇਗਾ ਵੀ ਨਮਕ ਘੱਟ ਹੈ ਜਾਂ ਵੱਧ ਹੈ ਜਾਂ ਕੈਸਾ ਸਵਾਦ ਹੈ, ਉਹ ਉਹਦੇ ਬਾਰੇ ਕੁਝ ਲਿਖ ਦੇਵੇਗਾ। ਹੁਣ ਜਿਸਨੇ ਚੱਖੀ ਹੀ ਨਹੀਂ, ਗੁਰੂਦੇਵ ਨੇ ਬੜਾ ਪਿਆਰਾ ਬਚਨ ਕੀਤਾ, ਕਹਿਣ ਲੱਗੇ, ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਅਸੀਂ ਕੜਾਹ ਪ੍ਰਸ਼ਾਦ ਬਣਾਉਂਦੇ ਹਾਂ, ਖੀਰ ਬਣਾਉਂਦੇ ਹਾਂ, ਮਟਰ ਪਨੀਰ ਬਣਾਉਂਦੇ ਹਾਂ, ਸ਼ਾਹੀ ਪਨੀਰ ਬਣਾਉਂਦੇ ਹਾਂ, ਸਾਗ ਬਣਾਉਂਦੇ ਹਾਂ, ਕਿੰਨਾ ਕੁਛ ਅਸੀਂ ਬਣਾਉਂਦੇ ਹਾਂ ਨਾ। ਕੜਛੀ ਹਿਲਦੀ ਉਹਦੇ ਵਿੱਚ, ਸਬਜ਼ੀਆਂ ਵਿੱਚ, ਕੜਾਹ ਪ੍ਰਸ਼ਾਦ, ਖੀਰ ਦੇ ਅੰਦਰ ਕੜਛੀਆਂ ਫਿਰਦੀਆਂ ਨੇ। ਤੇ ਜੇ ਕੜਛੀ ਤੋਂ ਪੁੱਛੀਏ ਵੀ ਕੜਾਹ ਦਾ ਸਵਾਦ ਕਿਵੇਂ ਦਾ ਹੈ, ਖੀਰ ਦਾ ਸਵਾਦ ਕਿਵੇਂ ਦਾ ਹੈ, ਪਰ ਉਹ ਦੱਸਦੀ ਨਹੀਂ ਕਿਉਂਕਿ ਫਿਰ ਰਹੀ, ਉਹਨੇ ਚੱਖਿਆ ਨਹੀਂ ਨਾ। ਫਿਰ ਰਹੀ ਹੈ ਪਰ ਕੜਛੀ ਸੁਣਨੀ ਹੈ ਸਵਾਦ ਤੋਂ। ਇਸੇ ਤਰ੍ਹਾਂ ਉਹ ਮੁਖ ਜਿਨ੍ਹਾਂ ਨੇ ਕਦੀ ਸੱਚ ਨੂੰ ਬਿਆਨ ਨਹੀਂ ਕੀਤਾ, ਅਪਣਾਇਆ ਨਹੀਂ, ਪਰ ਜ਼ਬਾਨ ਨਾਲ ਗੱਲਾਂ ਕਰੀ ਜਾ ਰਹੇ ਨੇ, ਉਹ ਨਾਮ ਰਸ ਨੂੰ, ਸੱਚ ਦੇ ਰਸ ਨੂੰ, ਗੁਰੂ ਦੀ ਸਿੱਖਿਆ ਦੇ ਰਸ ਨੂੰ ਮਾਣ ਨਹੀਂ ਸਕਦੇ ਕਿਉਂਕਿ ਗੱਲਾਂ ਹੀ ਕਰ ਰਹੇ ਨੇ। ਮੂੰਹ ਕੜਛੀ ਦਾ ਵਿੱਚ ਸਬਜ਼ੀ ਦੇ, ਪਰ ਕੜਛੀ ਦੇ ਅੰਦਰ ਤੇ ਨਹੀਂ ਨਾ ਕੁਛ ਵੀ ਜਾ ਰਿਹਾ, ਖਾਤ ਨਹੀਂ ਨਾ ਰਹੀ। ਜ਼ਬਾਨ ਦੇ ਨਾਲ ਗੱਲਾਂ ਬਹੁਤ ਕਰ ਰਹੇ ਨੇ। ਧਰਮ ਦੀਆਂ ਕਿੰਨੀਆਂ ਗੱਲਾਂ ਹੁੰਦੀਆਂ ਨੇ। ਦੇਖੋ, ਸਵੇਰੇ ਤੁਸੀਂ ਟੀਵੀ ਔਨ ਕਰੋ, ਕੋਈ ਨਾ ਕੋਈ ਬਾਬਾ ਭਾਈ ਪ੍ਰਚਾਰਕ ਕਥਾ ਕਰ ਰਿਹਾ ਹੈ, ਆਨਲਾਈਨ ਕਲਾਸਾਂ ਨੇ, WhatsApp ਦੇ ਉੱਤੇ ਨਿਰੇ ਮੈਸੇਜ ਆ ਰਹੇ ਨੇ, ਗੁਰਬਾਣੀ ਦੇ ਵੀ ਚੰਗੇ ਮੈਸੇਜ ਆ ਰਹੇ ਨੇ, ਫੇਸਬੁੱਕ ਤੇ ਬੜੀਆਂ ਪੋਸਟਾਂ ਪਾਈਆਂ ਨੇ, ਦੀਵਾਰਾਂ ਦੇ ਉੱਤੇ ਲਿਖੀਆਂ ਨੇ, ਬੱਸਾਂ ਟਰੱਕਾਂ ਦੇ ਉੱਤੇ ਬੜੇ ਚੰਗੇ ਕੋਟ ਲਿਖੇ ਨੇ, ਚੰਗੀਆਂ ਗੱਲਾਂ ਦੇ ਨਾਲ ਦੀਵਾਰਾਂ ਭਰੀਆਂ ਪਈਆਂ ਨੇ। ਹਰ ਬੰਦਾ ਗੱਲ ਕਰ ਰਿਹਾ ਹੈ, ਇਮਾਨਦਾਰੀ ਚਾਹੀਦੀ ਹੈ, ਸੱਚ ਚਾਹੀਦਾ ਹੈ, ਹੈਲਪ ਕਰਨੀ ਚਾਹੀਦੀ, ਸਾਰੇ ਕਰ ਰਹੇ ਨੇ ਨਾ। ਤੇ ਜ਼ਿੰਦਗੀ ਕੈਸੀ ਇਹ ਹਾਲ ਚੱਲ ਰਹੀ ਹੈ, ਹਿਰਦੇ ਵਿੱਚ ਕੁਛ ਨਹੀਂ, ਸੋਚ ਵਿੱਚ ਨਹੀਂ, ਅਮਲ ਦੇ ਵਿੱਚ ਕੁਛ ਨਹੀਂ, ਤਾਂ ਫਿਰ ਬੇਸਵਾਦੀ ਜ਼ਿੰਦਗੀ ਰਹੇਗੀ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਕਿਸੇ ਕਾਗਜ਼ ਤੇ ਲਿਖ ਕੇ ਵੀ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ। ਮੰਨੇ ਕਾ ਦਾ ਮਤਲਬ ਜੋ ਗੁਰੂ ਦੀ ਸਿੱਖਿਆ ਨੂੰ ਮੰਨਣ ਵਾਲਾ ਹੈ, ਸਿਆਣੇ ਲੋਕ ਬਹਿ ਕੇ ਉਹਦਾ ਵਿਚਾਰ ਕਰਦੇ ਨੇ, ਉਹਦੇ ਬਾਰੇ ਵਿਚਾਰਾਂ ਕਰਦੇ ਨੇ, ਲੇਕਿਨ ਵਿਚਾਰਾਂ ਕਰਨ ਦੇ ਨਾਲ ਉਸ ਦੀ ਉੱਚੀ ਸੋਚ ਦਾ ਅੰਤ ਨਹੀਂ ਪਾਇਆ ਜਾਂਦਾ। ਜੇ ਅਸੀਂ ਕਿਸੇ ਚੰਗੀ ਸੋਚ ਵਾਲੇ ਦੇ ਵਿਚਾਰਾਂ ਵੀ ਕਰੀਏ,
ਅਸੀਂ ਕਹਿ ਸਕਦੇ ਹਾਂ ਵੀ ਉਹ ਬਹੁਤ ਮਹਾਨ ਹੈ, ਉਸਨੇ ਬੜਾ ਪਰਉਪਕਾਰ ਕੀਤਾ, ਉਹਨੇ ਆਪਣਾ ਪਰਿਵਾਰ ਵਾਰਤਾ, ਉਹਨੇ ਸਾਡੇ ਵਾਸਤੇ ਬੰਦ ਕਟਾ ਲਿਆ। ਇਹ ਅਸੀਂ ਕਹੀ, ਸਾਡਾ ਕਹਿਣਾ ਫਰਜ਼ ਬਣਦਾ ਹੈ, ਕਿਉਂਕਿ ਮੰਨਣ ਵਾਲੇ ਦਾ ਵਿਚਾਰ ਲੋਕ ਕਰਦੇ ਨੇ, ਕਰਨਾ ਚਾਹੀਦਾ। ਪਰ ਜੇ ਅਸੀਂ ਆਪ ਉਹਨਾਂ ਚੀਜ਼ਾਂ ਨੂੰ ਨਾ ਅਪਣਾਈਏ ਤੇ ਸਾਡੀ ਜ਼ਿੰਦਗੀ ਮਹਾਨ ਨਹੀਂ ਹੋਏਗੀ। ਹੁਣ ਅਸੀਂ ਵਿਚਾਰ ਕਿਉਂ ਕਰਨੀ ਹੈ, ਵੱਡਿਆਂ ਵਡੇਰਿਆਂ ਦੀ ਕਿਉਂ ਵਿਚਾਰ ਕਰਨੀ ਹੈ, ਇਤਿਹਾਸ ਕਿਉਂ ਪੜ੍ਹਨਾ ਹੈ, ਬਾਣੀ ਕਿਉਂ ਪੜ੍ਹਨੀ ਹੈ? ਕਿਉਂਕਿ ਜੈਸਿਆਂ ਦੀ ਅਸੀਂ ਵਿਚਾਰ ਕਰਾਂਗੇ ਨਾ, ਸਾਨੂੰ ਪ੍ਰੇਰਨਾ ਮਿਲੇਗੀ। ਬਾਣੀਆਂ, ਕਹਾਣੀਆਂ, ਪੁੱਤ ਸਪੁੱਤ ਕਰੇਨ, ਜੋ ਵੱਡਿਆਂ ਵਡੇਰਿਆਂ ਦੀਆਂ ਕਥਾ ਕਹਾਣੀਆਂ ਸਿੱਖਿਆਵਾਂ ਨੇ ਨਾ, ਉਹ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ। ਪੁੱਤਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਸਪੁੱਤਰ, ਇੱਕ ਪੁੱਤਰ। ਸਪੁੱਤਰ ਉਹਨੂੰ ਕਹਿੰਦੇ ਨੇ ਜੋ ਪਿਤਾ ਦੀ ਪ੍ਰੋਪਰਟੀ ਸੀ, ਉਹਨੂੰ ਉਸੇ ਤਰ੍ਹਾਂ ਬਣਾ ਕੇ ਰੱਖਿਆ। ਪਿਤਾ ਦੁਨੀਆ ਛੱਡ ਗਿਆ, ਕੋਈ ਪ੍ਰੋਪਰਟੀ ਦੇ ਗਿਆ 10 ਕਿੱਲੇ, ਤਾਂ ਉਸ ਬੱਚੇ ਨੇ 10 ਕਿੱਲੇ ਨੂੰ ਹੀ ਸੰਭਾਲ ਕੇ ਰੱਖਿਆ ਜੋ ਪਿਤਾ ਦੇ ਗਿਆ ਸੀ, ਸਗੋਂ ਉਸ ਪ੍ਰੋਪਰਟੀ ਨੂੰ ਹੋਰ ਵਧਾਇਆ, ਆਪਣੀ ਜ਼ਮੀਨ 15-20 ਕਿੱਲੇ ਬਣਾ ਲਈ। ਜਿਨ੍ਹਾਂ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਮਿਲਵਰਤਨ ਸੀ, ਉਹਨੇ ਪਿਤਾ ਦਾ ਉਹ ਮਿਲਵਰਤਨ ਉਸੇ ਤਰ੍ਹਾਂ ਬਣਾ ਕੇ ਰੱਖਿਆ, ਪਿਤਾ ਦੇ ਯਾਰਾਂ ਦੋਸਤਾਂ ਨਾਲ ਵੀ ਵਰਤਦਾ ਰਿਹਾ, ਤੇ ਸਗੋਂ ਉਸ ਮਿਲਵਰਤਨ ਨੂੰ ਹੋਰ ਚੰਗਾ ਬਣਾਇਆ, ਹੋਰ ਉਹਦੇ ਵਿੱਚ ਵਾਧਾ ਕੀਤਾ। ਇਹਨੂੰ ਕਹਿੰਦੇ ਨੇ ਸਪੁੱਤਰ। ਤੇ ਕਪੁੱਤਰ ਕਿਹਨੂੰ ਕਹਿੰਦੇ ਨੇ? ਪਿਤਾ 10 ਕਿੱਲੇ ਜ਼ਮੀਨ ਛੱਡ ਗਿਆ ਤੇ ਪਿਓ ਨੇ, ਪੁੱਤਰ ਨੇ ਅੱਗੋਂ ਹਾਲੇ ਪਿਤਾ ਦਾ ਭੋਗ ਵੀ ਨਹੀਂ ਪਿਆ ਤੇ ਕਿੱਲਾ ਜ਼ਮੀਨ ਵੇਚ ਦਿੱਤੀ। ਚਾਚੇ ਦੇ ਨਾਲ ਲੜ ਪਿਆ, ਪਿਤਾ ਦਾ ਦੋਸਤ ਘਰ ਆਇਆ ਤੇ ਉਹਨੂੰ ਕਹਿਤਾ ਵੀ ਹੁਣ ਉਹ ਪਿਓ ਮਰ ਗਿਆ, ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ, ਸੰਬੰਧ ਵੀ ਤੋੜ ਦਿੱਤੇ, ਜ਼ਮੀਨ ਵੀ ਖਰਾਬ ਕਰ ਲਈ ਔਰ ਨਸ਼ਿਆਂ ਦੇ ਵਿੱਚ ਖਚਤ ਹੋ ਗਿਆ। ਉਹਨੂੰ ਕਹਿੰਦੇ ਨੇ ਕਪੁੱਤਰ। ਤਾਂ ਅਸੀਂ ਸਪੁੱਤਰ ਬਣਨਾ, ਕਪੁੱਤਰ ਨਹੀਂ। ਸਾਡੇ ਪਿਤਾ ਨੇ, ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਜੀ ਨੇ ਸਾਨੂੰ ਕਿਹੜੇ ਸਿਧਾਂਤ ਦਿੱਤੇ ਨੇ? ਬਾਣੀ ਚੋਂ ਸਾਨੂੰ ਕਿਹੜੀਆਂ ਚੀਜ਼ਾਂ ਮਿਲਦੀਆਂ ਨੇ? ਇਤਿਹਾਸ ਚੋਂ ਸਾਨੂੰ ਕਿਹੜੀ ਸਿੱਖਿਆ ਮਿਲਦੀ ਹੈ? ਅਸੀਂ ਇਹਨਾਂ ਚੀਜ਼ਾਂ ਨੂੰ ਇਸ ਕਰਕੇ ਪੜ੍ਹਨਾ ਔਰ ਸੁਣਨਾ ਹੈ ਕਿ ਅਸੀਂ ਸਪੁੱਤਰ ਬਣੀਏ, ਅਸੀਂ ਗੁਰੂ ਪਾਤਸ਼ਾਹ ਜੀ ਦੀ ਦਿੱਤੀ ਦੇਣ ਨੂੰ ਸੰਭਾਲੀਏ, ਆਪ ਉਹਦੇ ਤੇ ਅਮਲ ਕਰੀਏ, ਤੇ ਨਿਰਾ ਆਪ ਅਮਲ ਨਾ ਕਰੀਏ, ਦੁਨੀਆ ਦੇ ਕੋਨੇ-ਕੋਨੇ ਤੱਕ ਇਸ ਚੀਜ਼ ਨੂੰ ਵਧਾਈਏ, ਦੂਜੇ ਮਨੁੱਖਾਂ ਤੱਕ ਇਸ ਚੀਜ਼ ਨੂੰ ਪਹੁੰਚਾਈਏ। ਸਾਡੇ ਵੱਲ ਵੇਖ ਕੇ ਕੋਈ ਹੋਰ ਬੰਦਾ ਵੀ ਸਿੱਖ ਬਣਨਾ ਚਾਹੇ, ਸਾਡੀ ਐਸੀ ਸ਼ਾਂਤ, ਚੰਗੀ, ਸੋਹਣੀ ਜ਼ਿੰਦਗੀ ਹੋਵੇ ਕਿ ਸਾਡੇ ਵੱਲ ਵੇਖ ਕੇ ਕੋਈ ਹੋਰ ਬੰਦਾ ਵੀ ਸੁਖੀ ਔਰ ਸ਼ਾਂਤ ਹੋਣਾ ਚਾਹੇ, ਸਾਡੇ ਤੋਂ ਆਣ ਕੇ ਪੁੱਛੇ ਵੀ ਯਾਰ ਇਸ ਦੁਨੀਆ ਵਿੱਚ ਇੰਨੇ ਦੁੱਖ ਨੇ, ਚਿੰਤਾਵਾਂ ਨੇ, ਫਿਕਰ ਨੇ, ਤੁਸੀਂ ਕਿਵੇਂ ਖੁਸ਼ ਰਹਿੰਦੇ ਹੋ? ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕਵਨ ਬਣੀ ਰੀ ਤੇਰੀ ਲਾਲੀ, ਕਵਨ ਰੰਗ ਤੂੰ ਭਈ ਗੁਲਾਲੀ। ਕਿ ਇਸ ਦੁਨੀਆ ਦੇ ਅੰਦਰ ਆਮ ਬੰਦੇ ਦਾ ਚਿਹਰਾ ਪ੍ਰਸ਼ਟਿਆ ਹੋਇਆ ਹੈ, ਆਮ ਬੰਦੇ ਦੇ ਚਿਹਰੇ ਦੇ ਉੱਤੇ ਰੌਣਕ ਨਹੀਂ ਹੈ, ਚਿਹਰੇ ਦੇ ਉੱਤੇ ਚਿੰਤਾ ਦੇ ਸ਼ਿਕਨ ਨੇ, ਅੱਖਾਂ ਦੇ ਚਫੇਰੇ ਕਾਲੇ ਘੇਰੇ ਨੇ, ਔਰ ਕਾਲੇ ਘੇਰੇ ਦੱਸਦੇ ਨੇ ਪਏ ਕਿ ਇਹ ਜਿਹੜਾ ਹਾਸਾ ਹੈ ਉਹ ਨਕਲੀ ਹੈ। ਅੱਖਾਂ ਦੇ ਕਾਲੇ ਘੇਰੇ ਦੱਸਦੇ ਨੇ ਪਏ ਕਿ ਇਹਦੇ ਅੰਦਰ ਕੋਈ ਦੁੱਖ, ਕੋਈ ਤਕਲੀਫ, ਕੋਈ ਇਹਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੋਈ ਹੈ। ਆਮ ਬੰਦੇ ਦਾ ਵਿਹਾਰ ਕੈਸਾ ਹੈ ਕਿ ਜਿਹਦੇ ਵਿੱਚ ਆਮ ਬੰਦੇ ਦਾ ਵਿਹਾਰ ਗੁੱਸੇ ਵਾਲਾ ਹੈ, ਲੋਭ ਲਾਲਚ ਵਾਲਾ ਹੈ, ਜਾਂ ਕੁਛ ਐਸਾ। ਲੇਕਿਨ ਐਸੀ ਦੁਨੀਆ ਵਿੱਚ ਇੱਕ ਐਸਾ ਬੰਦਾ ਹੈ ਜਿਹੜਾ ਚਿਹਰਾ ਦਗ-ਦਗ ਕਰਦਾ ਹੈ, ਜਿਹਦੇ ਬੁੱਲਾਂ ਤੇ ਮੁਸਕਰਾਹਟ ਹੈ, ਜਿਹਦਾ ਮੱਥਾ ਬਿਲਕੁਲ ਖਿੜਿਆ ਹੋਇਆ ਹੈ, ਜਿਹਦੇ ਬੋਲ ਬੜੇ ਮਿੱਠੇ ਨੇ, ਜਿਹਦਾ ਵਿਹਾਰ ਬੜਾ ਪਿਆਰਾ ਹੈ, ਜੋ ਕਿਸੇ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਸਮਝਦਾ ਹੈ, ਜੋ ਕਿਸੇ ਦੀ ਹੈਲਪ ਕਰਦਾ ਹੈ, ਤਾਂ ਫਿਰ ਪੁੱਛਣਾ ਤੇ ਬਣਦਾ ਨਾ ਵੀ ਯਾਰ ਤੇਰੀ ਜ਼ਿੰਦਗੀ ਐਵੇਂ ਕਿਵੇਂ ਬਣ ਗਈ, ਸਾਨੂੰ ਵੀ ਕੋਈ ਦੱਸ, ਅਸੀਂ ਵੀ ਖੁਸ਼ ਰਹਿ ਸਕੀਏ। ਤਾਂ ਐਸੀ ਮਹਾਨ ਜ਼ਿੰਦਗੀ ਗੁਰੂ ਦੇ ਸਿੱਖ ਨੇ ਜੀਣੀ ਹੈ ਕਿ ਕੋਈ ਉਹਦੇ ਕੋਲ ਆਣ ਕੇ ਪੁੱਛੇ ਵੀ ਸੱਜਣਾ ਸਾਨੂੰ ਵੀ ਦੱਸ ਐਸੀ ਜ਼ਿੰਦਗੀ ਕਿਵੇਂ ਜੀਵੀ ਜਾ ਸਕਦੀ ਹੈ, ਫਿਰ ਆਨੰਦ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮੰਨੇ ਕਾ ਬਹਿ ਕਰਨ ਵਿਚਾਰ, ਜਿਹੜਾ ਨਾਮ ਨੂੰ ਮੰਨਣ ਵਾਲਾ ਹੈ ਨਾ, ਉਹਦੀਆਂ ਲੋਕੀ ਬਹਿ ਕੇ ਵਿਚਾਰਾਂ ਕਰਦੇ ਨੇ, ਉਹਨਾਂ ਦਾ ਇਤਿਹਾਸ ਢਾਡੀ ਗਾਉਂਦੇ ਨੇ, ਉਹਨਾਂ ਦੀਆਂ ਵਿਚਾਰਾਂ ਇਤਿਹਾਸਕਾਰ ਕਰਦੇ ਨੇ, ਇਤਿਹਾਸ ਦੇ ਅੰਦਰ ਉਹਨਾਂ ਦੀ ਸ਼ੋਭਾ ਹੁੰਦੀ ਹੈ। ਗੁਰੂ ਜੀ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ, ਇਹੋ ਜਿਹਾ ਹੈ ਮਾਇਆ ਦੀ ਮੈਲ ਤੋਂ ਰਹਿਤ ਪ੍ਰਭੂ ਦਾ ਨਾਮ। ਨਾਮ ਦਾ ਮਤਲਬ ਹੁਕਮ, ਉਹਦੇ ਗੁਣ।
जे रब्बी रजा दे अंदर तुरया जाए तो इना महान बंदा हो सकता है। निरंजन निरअंजन माया दी मैल तो रहत, रब दा नाम, रब दे चरण, रब दे गुण, गुरु दी फिलासफी, गुरु दा जीवन जिहड़ा है वो कमल वर्गा है। कमल दे अंदर खेड़ा है, कमल अंदर सुंदरता है, कमल अंदर कोमलता है, कमल अंदर सुगंध है, कमल अंदर रस है, भंवरे ओदे तो मोहित हुंदे ने। ते जिहड़ा रब दे हुक्म दे नाल जुड़ेगा ओदियां ये निशानियां होणगियां, ओदा जीवन, ओदा चेहरा, ओदा हिरदा कमल की तरह खिड़िया होएगा, ओदी सोच दे अंदर कमल वर्गी सुंदरता होएगी, ओदे अंदर कमल वर्गी कोमलता, ओदा हिरदा कोमल होएगा, वो किसी नूं दुख नहीं देवेगा, ओदे अंदर गुणां दी सुगंध होएगी, ओदी बाणी दे अंदर मिठास होएगी, ते ओदे तो लोग मोहित होणगे, ओदे वल आकर्षित होणगे। ऐसी जिंदगी हो सकती है क्योंकि प्रभु दा नाम, रब दे गुण, रब दी रजा और भाना इन्ना महान है, गुरु दी सिक्ख्या इन्नी महान है, जे उन्हें मान लिया जाए, जे उन्हें अपना लिया जाए, ऐसी जिंदगी बन सकती है। पर बनेगी किदी? जे को मन जाने मन कोए। हुण इहनूं ना ध्यान नाल पढ़ना है। जो पहला मन है ना, इत्थे मम्मे दे उत्ते टिप्पी है, ते दूजा जो मन है मन कोए, इत्थे मम्मे ते टिप्पी नहीं है। जे को मन जाने, इनू मन पढ़ना है। मन का मतलब मनना कि तू मेरी गल मन, इस गल नू मन जा। ते दूजे मन का मतलब है मन। मन दे नन्ने नाल सिहारी है मन विच। पहले मन का मतलब मन के, जे कोई मनना जानदा होवे, जे को मन जाने मन कोए, जे कोई अपने मन दे अंदर मनन करना जानदा होवे, जे कोई रब की रजा नू अपने मन यानी मैंटैलिटी, अपनी सोच दे अंदर वसाना जानदा होवे, जे कोई रब की रजा भाने नू अपनी सोच विच वसा लवे, अपनी सोच नू रब की रजा भाने मुताबिक बना लवे, अपने जीवन नू रब की रजा मुताबिक बना लवे, जो लॉ ऑफ नेचर है इनू समझे, रब दे गुणां नू समझे, जो मूल मंत्र विच असां बयान कीते ने, विचार कीती है। गुरु पातशाह ने सानू समझाया है कि वो एक है। जे कोई एक नू मनन करना जानदा होए कि सारियां दे अंदर इक्को ही है, अंदरों बाहरों एक हो जाए, सब दे नाल विहार एक जैसा करे। रब दा नाम सतनाम सच्चाई है, ते सच्चाई नू जे कोई मन दे अंदर वसा लवे, निरभैता नू वसा लवे, करता पुरख दे गुण नू मन विच वसा लवे, निर्वैर नू मन विच वसा लवे, अजूनी दे गुण नू मन विच वसा लवे, इन्हां गुणां दे उत्ते अमल करे, तां गुरु जी कहंदे ने इन्ना महान है प्रभु दा नाम। जेड़ा भी उन्होंने मनेगा रजा विच तुरेगा। नाम दा मतलब हुक्म, जो रजा विच तुरेगा, गुरु दी शिक्षा नू मनेगा, ओदी उच्ची अवस्था नू बयान नहीं किया जा सकेगा। इन्ना उच्चा हो जाएगा रब वर्गा, अब तो जाए चढ़े सिंघासन। जे कोई ओदे बारे कहन दा यतन करेगा, उन्होंने पछताउणा पवेगा। कोई कागज दे उत्ते कोई लिखन वाला नहीं कि उदी उच्ची सोच नू लिख के बयान कर देवे, उदा अंत पा लवे, ऐसा नहीं है। सगों मनन वाले दा लोग बह के विचार करते ने, पर विचारां करन दे नाल ओदी शोभा दा अंत नहीं पैंदा। इन्ना महान है गुरु दा ज्ञान, गुरु दी सिक्ख्या, रब दा हुक्म, गुरु दी पावन बाणी। जे कोई इनू मनना जानदा होवे तां इहदा मतलब सानू जपजी साहिब जी दे विचों इन्ना महान जीवन मिल सकदा है, जे असीं इन्हां चीज़ां नू मान लवीए। ते हुण मनना देखो, ਇਹਦੇ ਵਿੱਚ ਕੋਈ ਸਾਡੇ ਵਾਸਤੇ ਤਕਲੀਫ ਨਹੀਂ ਹੈ। ਨਾ ਤੇ ਸਾਨੂੰ ਇਸ ਪੌੜੀ ਵਿੱਚ ਮਾਲਾ ਫੇਰਨ ਲਈ ਕਿਹਾ ਜਾ ਰਿਹਾ, ਨਾ ਸਾਨੂੰ ਕਿਹਾ ਜਾ ਰਿਹਾ ਵੀ ਇੰਡੀਆ ਤੋਂ ਜਾਓ ਤੇ ਤੀਰਥਾਂ ਤੇ ਨਹਾ ਕੇ ਆਓ, ਯਾਤਰਾ ਕਰਕੇ ਆਓ, ਕੰਮ ਤੁਹਾਡਾ ਗੁਆਚੇ। ਇਹ ਵੀ ਨਹੀਂ ਕਿਹਾ ਜਾ ਰਿਹਾ। ਇਹ ਵੀ ਨਹੀਂ ਕਿਹਾ ਜਾ ਰਿਹਾ ਕਿ ਜੰਗਲਾਂ ਵਿੱਚ ਜਾਓ ਤੇ ਪੁੱਠੇ ਸਿੱਧੇ ਤਪ ਕਰੋ, ਧੂਣੀਆਂ ਬਾਲ ਕੇ ਵਿੱਚ ਬਹਿ ਜਾਓ, ਕਿਸੇ ਰੁੱਖ ਨਾਲ ਚਮਗਿੱਦੜ ਵਾਂਗੂ ਲਟਕ ਜਾਓ। ਬਿਲਕੁਲ ਇਹ ਕੰਮ ਨਹੀਂ ਕਹੇ। ਨਾ ਕਿਹਾ ਹੈ ਕਿ ਗ੍ਰਸਤ ਦਾ ਤਿਆਗ ਕਰੋ। ना इस पौड़ी विच एक इहो जिहा पहनावा पहनो, ना इहदे विच इह किहा भी इधर नूं मूंह करके पानी पीओ, इधर नूं मूंह करके रोटी खाओ। घर दे विच वास्तु शास्त्र कुछ भी नहीं ऐसा। ना क्या है तुसी जॉब छड्डो, ना क्या है दुकानदारी छड्डो, ना क्या है नौकरी ना करो, ना क्या है विआह ना कराओ, कुछ भी नहीं।
ਗੱਲ ਤਾਂ ਸਿੱਧੀ ਜ਼ਿੰਦਗੀ ਜੀਣ ਦੀ ਹੈ। ਗ੍ਰਸਤੀ ਹੁੰਦਿਆਂ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਦੇ ਵਿੱਚ ਵਿਚਰਦਿਆਂ ਗੁਰੂ ਦੀ ਸਿੱਖਿਆ ਅਨੁਸਾਰ ਜ਼ਿੰਦਗੀ ਜੀਣੀ ਹੈ। ਮਨ ਬਚਨ ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਹੈ। ਇਹਦੇ ਵਿੱਚ ਕੀ ਔਖਾ ਹੈ? ਹੁਣ ਔਖਾ ਸਾਨੂੰ ਤਾਂ ਲੱਗਦਾ ਕਿਉਂਕਿ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ 51 ਪੌਂਡ ਕਿਸੇ ਬਾਬੇ ਨੂੰ ਦੇ ਕੇ ਵਰ ਲੈ ਲਈਏ, ਉਹ ਸੌਖਾ ਲੱਗਦਾ ਹੈ। ਜੇ ਕੋਈ ਕਵੇ ਨਾ ਕਿਸੇ ਨੂੰ ਕਹੀਏ ਵੀ weight ਘਟਾਣਾ ਹੈ, ਤਾਂ ਉਹ ਕਵੇ ਵੀ ਤੁਸੀਂ ਗਿਆਨੀ ਜੀ ਇੰਜ ਕਰਿਆ ਕਰੋ ਕਿ ਸਵੇਰੇ ਰੇਸ ਲਾਇਆ ਕਰੋ, ਜਾਂ ਸਵੀਮਿੰਗ ਕਰੋ, ਜਾਂ ਤੁਸੀਂ ਜਿਮ ਜਾਓ। ਹੁਣ ਜਿਮ ਜਾ ਕੇ ਕਸਰਤ ਕਰਨੀ, ਰੇਸ ਲਾਣੀ, ਸਵੀਮਿੰਗ ਕਰਨੀ, ਖੁਰਾਕ ਤੇ ਕੰਟਰੋਲ ਕਰਨਾ, ਇਹ ਔਖਾ ਲੱਗਦਾ। ਤੇ ਐਵੇਂ ਮੇਰਾ weight ਘਟਾਉਣ ਵਿੱਚ ਮੈਨੂੰ ਲੱਗਣਗੇ 3 4 5 6 ਮਹੀਨੇ, ਸਾਲ ਵੀ ਲੱਗ ਸਕਦੇ। ਤੇ ਜੇ ਕੋਈ ਮੈਨੂੰ ਕਹੇ ਵੀ ਆ ਗੋਲੀਆਂ ਖਾ ਲੈ, ਤੇ ਗੋਲੀਆਂ ਦੇ ਨਾਲ ਪੈਸੇ ਦਿੱਤੇ, ਗੋਲੀਆਂ ਖਾ ਤੇ weight ਘਟ ਜਾਏਗਾ। ਹੁਣ ਘਟਣਾ ਹੈ ਨਹੀਂ, ਗੋਲੀਆਂ ਸਾਈਡ ਇਫੈਕਟ ਕਰਨਗੀਆਂ, ਨੁਕਸਾਨ ਹੋਰ ਹੋਏਗਾ। ਲੇਕਿਨ ਮੈਂ ਪੈਸੇ ਦੇ ਕੇ ਗੋਲੀਆਂ ਖਾ ਲਵਾਂਗਾ, ਫਿਰ ਮੈਂ ਕਹਾਂਗਾ ਯਾਰ ਮੈਂ ਗੋਲੀਆਂ ਖਾ ਬੈਠਾ, ਮੇਰੇ ਤੇ ਹੁਣ ਪੇਟ 'ਚ ਪਾਣੀ ਪੈ ਗਿਆ। ਠੀਕ ਮੈਂ ਕੀ ਹੋਣਾ ਸੀ, ਉਹਨੇ ਤੇ ਮੈਨੂੰ ਥਾਈਰਾਈਡ ਨਾਲ ਕਰਤੀ ਹੈ, ਮੇਰੇ ਗੋਡੇ ਹੋਰ ਦੁਖਣ ਲੱਗ ਗਏ ਨੇ। ਲੇਕਿਨ ਮੈਂ ਸਹੂਲਤ ਭਾਲੀ ਨਾ ਕਿ ਪੈਸਿਆਂ ਨਾਲ ਕੰਮ ਹੋ ਜਾਏ। ਹੁਣ ਗੁਰੂ ਜੀ ਕਹਿੰਦੇ ਨੇ ਇਹੋ ਜਿਹੀ ਜ਼ਿੰਦਗੀ ਜੀਓ ਤੇ ਤੁਸੀਂ ਰੱਬ ਵਰਗੇ ਮਹਾਨ ਹੋ ਜਾਓਗੇ। ਪਰ ਇਹ ਜ਼ਿੰਦਗੀ ਜੀਣ ਲਈ ਸਾਨੂੰ ਆਪ ਯਤਨ ਕਰਨਾ ਪੈਣਾ। ਤੇ ਬਾਬਾ ਕਹਿੰਦਾ ਮੇਰੇ ਡੇਰੇ ਤੇ ਆਣ ਕੇ ਅਖੰਡ ਪਾਠ ਕਰਾ ਦਿਓ, ਸਾਰਾ ਠੀਕ ਹੋ ਜਾਏਗਾ। ਤੇ ਅਸੀਂ ਇਹ ਚੀਜ਼ਾਂ ਪੈਸੇ ਨਾਲ ਖਰੀਦਣਾ ਚਾਹੁੰਦੇ ਹਾਂ। ਪੈਸੇ ਭੇਜਦੇ, ਬਾਬਿਆਂ ਨੇ ਪਾਠ ਕਰਤਾ, ਉਹਨਾਂ ਕੋਲ 20 25 50 ਹਜ਼ਾਰ ਜਿੰਨਾ ਲਿਆ ਉਹਨਾਂ ਕੋਲ ਤੇ ਪਹੁੰਚ ਗਿਆ, ਤੁਹਾਡਾ 50 ਹਜ਼ਾਰ ਦਾ ਨੁਕਸਾਨ ਵੀ ਹੋਇਆ ਤੇ ਉਹਦਾ ਸਾਈਡ ਇਫੈਕਟ ਵੀ ਹੋ ਗਿਆ। ਬਾਬਿਆਂ ਨੇ ਇਮੋਸ਼ਨਲ ਬਲੈਕਮੇਲ ਕਰਕੇ ਤੁਹਾਡੀ ਸੋਚ ਨੂੰ ਵੀ ਕੈਦ ਕਰਤਾ, ਤੇ ਬਾਅਦ ਚ ਪਤਾ ਲੱਗਾ ਯਾਰ ਅਸੀਂ ਤੇ ਲੁੱਟੇ ਗਏ। ਤਾਂ ਇਸ ਕਰਕੇ ਗੁਰੂ ਦੀ ਪਾਵਨ ਬਾਣੀ ਨੂੰ ਜੇ ਕੋਈ ਮੰਨੇ, ਇਹਦੇ ਉੱਤੇ ਅਮਲ ਕਰੇ ਤਾਂ ਬਹੁਤ ਸੌਖਾ ਹੈ, ਲੇਕਿਨ ਟਰਾਈ ਤਾਂ ਕਰਨੀ ਪਵੇਗੀ। ਐਸੀ ਜ਼ਿੰਦਗੀ ਹੋ ਸਕਦੀ ਹੈ। ਹੁਣ ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਮਨਨ ਦੇ ਨਾਲ ਕੀ ਹੋਏਗਾ। ਮੰਨੈ ਸੁਰਤ ਹੋਵੇ ਮਨ ਬੁੱਧ। ਦੇਖੋ ਪਹਿਲੀ ਪੌੜੀ ਔਰ ਦੂਜੀ ਪੌੜੀ ਨੂੰ ਪੜਨ ਲੱਗਿਆ ਧਿਆਨ ਰੱਖਣਾ ਹੈ। ਪਹਿਲੀ ਪੌੜੀ ਵਿੱਚ ਹੈ ਮੰਨੇ ਕੀ ਗਤ ਕਹੀ ਨਾ ਜਾਏ। ਮੰਨੇ ਇੱਕ ਲਾਂ ਹੈ, ਮੰਨੇ ਕੀ ਗਤ ਕਹੀ ਨਾ ਜਾਏ। ਲੇਕਿਨ ਅਗਲੀ ਪੌੜੀ ਵਿੱਚ ਹੈ ਮੰਨੈ ਦੁਲਾਵਾਂ ਨੇ। ਪਹਿਲੇ ਦਾ ਮਤਲਬ ਸੀ ਮੰਨਣ ਵਾਲੇ ਦੀ, ਤੇ ਇੱਥੇ ਮੰਨੇ ਦਾ ਅਰਥ ਹੈ ਮੰਨਣ ਨਾਲ, ਮੰਨਣ ਕਰਕੇ। ਜੇ ਮੰਨ ਲਈਏ, ਜੇ ਮੰਨ ਲਿਆ ਜਾਏ ਤੇ ਫਿਰ ਕੀ ਹੋਏਗਾ। ਹੁਣ ਜੇ ਮੰਨ ਲਿਆ ਜਾਏ ਗੁਰੂ ਦੀ ਸਿੱਖਿਆ ਨੂੰ, ਬਾਣੀ ਨੂੰ, ਰੱਬ ਦੀ ਰਜ਼ਾ ਨੂੰ, ਤਾਂ ਉਹਦੇ ਨਾਲ ਕੀ ਹੋਏਗਾ, ਜਿਸ ਕਰਕੇ ਸਾਨੂੰ ਸਮਝ ਪੈ ਜਾਏ ਕਿ ਅਸੀਂ ਮੰਨ ਰਹੇ ਹਾਂ ਕਿ ਨਹੀਂ ਮੰਨ ਰਹੇ। ਕਿਉਂਕਿ ਕੁਝ ਨਿਸ਼ਾਨੀਆਂ ਨੇ। ਤੁਸੀਂ ਇੰਡੀਆ ਦੇ ਅੰਦਰ ਮੰਨ ਲਓ ਕਸ਼ਮੀਰ ਵੱਲ ਜਾ ਰਹੇ ਹੋ, ਤੇ ਕਸ਼ਮੀਰ ਵੱਲ ਜਾਂਦਿਆਂ ਹੋਇਆਂ ਜਦੋਂ ਕਸ਼ਮੀਰ ਨਜ਼ਦੀਕ ਆਏਗਾ ਨਾ, ਇੱਕ ਤਾਂ ਕਿਲੋਮੀਟਰ ਨੇ ਉਹਨਾਂ ਤੇ ਲਿਖਿਆ ਹੈ ਕਸ਼ਮੀਰ ਇੰਨੇ ਕਿਲੋਮੀਟਰ। ਜਿਵੇਂ ਜਿਵੇਂ ਕਸ਼ਮੀਰ ਦੇ ਨਜ਼ਦੀਕ ਜਾਓਗੇ ਨਾ, ਵਾਦੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਪਹਾੜੀਆਂ ਸ਼ੁਰੂ ਹੋ ਜਾਣਗੀਆਂ, ਥੋੜੀ ਠੰਡਕ ਸ਼ੁਰੂ ਹੋ ਜਾਏਗੀ। ਤਾਂ ਇਹ ਨਿਸ਼ਾਨੀਆਂ ਨੇ ਨਾ ਕਿ ਅਸੀਂ ਕਸ਼ਮੀਰ ਦੇ ਨਜ਼ਦੀਕ ਜਾ ਰਹੇ ਹਾਂ। ਜੇ ਤੁਸੀਂ ਮੰਨ ਲਓ ਲੁਧਿਆਣੇ ਤੋਂ ਦਿੱਲੀ ਨੂੰ ਜਾ ਰਹੇ ਹੋ, ਤਾਂ ਨਿਸ਼ਾਨੀਆਂ ਆ ਰਹੀਆਂ ਨੇ, ਅੱਗੇ ਬੋਰਡ ਲੱਗੇ ਨੇ, ਦਿੱਲੀ 200 ਕਿਲੋਮੀਟਰ, ਅੱਗੇ ਆ ਗਿਆ 100 ਕਿਲੋਮੀਟਰ, 50, ਫਿਰ ਅੱਗੇ ਆ ਜਾਂਦਾ ਵੀ ਦਿੱਲੀ ਤੁਸੀਂ ਪਹੁੰਚ ਗਏ। ਨਿਸ਼ਾਨੀਆਂ ਨੇ। ਇਵੇਂ ਜੋ ਮੰਨਣ ਦੀਆਂ ਨਿਸ਼ਾਨੀਆਂ ਕੀ ਨੇ, ਮੰਨਣ ਦੇ ਨਾਲ ਸਾਡੇ ਜੀਵਨ ਵਿੱਚ ਕੀ ਫਰਕ ਹੋਵੇਗਾ, ਜਿਸ ਕਰਕੇ ਸਾਨੂੰ ਸਮਝ ਆ ਜਾਏ ਕਿ ਕੌਣ ਮੰਨ ਰਿਹਾ ਹੈ, ਕੌਣ ਨਹੀਂ ਮੰਨ ਰਿਹਾ, ਔਰ ਮੰਨਣ ਦੇ ਨਾਲ ਕੀ ਹੋਏਗਾ। ਗੁਰੂ ਜੀ ਕਹਿੰਦੇ ਨੇ ਮੰਨੈ ਸੁਰਤ ਹੋਵੇ ਮਨ ਬੁੱਧ। ਨਾਮ ਨੂੰ ਮਨਨ ਕਰਕੇ, ਨਾਮ ਨੂੰ ਦਾ ਮਤਲਬ ਗੁਰੂ ਦੀ ਸਿੱਖਿਆ ਨੂੰ, ਪ੍ਰਭੂ ਦੇ ਭਾਣੇ ਨੂੰ, ਪ੍ਰਭੂ ਦੀ ਰਜ਼ਾ ਨੂੰ, ਗੁਰੂ ਦੀ ਪਾਵਨ ਬਾਣੀ ਦੇ ਸਿਧਾਂਤਾਂ ਨੂੰ ਮਨਨ ਕਰਕੇ ਜੇ ਕੋਈ ਮੰਨੇ, ਜੇ ਗੁਰੂ ਦੀ ਸਿੱਖਿਆ ਰਾਹੀਂ ਗੁਣ ਔਰ ਗਿਆਨ ਦੇ ਉੱਤੇ ਗੁਰੂ ਦੀ ਸਿੱਖਿਆ ਤੇ ਭਰੋਸਾ ਬਣ ਜਾਏ ਔਰ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਬਣ ਜਾਏ, ਤਾਂ ਜ਼ਿੰਦਗੀ ਬਣਾਉਣ ਦੇ ਨਾਲ ਕੀ ਹੋਏਗਾ, ਮਨ ਔਰ ਬੁੱਧ ਦੇ ਅੰਦਰ ਸੁਰਤ ਪੈਦਾ ਹੋ ਜਾਏਗੀ, ਸੂਝ ਪੈਦਾ ਹੋ ਜਾਏਗੀ, ਮਨ ਵਿੱਚ ਵੀ ਔਰ ਬੁੱਧ ਦੇ ਅੰਦਰ ਵੀ। ਦੇਖੋ ਸਾਡਾ ਮਨ ਜਾਗਰਤ ਨਹੀਂ ਹੈ। ਜਿਵੇਂ ਅਸੀਂ ਸਾਈਕੋਲੋਜਿਸਟ ਜਾਂ ਸਾਈਕੈਟਰਿਕ ਜੋ ਲੋਕ ਨੇ, ਡਾਕਟਰ ਲੋਕ ਨੇ,
ਉਹ ਦੱਸਦੇ ਨੇ ਕਿ ਜੋ ਆਮ ਬੰਦਾ ਹੈ ਉਹਦੇ ਮਨ ਦੇ ਅੰਦਰ 24 ਘੰਟਿਆਂ ਲਗਭਗ ਕਰੀਬ 60,000 ਵਿਚਾਰ ਆਉਂਦੇ ਨੇ। ਥੋੜੇ ਬਹੁਤੇ ਘੱਟ ਵੱਧ ਹੋ ਸਕਦੇ ਨੇ, ਲਗਭਗ 60,000। ਹੁਣ 60,000 ਵਿਚਾਰ ਮਨ ਵਿੱਚ ਆ ਰਹੇ ਨੇ ਤੇ ਉਹ ਘੜੇ ਹੋਏ ਤੇ ਨਹੀਂ, ਬੇਘੜੇ ਵਿਚਾਰ, ਬੇਤੁਕੇ। ਬੰਦਾ ਕਦੇ ਬੈਠਾ ਬੈਠਾ ਸੋਚੀ ਜਾਂਦਾ ਹੈ ਕਿ ਮੈਂ ਕਿਤੇ MLA ਬਣ ਜਾ, ਪ੍ਰਧਾਨ ਮੰਤਰੀ ਬਣ ਜਾਵਾਂ ਤੇ ਮੈਂ ਇਹ ਕੁਛ ਕਰ ਦਿਆਂ। ਹਵਾਈ ਮਹਿਲ ਬਣਾਉਂਦਾ ਨਾ ਬੰਦਾ। ਉਹ ਬੰਦੇ ਨੇ ਪੀਤੀ ਸੀ ਸ਼ਰਾਬ ਤੇ ਸ਼ਰਾਬ ਪੀ ਕੇ ਘਰ ਆਇਆ ਤੇ ਘਰ ਵਾਲੀ ਕਹਿਣ ਲੱਗੀ ਵੀ ਤੂੰ ਅੱਜ ਫਿਰ ਰੱਜ ਕੇ ਆ ਗਿਆ, ਛੱਡ ਦੇ। ਸ਼ਰਾਬ ਦੀ ਬੋਤਲ ਫੜੀ, ਕਹਿੰਦਾ ਤੈਨੂੰ ਨਹੀਂ ਪਤਾ, ਜੇ ਕਿਤੇ ਮੈਂ ਪ੍ਰਧਾਨ ਮੰਤਰੀ ਬਣ ਜਾਵਾਂ ਨਾ ਤੇ ਮੈਂ ਪੂਰੇ ਦੇਸ਼ ਨੂੰ ਬਦਲ ਕੇ ਰੱਖ ਦਿਆਂ। ਉਹ ਆਂਦੀ ਦੇਸ਼ ਨੂੰ ਫਿਰ ਬਦਲਣੀ, ਪਹਿਲੋਂ ਕੱਪੜੇ ਬਦਲ ਲੈ, ਸਵੇਰ ਦੀ ਬੇਬੇ ਦੀ ਸਲਵਾਰ ਪਾਈ ਫਿਰਨਾ, ਕੱਪੜੇ ਬਦਲ ਲੈ। ਬੰਦਾ ਹਵਾਈ ਮਹਿਲ ਬਣਾਉਂਦਾ ਹੈ ਨਾ, हवाई महल बना रहा है बंदा। कब हूं जीड़ा ऊब चढ़त है, कब हूं जाए प्याले, लोभी जीड़ा थिर ना रहत है, चारे कुंडा पाले। कदे अपने आप ਨੂੰ ਹੀਨ ਸਮਝ ਬੈਂਦਾ ਹੈ, ਕਦੇ ਆਪਣੇ ਆਪ ਨੂੰ ਉੱਚਾ ਸਮਝ ਬੈਂਦਾ ਹੈ। ਬੇਘੜੇ ਵਿਚਾਰ ਮਨ ਦੇ ਅੰਦਰ ਆਈ ਜਾ ਰਹੇ ਨੇ। ਪਰ ਜਦੋਂ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ ਉਦੋਂ ਇਹਦਾ ਮਨ ਘੜਿਆ ਜਾਂਦਾ ਹੈ, ਇਹਦੇ ਮਨ ਦੇ ਅੰਦਰ ਜਾਗਰਤ ਪੈਦਾ ਹੋ ਜਾਂਦੀ ਹੈ, ਇਹਦੇ ਸਬਕੌਂਸ਼ੀਅਸ ਦੇ ਅੰਦਰ ਸ਼ੁਭ ਵਿਚਾਰ ਆ ਜਾਂਦੇ ਨੇ ਔਰ ਕੌਨਸ਼ੀਅਸ ਮਾਈਂਡ ਨੂੰ ਬਿਲਕੁਲ ਸਿਗਨਲ ਸੱਚੇ ਔਰ ਸੁੱਚੇ ਮਿਲਦੇ ਨੇ। ਆਟੋਮੈਟਿਕਲੀ ਫਿਰ ਇਹਦੇ ਅੰਦਰੋਂ ਪੋਜ਼ਿਟਿਵ ਥਿੰਕਿੰਗ ਆਉਂਦੀ। ਡਾਕਟਰ ਸਰੂਪ ਸਿੰਘ ਮਰਵਾਹਾ ਲਿਖਦੇ ਨੇ ਕਿ ਆਪਣੀ ਕਿਸੇ ਵੀ ਭੈੜੀ ਤੋਂ ਭੈੜੀ ਆਦਤ ਨੂੰ 20 ਕੁ ਦਿਨ ਦੇ ਅਭਿਆਸ ਦੇ ਨਾਲ ਬਦਲਿਆ ਜਾ ਸਕਦਾ ਹੈ। ਜੇ ਅਸੀਂ ਆਪਣੇ ਵਾਸਤੇ ਐਸੀ ਵਰਡਿੰਗ ਅਪਣਾ ਲਈਏ ਜੋ ਮੈਂ ਆਪ ਦੇ ਨਾਲ ਬਾਰ-ਬਾਰ ਸਾਂਝੀ ਕਰ ਰਿਹਾ, ਇਸ ਵਰਡਿੰਗ ਨੂੰ ਅਸੀਂ ਰਿਪੀਟ ਕਰੀਏ, ਫੀਲ ਕਰੀਏ ਔਰ ਨਾਲ ਅਸੀਂ ਐਕਸ਼ਨ ਵੀ ਕਰੀਏ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੇ ਚਿਹਰੇ ਤੇ ਨੂਰ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੈਂ ਉਤਸ਼ਾਹ ਦੇ ਨਾਲ ਭਰਿਆ ਹੋਇਆ ਹਾਂ, ਮੈਂ ਚੜ੍ਹਦੀ ਕਲਾ ਵਾਲੀ ਜ਼ਿੰਦਗੀ ਜੀਂਦਾ ਹਾਂ, ਮੇਰੇ ਚਾਰ ਚੁਫੇਰੇ ਖੁਸ਼ੀਆਂ ਪ੍ਰਸੰਨਤਾਵਾਂ ਮੌਜੂਦ ਨੇ। ਰੱਬ ਦਾ ਇਹ ਸੰਸਾਰ ਬੜਾ ਸੁਹਾਵਣਾ ਹੈ, ਇੱਥੇ ਹਰ ਸ਼ੈ ਪਰਿਪੂਰਨ ਹੈ। ਰੱਬ ਦੇ ਇਸ ਯੂਨੀਵਰਸ ਦੇ ਅੰਦਰ ਮੈਂ ਰੱਬ ਦੀ ਸਪੈਸ਼ਲ ਕ੍ਰੀਏਸ਼ਨ ਹਾਂ। ਰੱਬ ਦੇ ਇਸ ਯੂਨੀਵਰਸ ਦੇ ਅੰਦਰ ਕੁਝ ਵੀ ਕਮੀ ਔਰ ਦੋਸ਼ ਨਹੀਂ ਹੈ, ਇੱਥੇ ਸਭ ਕੁਝ ਚੰਗਾ ਹੈ। ਮੈਂ ਆਪਣੇ ਆਪ ਤੋਂ, ਆਪਣੇ ਪਰਿਵਾਰ ਤੋਂ, ਸੱਜਣਾ ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ, ਮੇਰਾ ਵਰਤਾਵ ਪਿਆਰ ਭਰਿਆ ਹੈ, ਹਰ ਇੱਕ ਕੋਲੋਂ ਮੈਨੂੰ ਪਿਆਰ ਸਤਿਕਾਰ ਮਿਲਦਾ ਹੈ, ਮੈਂ ਆਪਣੇ ਕੰਮ ਨੂੰ ਸਮੇਂ ਨਾਲ ਪੂਰਾ ਕਰਦਾ ਹਾਂ, ਆਪਣੇ ਕੰਮ ਨੂੰ ਆਪ ਕਰਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹਨਾਂ ਚੀਜ਼ਾਂ ਨੂੰ ਰਿਪੀਟ ਕਰੋ ਦਿਨ ਦੇ ਵਿੱਚ 20-30 ਵਾਰ ਤੇ 20-30 ਦਿਨ ਦੇ ਅੰਦਰ ਸਾਡੇ ਅੰਦਰ ਇਹ ਵਿਚਾਰ ਚਲੇ ਜਾਣਗੇ। ਗੁਰਬਾਣੀ ਦਾ ਪਾਠ ਸਾਨੂੰ ਕਿਉਂ ਦੱਸਿਆ ਜਾਂਦਾ ਹੈ ਕਿ ਧਿਆਨ ਦੇ ਨਾਲ ਪਾਠ ਕਰੋ, ਧਿਆਨ ਦੇ ਨਾਲ ਵਿਚਾਰੋ, ਇਹਨਾਂ ਬਾਣੀ ਦੇ ਉੱਤੇ ਅਮਲ ਕਰੋ। ਹੌਲੇ ਹੌਲੇ ਇਹ ਸਬਕੌਂਸ਼ੀਅਸ ਮਾਈਂਡ ਅੰਦਰ ਚਲਾ ਜਾਏਗਾ ਤੇ ਜਿਨ੍ਹਾਂ ਦੇ ਸਬਕੌਂਸ਼ੀਅਸ ਮਾਈਂਡ ਅੰਦਰ ਇਹ ਵਿਚਾਰ ਚਲੇ ਗਏ ਗੁਰਮਤ ਵਾਲੇ, ਕੌਨਸ਼ੀਅਸ ਮਾਈਂਡ ਨੂੰ ਸਿਗਨਲ ਵੀ ਸਬਕੌਂਸ਼ੀਅਸ ਚੋਂ ਆਉਣੇ ਨੇ, ਉਹ ਸਭ ਕੁਝ ਠੀਕ ਕਰੇਗਾ। ਇਹਨੂੰ ਕਹਿੰਦੇ ਨੇ ਮਨ ਦੇ ਅੰਦਰ ਸੂਝ ਪੈਦਾ ਹੋ ਜਾਣੀ। ਬੁੱਧੀ ਹੈ ਸਾਡੇ ਕੋਲ, ਹੁਣ ਦਿਮਾਗ ਤੇ ਹੈ ਨਾ, ਦਿਮਾਗ ਦੀ ਇੱਕ ਐਕਟੀਵਿਟੀ ਦਾ ਨਾਮ ਮਨ ਹੈ। ਦਿਮਾਗ ਦੀ ਜਿਸ ਐਕਟੀਵਿਟੀ ਰਾਹੀਂ ਸਾਡੇ ਵਿਚਾਰ ਪੈਦਾ ਹੁੰਦੇ ਨੇ ਉਹਨੂੰ ਮਨ ਕਹਿੰਦੇ ਨੇ। ਤੇ ਦਿਮਾਗ ਦੀ ਹੀ ਇੱਕ ਐਕਟੀਵਿਟੀ ਹੈ ਬੁੱਧੀ, ਜਿਹਦੇ ਰਾਹੀਂ ਅਸੀਂ ਠੀਕ ਔਰ ਗਲਤ ਦਾ ਨਿਰਣਾ ਲੈਂਦੇ ਹਾਂ। ਤੇ ਜੇ ਨਿਰਣਾ ਅਸੀਂ ਠੀਕ ਲੈਣ ਲੱਗ ਜਾਈਏ, ਅਸੀਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰ ਲਈਏ, ਠੀਕ ਨਿਰਣੇ ਲਈਏ, ਤਾਂ ਸਾਡੇ ਕਾਰਜ ਰਾਸ ਹੋਣਗੇ, ਸਾਨੂੰ ਮਾਣ ਆਦਰ ਮਿਲੇਗਾ, ਸਤਿਕਾਰ ਮਿਲੇਗਾ। ਜਦੋਂ ਗੁਰੂ ਦੀ ਸਿੱਖਿਆ ਨੂੰ ਕੋਈ ਸੁਣਦਾ ਹੈ ਔਰ ਮੰਨਦਾ ਹੈ, ਰੱਬ ਦੀ ਰਜ਼ਾ ਭਾਣੇ ਨੂੰ ਸੁਣ ਕੇ ਮੰਨ ਲੈਂਦਾ, ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹਦੀ ਬੁੱਧੀ ਦੇ ਅੰਦਰੋਂ ਜੋ ਨਿਰਣੇ ਆਉਣਗੇ ਉਹ ਚੰਗੇ ਆਉਣਗੇ, ਸੂਝ ਪੈਦਾ ਹੋ ਜਾਏਗੀ, ਵਿਵੇਕ ਬੁੱਧ ਮਿਲ ਜਾਏਗੀ, ਉਹਨੂੰ ਕਾਮਨ ਸੈਂਸ ਮਿਲ ਜਾਏਗੀ, ਉਹ ਨਵੀਆਂ ਤੋਂ ਨਵੀਆਂ ਖੋਜਾਂ ਕਰੇਗਾ, ਉਹ ਨਵੇਂ ਤੋਂ ਨਵੇਂ ਵਿਚਾਰ ਪੈਦਾ ਕਰੇਗਾ ਔਰ ਸਹੀ ਫੈਸਲੇ ਲਵੇਗਾ। ਇਸ ਲਈ ਮੰਨੈ ਸੁਰਤ ਹੋਵੇ ਮਨ ਬੁੱਧ। ਜੇ ਮੰਨਿਆ ਜਾਏ ਤਾਂ ਸਾਡੀ ਸੁਰਤ ਵੀ ਉੱਚੀ ਹੋ ਜਾਏਗੀ, ਸਾਡਾ ਮਨ ਵੀ ਰੋਸ਼ਨ ਹੋ ਜਾਏਗਾ, ਸਾਨੂੰ ਵਿਵੇਕ ਬੁੱਧ ਵੀ ਮਿਲ ਜਾਏਗੀ। ਜੇ ਇਹ ਚੀਜ਼ਾਂ ਮਿਲ ਗਈਆਂ ਨੇ ਤਾਂ ਸਮਝ ਲੈਣਾ ਅਸੀਂ ਮੰਨ ਰਹੇ ਹਾਂ। ਜੇ ਨਹੀਂ ਮਿਲੀਆਂ, ਇਹਦਾ ਮਤਲਬ ਅਸੀਂ ਗੁਰੂ ਦੀ ਸਿੱਖਿਆ ਨੂੰ ਮੰਨਿਆ ਨਹੀਂ,
ਤੇ ਜੇ ਹੁਣ ਤੱਕ ਨਹੀਂ ਮੰਨਿਆ ਤਾਂ ਕੋਈ ਗੱਲ ਨਹੀਂ, ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਜੇ ਹੁਣ ਮੰਨ ਲਵਾਂਗੇ ਤਾਂ ਹੁਣ ਸਾਡੀ ਸੁਰਤ ਉੱਚੀ ਹੋ ਜਾਏਗੀ, ਸਾਡਾ ਮਨ ਜਾਗਰਤ ਹੋ ਜਾਏਗਾ, ਸਾਡੀ ਬੁੱਧੀ ਹੁਣ ਵੀ ਸਹੀ ਫੈਸਲੇ ਲੈਣ ਲੱਗ ਜਾਏਗੀ। ਹੁਣ ਤੱਕ ਅਸੀਂ ਇਮੋਸ਼ਨਲ ਬਲੈਕਮੇਲ ਹੁੰਦੇ ਰਹੇ, ਹੁਣ ਨਹੀਂ ਹੋਵਾਂਗੇ। ਫਿਰ ਹੁਣ ਤੱਕ ਅਸੀਂ ਕਰਮ ਕਾਂਡ ਕਰਦੇ ਰਹੇ ਹਾਂ, ਹੁਣ ਉਹਨਾਂ ਨੂੰ ਛੱਡ ਦਿਆਂਗੇ। ਜਦੋਂ ਗਲਤੀ ਦਾ ਪਤਾ ਲੱਗ ਜਾਏ ਛੱਡ ਦਿਓ। ਕਹਾਵਤ ਹੈ ਨਾ, ਜਬ ਜਾਗੇ ਤਭੀ ਸਵੇਰਾ। ਜਦੋਂ ਜਾਗ ਗਏ ਉਦੋਂ ਹੀ ਸਵੇਰਾ ਹੈ। ਜਦੋਂ ਸਿੱਧੇ ਰਾਹ ਵੱਲ ਪੈ ਗਏ ਉਦੋਂ ਹੀ ਮੰਜ਼ਿਲ ਵੱਲ ਤੁਰ ਜਾਓਗੇ। ਮੰਨ ਲਓ 100 ਕਿਲੋਮੀਟਰ ਤੁਸੀਂ ਗਲਤ ਚੱਲ ਗਏ ਹੋ, ਐਗਜ਼ਿਟ ਗਲਤ ਲੈ ਲਿਆ, ਤਾਂ ਯੂ ਟਰਨ ਲੈ ਲਓ। ਜਦੋਂ ਯੂ ਟਰਨ ਲਵੋਗੇ ਉਸੇ ਵੇਲੇ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦੋਗੇ ਨਾ। ਜੇ 50-60 ਸਾਲ ਬੀਤ ਗਏ ਗਲਤ ਜ਼ਿੰਦਗੀ ਜੀਂਦਿਆਂ, ਤੁਹਾਨੂੰ ਪ੍ਰੋਬਲਮ ਬੀਤ ਗਏ, ਹੁਣ ਯੂ ਟਰਨ ਲੈ ਲਓ, ਗੁਰੂ ਦੀ ਸਿੱਖਿਆ ਨੂੰ ਮੰਨ ਲਓ, ਇਹ ਚੀਜ਼ਾਂ ਹੁਣ ਵੀ ਆ ਜਾਣਗੀਆਂ। ਮੰਨੇ ਸਗਲ ਭਵਨ ਕੀ ਸੁਧ, ਸੁਧ ਦਾ ਮਤਲਬ ਸੂਝ, ਖਬਰ, ਗਿਆਨ। ਸਗਲ ਭਵਨ ਦਾ ਮਤਲਬ ਸਾਰੇ ਭਵਨ ਜਿੰਨੇ ਵੀ ਨੇ, ਪੂਰਾ ਸੰਸਾਰ। ਮੰਨੇ ਦਾ ਮਤਲਬ ਮਨਨ ਕਰਕੇ, ਜੇ ਮੰਨ ਲਿਆ ਜਾਏ, ਜੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਜਾਏ, ਜੇ ਯੂਨੀਵਰਸਲ ਟਰੁੱਥ ਨੂੰ ਆਪਣੇ ਮਨ ਵਿੱਚ ਵਸਾ ਲਿਆ ਜਾਏ, ਜੇ ਰੱਬੀ ਗੁਣਾਂ ਨੂੰ ਜੋ ਮੂਲ ਮੰਤਰ ਵਿੱਚ ਵਿਚਾਰੇ ਨੇ ਉਹਨਾਂ ਨੂੰ ਅਪਣਾ ਲਿਆ ਜਾਏ, ਜੇ ਇੱਕ ਗੁਰ ਕੀ ਸਿੱਖ ਸੁਣੀ ਨੂੰ ਅਸੀਂ ਮੰਨ ਲਵੀਏ, ਜੇ ਹੁਕਮ ਰਜ਼ਾਈ ਚਲਣਾ ਨੂੰ ਅਸੀਂ ਮੰਨ ਲਵੀਏ, ਤਾਂ ਮੰਨਣ ਦੇ ਨਾਲ ਕੀ ਹੋਏਗਾ? ਸਗਲ ਭਵਨ ਕੀ ਸੁਧ, ਸਾਰੇ ਸੰਸਾਰ ਦੀ ਸੂਝ ਆ ਜਾਏਗੀ। ਸਮਝ ਪੈ ਜਾਏਗੀ ਕਿ ਸੰਸਾਰ ਦੇ ਕਣ ਕਣ ਦੇ ਅੰਦਰ ਰੱਬ ਵਸ ਰਿਹਾ ਹੈ। ਹੁਣ ਅਸੀਂ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਨਹੀਂ ਨਾ ਜਾਂਦੇ, ਕਿਸੇ ਮੰਦਿਰ ਮਸੀਤ ਵਿੱਚ ਸ਼ਰਾਬ ਪੀ ਕੇ ਨਹੀਂ ਜਾਂਦੇ। ਕਿਉਂ? ਕਿਉਂਕਿ ਰੱਬ ਦਾ ਘਰ ਹੈ, ਨਹੀਂ ਜਾਣਾ ਚਾਹੀਦਾ। ਕਿਉਂਕਿ ਰੱਬ ਦਾ ਘਰ ਹੈ, ਰੱਬ ਦੇ ਘਰ ਵਿੱਚ ਅਸੀਂ ਸ਼ਰਾਬਾਂ ਨਹੀਂ ਪੀ ਸਕਦੇ, ਅਸੀਂ ਨਸ਼ੇ ਕਰਕੇ ਨਹੀਂ ਜਾ ਸਕਦੇ। ਤੇ ਜੇ ਗੁਰੂ ਦੀ ਸਿੱਖਿਆ ਨੂੰ ਮੰਨ ਲਿਆ ਜਾਏ, ਇਹ ਸਾਰਾ ਸੰਸਾਰ ਯਾਰ ਰੱਬ ਦਾ ਘਰ ਹੈ, ਇਹ ਜਗ ਸੱਚੇ ਕੀ ਹੈ ਕੋਠੜੀ, ਤੇ ਫਿਰ ਜਿੱਥੇ ਸ਼ਰਾਬ ਪੀਂਦੇ ਹੋ ਰੱਬ ਤੇ ਉੱਥੇ ਵੀ ਹੈ, ਰੱਬ ਦਾ ਘਰ ਹੀ ਹੈ ਨਾ ਸਾਰਾ ਸੰਸਾਰ। ਹੁਣ ਮੈਂ ਆਪਣੇ ਘਰ ਵਿੱਚ ਸ਼ਰਾਬ ਪੀ ਰਿਹਾ ਤੇ ਮੈਂ ਇਹਦਾ ਮਤਲਬ ਕਿ ਉਹਨੂੰ ਆਪਣੇ ਘਰ ਨੂੰ ਕੌਡੇ ਰਾਖਸ਼ਸ ਦਾ ਘਰ ਸਮਝ ਰਿਹਾ ਹਾਂ, ਉਹ ਵੀ ਰੱਬ ਦਾ ਹੀ ਹੈ। ਰੱਬ ਕਿੱਥੇ ਨਹੀਂ। ਹੁਣ ਮੈਂ ਲੜ ਰਿਹਾ ਹਾਂ ਤੁਹਾਡੇ ਨਾਲ, ਪਰ ਰੱਬ ਤੇ ਤੁਹਾਡੇ ਵਿੱਚ ਹੀ, ਇਹਦਾ ਮਤਲਬ ਮੈਂ ਰੱਬ ਨਾਲ ਹੀ ਲੜ ਰਿਹਾ ਨਾ। ਮੈਂ ਰਿਸ਼ਵਤ ਲੈ ਰਿਹਾ ਤੇ ਕਿਹਦੇ ਤੋਂ ਲੈ ਰਿਹਾ? ਨਾਲੇ ਮੈਂ ਕਹਿ ਰਿਹਾ ਘੱਟ ਘੱਟ ਮੈਂ ਹਰ ਜੂ ਬਸੈ। ਸੂਝ ਆ ਜਾਏਗੀ, ਸਮਝ ਆ ਜਾਏਗੀ ਕਿ ਜਗਤ ਦੇ ਕਣ ਕਣ ਦੇ ਅੰਦਰ ਰੱਬ ਸਮਾਇਆ ਹੋਇਆ ਹੈ, ਉਹ ਕਿਤੇ ਬਾਹਰ ਨਹੀਂ। ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ। ਜੰਗਲ ਕਿਆ ਢੂੰਡੇ, ਕਿਉਂ ਜੰਗਲਾਂ ਵਿੱਚ ਜਾਣਾ, ਕਿਉਂ ਗ੍ਰਸਤ ਨੂੰ ਛੱਡਣਾ, ਕਿਉਂ ਬਾਬੇ ਬੰਨਾ, ਭੁਰਿਆਂ ਦੇ ਵਿੱਚ ਵੜਨਾ, ਪਹਾੜਾਂ ਤੇ ਚੜ ਜਾਣਾ, ਕਿਉਂ ਅੱਗ ਦੇ ਵਿੱਚ ਸੜਾਂ। ਸਮਝ ਆ ਜਾਏਗੀ ਨਾ ਕਿ ਉਹ ਤੇ ਸਾਰੇ ਭਵਨਾਂ ਵਿੱਚ ਹੈ, ਉਹ ਤੇ ਹਰ ਥਾਂ ਤੇ ਹੈ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਸਮਝ ਆ ਜਾਏਗੀ ਸਭੈ ਘਟ ਰਾਮ ਬੋਲੇ। ਮਨ ਭਵਨ ਕੀ ਸੁਧ, ਸਮਝ ਆ ਜਾਏ ਕਿ ਸਾਰਾ ਸੰਸਾਰ ਕੁਦਰਤ ਦੇ ਨੇਮਾਂ ਅੰਦਰ ਚੱਲ ਰਿਹਾ ਹੈ, ਲਾ ਆਫ ਨੇਚਰ ਮੁਤਾਬਕ ਚੱਲ ਰਿਹਾ ਹੈ, ਇਹਨੂੰ ਕੋਈ ਸ਼ਿਵ ਬ੍ਰਹਮਾ ਨਹੀਂ ਚਲਾ ਰਿਹਾ। ਸਮਝ ਪੈ ਜਾਏਗੀ, ਸਮਝ ਪੈ ਜਾਏਗੀ ਕਿ ਇੱਕੋ ਹੀ ਹੈ ਕਰਤਾ, ਇੱਕੋ ਹੀ ਹੈ ਪਾਲਨਹਾਰ, ਇੱਕੋ ਹੀ ਸਮਾਇਆ ਹੋਇਆ ਹੈ, ਇੱਕੋ ਹੀ ਫੈਲਿਆ ਹੋਇਆ ਹੈ, ਇੱਕ ਦਾ ਹੀ ਪ੍ਰਸਾਰ ਹੈ, ਕੋਈ ਬੇਗਾਨਾ ਨਹੀਂ ਹੈ, ਸਾਰੇ ਆਪਣੇ ਨੇ, ਸਾਰਿਆਂ ਵਿੱਚ ਮੇਰਾ ਆਪਣਾ ਆਪਾ ਹੈ। ਇਹ ਖੋਲ ਟੁੱਟ ਜਾਣਗੇ ਕਾਮ ਕ੍ਰੋਧ ਦੇ, ਲੋਭ ਦੇ, ਈਰਖਾ ਦਵੇਸ਼ ਦੇ, ਮੇਰ ਤੇਰ ਦੇ ਵਿਤਕਰੇ ਟੁੱਟ ਜਾਣਗੇ, ਖਤਮ ਹੋ ਜਾਣਗੇ। ਜੋ ਕੂੜ ਦੀ ਦੀਵਾਰ ਹੈ ਟੁੱਟ ਜਾਏਗੀ, ਰੱਬ ਦਾ ਮਿਲਾਪ ਹੋ ਜਾਏਗਾ, ਰੱਬ ਵਰਗੇ ਹੋ ਜਾਓਗੇ। ਮੇਰ ਤੇਰ ਦੇ ਵਿਤਕਰੇ ਖਤਮ ਹੋ ਜਾਣਗੇ, ਜਾਤੀਵਾਦ ਮਿਟ ਜਾਏਗਾ, ਇਲਾਕਾਵਾਦ ਖਤਮ ਹੋ ਜਾਏਗਾ, ਭਾਈ ਭਤੀਜਾਵਾਦ ਖਤਮ ਹੋ ਜਾਏਗਾ। ਹਰ ਇੱਕ ਦੀ ਇੱਜ਼ਤ ਆਪਣੀ ਇੱਜ਼ਤ ਜਾਪੇਗੀ, ਹਰ ਇੱਕ ਦੀਆਂ ਭਾਵਨਾਵਾਂ ਦਾ, ਚੰਗੀਆਂ ਦਾ ਬੰਦਾ ਸਤਿਕਾਰ ਕਰੇਗਾ। ਇਹਨੂੰ ਕਹਿੰਦੇ ਨੇ ਸਗਲ ਭਵਨ ਕੀ ਸੁਧ। ਦੇਖੋ ਸਗਲ ਭਵਨ ਕੀ ਸੁਧ ਕੀ ਹੈ, ਤੁਸੀਂ ਕੀ ਚਾਹੁੰਦੇ ਹੋ, ਮੈਂ ਕੀ ਚਾਹੁੰਦਾ? ਮੈਂ ਚਾਹੁੰਦਾ ਨਾ ਕਿ ਮੈਨੂੰ ਇੱਜ਼ਤ ਮਿਲੇ, ਮੈਨੂੰ ਸੁੱਖ ਮਿਲੇ, ਪਿਆਰ ਮਿਲੇ, ਤੇ ਮੈਂ ਮੁਕਤ ਹੋਵਾਂ, ਮੈਂ ਕਿਸੇ ਦਾ ਗੁਲਾਮ ਨਾ ਹੋਵਾਂ। ਇਹ ਮੇਰੀਆਂ ਭਾਵਨਾਵਾਂ ਨੇ। ਤੇ ਤੁਹਾਡੀਆਂ ਭਾਵਨਾਵਾਂ ਕਿਹੜੀਆਂ ਨੇ? ਤੁਹਾਡੀਆਂ ਵੀ ਤੇ ਭਾਵਨਾਵਾਂ ਇਹੀ ਨੇ ਨਾ ਕਿ ਸਾਨੂੰ ਸੁੱਖ ਮਿਲੇ, ਪਿਆਰ ਮਿਲੇ, ਇੱਜ਼ਤ ਮਿਲੇ, ਅਸੀਂ ਮੁਕਤ ਹੋਈਏ। ਕਿਸੇ ਦੀ ਇਹ ਭਾਵਨਾ ਨਾ ਹੋਏ, ਹੱਥ ਖੜਾ ਕਰੋਗੇ? ਨਹੀਂ ਨਾ। ਜਿਨ੍ਹਾਂ ਦੀਆਂ ਇਹ ਭਾਵਨਾਵਾਂ ਨੇ ਥੋੜਾ ਹੱਥ ਖੜਾ ਕਰਕੇ ਦਿਖਾਓ।
ਸਾਰਿਆਂ ਦੀਆਂ ਨੇ ਭਾਵਨਾਵਾਂ, ਤੇ ਭਾਵਨਾਵਾਂ ਤੇ ਸਾਂਝੀਆਂ ਨੇ। ਇਸੇ ਨੂੰ ਕਹਿੰਦੇ ਨੇ ਸਗਲ ਭਵਨ ਕੀ ਸੁੱਧ, ਕਿ ਜਿਹੜੀਆਂ ਮੇਰੀਆਂ ਭਾਵਨਾਵਾਂ ਨੇ ਉਹ ਹੀ ਦੂਜਿਆਂ ਦੀਆਂ ਨੇ। ਇਸ ਲਈ ਫਿਰ ਮੈਂ ਵਿਹਾਰ ਤੁਹਾਡੇ ਨਾਲ ਕਰਾਂਗਾ ਨਾ, ਉਹ ਵਿਹਾਰ ਜੋ ਮੈਂ ਆਪਣੇ ਵਾਸਤੇ ਚਾਹਨਾ। ਮੈਂ ਤੁਹਾਡੇ ਨਾਲ ਉਹ ਬੋਲਾਂਗਾ ਜੋ ਬੋਲ ਮੈਂ ਆਪਣੇ ਵਾਸਤੇ ਚਾਹੁੰਦਾ ਹਾਂ। ਇਹਨੂੰ ਕਹਿੰਦੇ ਨੇ ਸਗਲ ਭਵਨ ਕੀ ਸੁੱਧ। ਉਹਨੂੰ ਸਮਝ ਆ ਜਾਏਗੀ ਕਿ ਸਾਰਾ ਸੰਸਾਰ ਰੱਬੀ ਭਾਣੇ ਵਿੱਚ ਚੱਲ ਰਿਹਾ ਹੈ, ਲਾ ਆਫ ਨੇਚਰ ਮੁਤਾਬਕ ਚੱਲ ਰਿਹਾ ਹੈ। ਮੈਂ ਵੀ ਇਸ ਲਾ ਆਫ ਨੇਚਰ ਮੁਤਾਬਕ ਜ਼ਿੰਦਗੀ ਜੀ ਰਿਹਾ। ਮੇਰਾ ਵੀ ਸਰੀਰ ਪੰਜਾਂ ਤੱਤਾਂ ਤੋਂ ਹੈ, ਦੂਜਿਆਂ ਦਾ ਸਰੀਰ ਵੀ ਪੰਜਾਂ ਤੱਤਾਂ ਤੋਂ ਹੈ। ਮੇਰੇ ਅੰਦਰ ਵੀ ਪ੍ਰਭੂ ਦੀ ਸੱਤਿਆ ਹੈ, ਦੂਜਿਆਂ ਵਿੱਚ ਵੀ ਪ੍ਰਭੂ ਦੀ ਸੱਤਿਆ ਹੈ। ਤਾਂ ਫਿਰ ਫਰਕ ਕਾਹਦਾ ਹੈ? ਅਗਲੇ ਬਚਨ ਕਰਦੇ ਨੇ, ਮੰਨੈ ਮੂੰਹ ਚੋਟਾ ਨਾ ਖਾਏ। ਇਹਨੂੰ ਮੂੰਹੇ ਨਹੀਂ ਪੜਨਾ, ਸ਼ਬਦ ਹੈ ਮੂੰਹ। ਇੱਥੇ ਸਿਹਾਰੀ ਤਾਂ ਲੱਗੀ ਹੈ, ਸਿਹਾਰੀ ਲੱਗਣ ਨਾਲ ਇਹਦਾ ਅਰਥ ਬਣ ਗਿਆ ਹੈ ਮੂੰਹ ਤੇ, ਮੂੰਹ ਉੱਤੇ। ਮੰਨੇ ਮੂੰਹ ਚੋਟਾ ਨਾ ਖਾਏ, ਇਹਨੂੰ ਚੋਟਾ ਨਹੀਂ ਪੜਨਾ, ਕਿਉਂਕਿ ਚੋਟ ਦੇ ਟੈਂਕੇ ਨਾਲ ਕੰਨਾ ਲਗਾ ਕੇ ਬਹੁਵਚਨੀ ਬਣਾਇਆ ਹੈ। ਤੇ ਮੈਂ ਤੁਹਾਨੂੰ ਇੱਕ ਨੇਮ ਭੇਜਿਆ ਸੀ ਗਰੁੱਪ ਦੇ ਅੰਦਰ, ਕਿ ਜਦੋਂ ਅਸੀਂ ਕਿਸੇ ਸ਼ਬਦ ਨੂੰ ਕੰਨਾ ਲਗਾ ਕੇ ਬਹੁਵਚਨੀ ਬਣਾਉਂਦੇ ਹਾਂ ਤਾਂ ਉਹਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਲਗਾ ਕੇ ਚੋਟਾਂ। ਮੰਨੈ ਇੱਥੇ ਰੁਕਣਾ ਹੈ, ਮੂੰਹ ਚੋਟਾ ਨਾ ਖਾਏ। ਜੋ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ, ਮਨਨ ਕਰਕੇ, ਗੁਰੂ ਦੀ ਸਿੱਖਿਆ ਨੂੰ ਮਨਨ ਕਰਕੇ, ਮਨਨ ਨਾਲ, ਉਹਦੇ ਤੇ ਅਮਲ ਕਰਨ ਨਾਲ ਮੂੰਹ ਚੋਟਾ ਨਾ ਖਾਏ। ਬੰਦਾ ਮੂੰਹ ਤੇ ਚੋਟਾ ਨਹੀਂ ਖਾਂਦਾ। ਹੁਣ ਚੋਟਾਂ ਖਾਣ ਦਾ ਇਹ ਨਹੀਂ ਕਿ ਚੋਟਾਂ ਤੇ ਅਸੀਂ ਵੈਸੇ ਵੀ ਨਹੀਂ ਖਾਂਦੇ, ਸਾਡੇ ਮੂੰਹ ਤੇ ਕਿਹੜਾ ਕੋਈ ਪੱਥਰ ਮਾਰਦਾ। ਮੂੰਹ ਚੋਟਾ ਨਾ ਖਾਏ ਦਾ ਮਤਲਬ ਹੈਗਾ ਕਿ ਉਹਦੀ ਨਮੋਸ਼ੀ ਨਹੀਂ ਹੁੰਦੀ, ਉਹਨੂੰ ਬੇਇੱਜ਼ਤੀ ਦਾ ਮੂੰਹ ਨਹੀਂ ਵੇਖਣਾ ਪੈਂਦਾ, ਉਹਦੀ ਥਾਂ ਥਾਂ ਤੇ ਲੋਕ ਮਿੱਟੀ ਪਲੀਤ ਨਹੀਂ ਕਰਦੇ, ਉਹਨੂੰ ਇਹ ਨਹੀਂ ਸੁਣਨਾ ਪੈਂਦਾ ਵੀ ਤੂੰ ਆ ਕੰਮ ਗਲਤ ਕੀਤਾ ਹੈ। ਅਸੀਂ ਕਈ ਵਾਰ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਆ ਨਾ ਵੀ ਹੁਣ ਦਾੜੀ ਦੀ ਤੇ ਸ਼ਰਮ ਕਰ, ਹੁਣ ਤੇ ਤੈਨੂੰ ਦਾੜੀ ਆ ਗਈ। ਹੁਣ ਇਹਨੂੰ ਕਹਿੰਦੇ ਨੇ ਚੋਟਾ ਨਾ ਖਾਏ। ਜਦੋਂ ਕੋਈ ਬਜ਼ੁਰਗ ਸਾਡੇ ਵਰਗਾ ਕੰਮ ਮਾੜਾ ਕਰੇ ਤੇ ਫਿਰ ਅਸੀਂ ਕਹਿੰਦੇ ਨਾ ਬਾਪੂ ਦਾੜੀ ਦੀ ਤੇ ਸ਼ਰਮ ਕਰ, ਹੁਣ ਤੇ ਦਾੜੀ ਵੀ ਚਿੱਟੀ ਹੋ। ਇਹਨੂੰ ਕਹਿੰਦੇ ਨੇ ਮੂੰਹ ਚੋਟਾ ਨਾ ਖਾਏ। ਜਾਂ ਪੜ੍ਹਿਆ ਲਿਖਿਆ ਹੋਵੇ ਤਾਂ ਉਹਨੂੰ ਕਹਿੰਦੇ ਯਾਰ ਤੂੰ ਪੜ੍ਹਾਈ ਦੀ ਤੇ ਆਪਣੇ ਸ਼ਰਮ ਕਰ, ਥੋੜਾ ਤੂੰ ਪੜ੍ਹਿਆ ਹੈ, ਡਿਗਰੀ ਵਾਲਾ ਹੈ, ਡਿਗਰੀ ਹੋਲਡਰ ਹੈ, ਤੂੰ ਤੇ ਸ਼ਰਮ ਕਰ। ਤੂੰ ਯਾਰ ਇਸ ਕੁਰਸੀ ਤੇ ਬੈਠਾ ਰਿਸ਼ਵਤ ਲੈ ਰਿਹਾ ਗਰੀਬ ਬੰਦੇ ਤੋਂ, ਤੇਰੀ 80,000 ਤਨਖਾਹ ਹੈ, ਇਹ 250 ਰੁਪਇਆ ਦਿਹਾੜੀ ਲੈਣ ਵਾਲਾ, ਇਹਦੇ ਤੋਂ ਤੂੰ ਰਿਸ਼ਵਤ ਲੈ ਰਿਹਾ, ਸ਼ਰਮ ਕਰ। ਇਹਨੂੰ ਕਹਿੰਦੇ ਨੇ ਮੰਨੇ ਮੂੰਹ ਚੋਟਾ ਨਾ ਖਾਏ, ਯਾਨੀ ਨਮੋਸ਼ੀ ਦਾ ਮੂੰਹ ਨਹੀਂ ਵੇਖਣਾ ਪਵੇਗਾ, ਕਿਉਂਕਿ ਮਾੜਾ ਕੰਮ ਹੀ ਨਹੀਂ ਕਰਨਾ। ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨੇਗਾ, ਉਹਦੀ ਜ਼ਿੰਦਗੀ ਦੇ ਅੰਦਰ ਚੰਗੇ ਕਰਮ ਨੇ, ਤੇ ਉਹਨੂੰ ਨਮੋਸ਼ੀ ਦਾ ਮੂੰਹ ਨਹੀਂ ਵੇਖਣਾ ਪਵੇਗਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਕੁੜੀਏ ਤੂੰ ਸਿਆਣੀ ਬਣ, ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਫਲਾਂ ਘਰ ਦੀ ਨੂੰਹ ਹੈ ਤੇ ਉਹਨੇ ਜੀਆਂ ਨੂੰ ਵੱਖੋ ਵੱਖਰਾ ਕਰ ਦਿੱਤਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਫਲਾਣੀ ਸੱਸ ਨੇ ਆਪਣੀ ਨੂੰਹ ਨੂੰ ਘਰੋਂ ਕੱਢ ਦਿੱਤਾ। ਉਹਨੂੰ ਇਹ ਨਹੀਂ ਸੁਣਨਾ ਪਵੇਗਾ ਕਿ ਇਹ ਪੁੱਤਰ ਹੈ ਤੇ ਇਹਨੇ ਪਿਓ ਨੂੰ ਘਰੋਂ ਕੱਢਿਆ ਜਾਂ ਪਿਓ ਨੇ ਬੇਦਖਲ ਕੀਤਾ ਹੈ। ਇਹ ਨਮੋਸ਼ੀ ਨਹੀਂ ਵੇਖਣੀ ਪਵੇਗੀ। ਉਹ ਹਰ ਇੱਕ ਦੀ ਧੀ ਭੈਣ ਨੂੰ ਧੀ ਭੈਣ ਸਮਝੇਗਾ, ਤਾਂ ਉਹਨੂੰ ਨਮੋਸ਼ੀ ਨਹੀਂ ਵੇਖਣੀ ਪਵੇਗੀ। ਉਹਦਾ ਮੂੰਹ ਕਾਲਾ ਨਹੀਂ ਹੋਏਗਾ, ਉਹਦੇ ਮੂੰਹ ਤੇ ਥੁੱਕਾਂ ਨਹੀਂ ਪੈਣਗੀਆਂ। ਮਨਨ ਕਰਨ ਕਰਕੇ ਇੱਜ਼ਤ ਮਿਲੇਗੀ। ਜਿਹ ਜਾਈਏ ਤਹਾਂ ਸੁਹੇਲੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਤਾਂ ਇਹਦਾ ਮਤਲਬ ਸਾਨੂੰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਇੰਨਾ ਮਹਾਨ ਬਣਾ ਰਹੀ ਹੈ। ਹੁਕਮ ਰਜ਼ਾਈ ਚੱਲਣ ਦੀ ਗੱਲ ਇਸ ਕਰਕੇ ਕੀਤੀ ਜਾ ਰਹੀ ਹੈ। ਗੁਰੂ ਦੀ ਸਿੱਖਿਆ ਨੂੰ ਮੰਨਣ ਦੇ ਨਾਲ ਇਹ ਮਹਾਨਤਾ ਮਿਲੇਗੀ। ਤੇ ਮਿਲੇਗੀ ਕਿਹਨੂੰ? ਜਿਹੜਾ ਵੀ ਮੰਨੇਗਾ। ਮੈਂ ਮੰਨ ਲਾਂਗਾ, ਮੈਨੂੰ ਮਿਲ ਜਾਏਗੀ, ਤੁਸੀਂ ਮੰਨੋਗੇ, ਤੁਹਾਨੂੰ ਮਿਲ ਜਾਏਗੀ। ਕੋਈ ਵੀ ਮੰਨ ਲਵੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲਾ, ਗੋਰਾ, ਅਮੀਰ, ਗਰੀਬ, ਪੜ੍ਹਿਆ, ਅਨਪੜ੍ਹ, ਇਸਤਰੀ, ਪੁਰਸ਼, ਬੱਚੀ, ਬੱਚਾ, ਜਵਾਨ, ਰਾਜਾ, ਪ੍ਰਜਾ, ਕੋਈ ਵੀ ਮੰਨ ਲਵੇ, ਜਿਹੜਾ ਵੀ ਮੰਨੇਗਾ, ਮੰਨਣ ਵਾਲੇ ਨੂੰ ਮਿਲੇਗੀ। ਤਾਂ ਦੇਖੋ ਕਿੰਨਾ ਸੌਖਾ ਕੰਮ ਹੈ। ਹੁਣ ਇਸ ਪੌੜੀ ਵਿੱਚ ਹੈ ਕਿਤੇ ਵੀ ਮਾਲਾ ਫੇਰਨ ਵਾਲੇ ਨੂੰ ਵਡਿਆਈ ਮਿਲੇਗੀ, ਸਮਾਧੀ ਲਾਉਣ ਵਾਲੇ ਨੂੰ ਵਡਿਆਈ ਮਿਲੇਗੀ, ਦਸਮ ਦੁਆਰ ਚ ਪ੍ਰਾਣ ਚੜਾਓਗੇ ਤਾਂ ਮਿਲੇਗੀ। ਹੈ ਕਿਤੇ ਇੱਕ ਵੀ ਸ਼ਬਦ ਨਹੀਂ ਇਹੋ ਜਿਹਾ। ਤਾਂ ਗੁਰੂ ਦੀ ਸਿੱਖਿਆ ਨੂੰ ਮੰਨ ਲੈਣਾ, ਰੱਬ ਦੀ ਰਜ਼ਾ ਦੇ ਵਿੱਚ ਤੁਰਨਾ, ਚੰਗੇ ਕਰਮ ਕਰਨੇ। ਜਿਹੜਾ ਵੀ ਬੰਦਾ ਇਹਨੂੰ ਮੰਨੇਗਾ, ਉਹਨੂੰ ਨਮੋਸ਼ੀ ਨਹੀਂ ਵੇਖਣੀ ਪਵੇਗੀ। ਮੰਨੇ ਜਮ ਕੇ ਸਾਥ ਨਾ ਜਾਏ। ਉਹ ਜਮਾਂ ਦੇ ਨਾਲ ਨਹੀਂ ਜਾਏ, ਜਮਾਂ ਦੇ ਵਸ ਵਿੱਚ ਨਹੀਂ ਪਵੇਗਾ ਮੰਨਣ ਕਰਕੇ। ਹੁਣ ਜਮ ਕਿਹੜੇ ਨੇ? ਇੱਕ ਤੇ ਜਮ ਉਹ ਨੇ ਨਾ ਜਿਹੜਾ ਲੋਕ ਮੰਨਦੇ ਨੇ ਵੀ ਝੋਟੇ ਤੇ ਚੜ ਕੇ ਆਉਂਦਾ ਜਮ ਲੈਣ ਵਾਸਤੇ, ਮੌਤ ਦਾ ਫਰਿਸ਼ਤਾ। ਤੋਂ ਪਿੱਛੇ ਜੇ ਇੱਕ WhatsApp ਤੇ ਚੁਟਕਲਾ ਫਿਰਦਾ ਸੀ ਪਿਆ,
वो कहन लगा भी इन्ने चंगे काम करो, इन्ने चंगे काम कि जे झोटे दे उत्ते जम लैण वास्ते आवे ना ते तुहाडी चंगियाई वेख के आखे यार तू झोटे ते बह के चल ते मैं पैदल आ जाना। इन्ने चंगे काम करो। ਇੱਥੇ ਉਸ ਜੰਮ ਦੀ ਗੱਲ ਨਹੀਂ ਹੈ। ਜੰਮ ਕਿਹੜੇ ਨੇ? ਜਿਹੜੇ ਸਾਡੇ ਨਾਲ ਜਿਨ੍ਹਾਂ ਦੇ ਵਸ ਵਿੱਚ ਅਸੀਂ ਹਰ ਵੇਲੇ ਪਏ ਹੋਏ ਹਾਂ। ਕਾਮ, ਕ੍ਰੋਧ, ਲੋਭ, ਈਰਖਾ, ਚੁਗਲੀ, ਦਾਜ ਦਹੇਜ, ਜਾਤੀਵਾਦ, 2 ਨੰਬਰ ਦੇ ਧੰਦੇ, ਚੋਰੀਆਂ, ਬੇਈਮਾਨੀਆਂ, ਵੈਰ ਵਿਰੋਧ, ਹੰਕਾਰ, ਅਸੀਂ ਐਵੇਂ ਫੂੰ ਕਰਦੇ ਫਿਰਦੇ ਹਾਂ। ਬੰਦਿਆਂ ਵਾਂਗੂ ਰਹਿ ਲਓ, ਆਰਾਮ ਦੇ ਨਾਲ ਰਹਿ ਲਓ, ਰਿਲੈਕਸ ਕਰ ਲਓ ਸਰੀਰ ਨੂੰ। ਕਿਉਂ ਇੰਝ ਕਰਕੇ ਅੱਖਾਂ ਖਿੱਚ ਕੇ ਬੈਠੇ ਹੋ? क्यों हर टाइम ड्राइविंग कर रहे हो, इंज कर रहे हो? रिलैक्स हो जाओ, थोड़ा मुस्कुरा लो, आराम नाल जिंदगी जी लो, ईर्खा दे विच ना पवो। तो गुरु जी कहंदे ने मन्ने जम के साथ ना जाए। गुरु दी सिੱਖਿਆ ਨੂੰ मनन करके विकारां दे वस विच कोई नहीं पैंदा। जम दा मतलब विकार, पाप, अपराध, ईर्खा, द्वेष, पराई तात, पराई बुराई, इन्हां जमां दे वस विच नहीं पैंदा। बंदा आत्मक मौते नहीं मरदा। ऐसा नाम निरंजन होए, माया दी मैल तो रहत हुक्म। नाम दा मतलब हुक्म, सिस्टम ऐसा है जिहड़ा तुहानू माया दी मैल तो रहत करेगा। कमल वर्गा, निर्लेपता, सुंदरता, कोमलता, शुद्धता, शुभ गुणां दी सुगंध, मिठी बाणी दा मिठास, ये सारियां चीज़ां मिल जाणगियां जेकर मन लोगे। देखो जिंदगी कितनी सौखी हो जाएगी। बोलों विच मिठास आ जाएगी, बोलों विच पॉजिटिविटी आ जाएगी, गुणां दी सुगंध हो जाएगी, जीवन विच रस पैदा हो जाएगा, विकारां वल्लों निर्लेपता हो जाएगी, महान हो जावांगे। जे को मन जाने मन कोई, पर मिलेगा ओनू जेड़ा मनन करना जानदा है, जो मन विच मन लैंदा है, मन करके मन लैंदा है। ਇਹ ਹੈ ਮਹਾਨਤਾ ਗੁਰੂ ਦੀ ਸਿੱਖਿਆ ਦੀ, ਗੁਰੂ ਦੀ ਫਿਲਾਸਫੀ ਦੀ, ਗੁਰੂ ਦੀ ਵਿਚਾਰਧਾਰਾ ਦੀ। ਇਹ ਮਹਾਨਤਾ ਹੈ ਰੱਬ ਦੇ ਹੁਕਮ ਦੀ, ਹੁਕਮ ਰਜ਼ਾਈ ਚੱਲਣਾ, ਲਾ ਆਫ ਨੇਚਰ, ਰੱਬੀ ਗੁਣਾ ਅਨੁਸਾਰ ਜ਼ਿੰਦਗੀ ਜੀਣੀ। ਜਿਹੜਾ ਵੀ ਮੰਨੇਗਾ ਇੰਨਾ ਮਹਾਨ ਹੋ ਜਾਏਗਾ। ਤਾਂ ਹੁਣ ਦੇਖੋ ਫਿਰ ਅਸੀਂ ਕਹਿੰਦੇ ਆ ਕਿ ਫਲਾਂ ਬੰਦਾ ਕਿਸਮਤ ਵਾਲਾ ਹੈ। ਹੁਣ ਚੰਗੀ ਕਿਸਮਤ ਦੀ ਨਿਸ਼ਾਨੀ ਕੀ? ਜਿਹੜਾ ਇਹਨਾਂ ਗੁਣਾਂ ਨੂੰ ਅਪਣਾ ਲਵੇਗਾ, ਚੰਗੀ ਕਿਸਮਤ ਵਾਲਾ। ਜਿਹੜਾ ਇਹਨਾਂ ਗੁਣਾਂ ਨੂੰ ਨਹੀਂ ਅਪਣਾਏਗਾ, ਮਾੜੀ ਕਿਸਮਤ ਵਾਲਾ। ਜਿਹੜਾ ਇਹਨਾਂ ਗੁਣਾਂ ਨੂੰ ਮੰਨ ਲਵੇਗਾ ਉਹ ਏਡਾ ਮਹਾਨ ਹੋ ਜਾਏਗਾ, ਰੱਬ ਵਰਗਾ। ਤੇ ਜਿਹੜਾ ਨਹੀਂ ਮੰਨੇਗਾ ਉਹ ਨਰਕ ਦਾ ਵਾਸੀ ਹੋ ਜਾਏਗਾ। ਨਰਕ ਦਾ ਮਤਲਬ ਦੁੱਖਾਂ ਵਿੱਚ ਪੈ ਜਾਏਗਾ, ਵਿਕਾਰਾਂ ਵਿੱਚ ਪੈ ਜਾਏਗਾ। ਤੇ ਫੈਸਲਾ ਕਿਹਦਾ ਹੈ? ਫੈਸਲਾ ਕਿਹਦਾ ਹੈ ਜੀ? ਸਾਡਾ। ਕੀ ਚਾਹੁੰਦੇ ਹੋ? ਮਹਾਨ ਹੋਣਾ ਜਾਂ ਕਿ ਗਰਤ ਦੇ ਵਿੱਚ ਰਹਿਣਾ? ਚਿੱਕੜ ਦੇ ਡੱਡੂ ਬਣਨਾ ਚਾਹੁੰਦੇ ਹੋ ਜਾਂ ਇਹ ਕਮਲ ਦਾ ਰਸ ਲੈਣ ਵਾਲਾ ਭੰਵਰਾ ਬਣਨਾ ਚਾਹੁੰਦੇ ਹੋ? ਇਹ ਫੈਸਲਾ ਸਾਡਾ ਹੈ। ਮੈਂ ਡੱਡੂ ਬਣਨਾ ਚਾਹੁੰਦਾ ਕਿ ਭੰਵਰਾ ਬਣਨਾ ਚਾਹੁੰਦਾ, ਫੈਸਲਾ ਮੇਰਾ ਹੈ। ਜੇ ਅਸੀਂ ਮਹਾਨ ਹੋਣਾ ਚਾਹੁੰਦੇ ਹਾਂ, ਸੁਖੀ ਹੋਣਾ ਚਾਹੁੰਦੇ ਹਾਂ, ਪਰਿਵਾਰਾਂ ਨੂੰ ਸੁਖੀ ਵੇਖਣਾ ਚਾਹੁੰਦੇ ਹਾਂ, ਸੰਸਾਰ ਸਮਾਜ ਨੂੰ ਬੇਗਮਪੁਰਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਇਹਨਾਂ ਗੁਣਾਂ ਦੇ ਧਾਰਨੀ ਹੋ ਜਾਣਾ ਚਾਹੀਦਾ। ਸੌਖਾ ਕੰਮ ਹੈ। ਤੇ ਜੇ ਭਾਈ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਹੈ, ਕਿਸੇ ਨੇ ਪਰਿਵਾਰ ਦਾ ਉਜਾੜਾ ਕਰਨਾ ਹੈ, ਇੱਥੇ ਦੁੱਖਾਂ ਦਾ ਮਾਹੌਲ ਸਿਰਜਣਾ ਹੈ, ਤੇ ਉਹ ਤੇ ਅਸੀਂ ਸਿਰਜਿਆ ਹੀ ਹੋਇਆ। ਤਾਂ ਗੁਰੂ ਜੀ ਦੀ ਇਹ ਜਿਹੜੀ ਬਾਣੀ ਹੈ, ਗੁਰੂ ਜੀ ਦੀ ਇਹ ਸਿੱਖਿਆ ਹੈ, ਵਿਸ਼ਵ ਦੇ ਅੰਦਰ ਸ਼ਾਂਤੀ ਲਿਆ ਸਕਦੀ ਹੈ। ਇਹਨਾਂ ਗੱਲਾਂ ਦੇ ਉੱਤੇ ਜੇਕਰ ਹਰ ਬੰਦਾ ਅਮਲ ਕਰੇ ਤਾਂ ਇਹ ਸੰਸਾਰ ਇੱਕ ਸੁਹਾਵਣਾ ਬਾਗ ਹੋ ਸਕਦਾ ਹੈ। ਸਾਡੇ ਪਰਿਵਾਰ ਸਵਰਗ ਹੋ ਸਕਦੇ ਨੇ, ਬੈਕੁੰਠ ਹੋ ਸਕਦੇ ਨੇ, ਅਸੀਂ ਰੱਬ ਵਰਗਾ ਹੋ ਕੇ ਜੀ ਸਕਦੇ ਹਾਂ। ਤੇ ਇਹ ਪੋਸੀਬਿਲਿਟੀ ਹਰ ਇਨਸਾਨ ਅੰਦਰ ਹੈ। ਜਿੰਨੇ ਵੀ ਅਸੀਂ ਕਲਾਸ ਦੇ ਵਿੱਚ ਵੀਰ ਭੈਣਾਂ ਜੁੜੇ ਆ, ਸਾਡੇ ਸਾਰਿਆਂ ਦੇ ਅੰਦਰ ਇਹ ਪੋਸੀਬਿਲਿਟੀ ਹੈ। ਕੋਈ ਇੱਕ ਵੀ ਐਸਾ ਨਹੀਂ ਜਿਹਦੇ ਵਿੱਚ ਇਹ ਸਮਰੱਥਾ ਨਾ ਹੋਵੇ। ਹਰ ਇੱਕ ਦੇ ਅੰਦਰ ਸਮਰੱਥਾ ਹੈ। ਤਾਂ ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਇਸ ਐਂਗਲ ਤੋਂ ਵਿਚਾਰੀਏ ਤੇ ਨਾਲ ਆਪਣਾ ਅਧਿਐਨ ਕਰੀਏ, ਸੈਲਫ ਐਨਾਲਿਸਿਸ ਕਰੀਏ ਕਿ ਸਾਨੂੰ ਕਿਸ ਸੁਧਾਰ ਦੀ ਲੋੜ ਹੈ, ਕਿਹੜੀਆਂ ਕਮੀਆਂ ਔਰ ਦੋਸ਼ ਨੇ, ਉਹਨਾਂ ਨੂੰ ਦੂਰ ਕਰੀਏ। ਜਿਹੜੇ ਗੁਣਾਂ ਦੀ ਕਮੀ ਸਾਡੇ ਵਿੱਚ ਉਹਨਾਂ ਦੇ ਅਸੀਂ ਧਾਰਨੀ ਹੋਈਏ, ਯੂਨੀਵਰਸਲ ਟਰੁੱਥ ਨੂੰ ਅਪਣਾਈਏ, ਗੁਰੂ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਗੁਰੂ ਦੀ ਸਿੱਖ ਨੂੰ ਆਪ ਅਪਣਾਈਏ ਔਰ ਲੋਕਾਂ ਤੱਕ ਪਹੁੰਚਾਉਣ ਦਾ ਕਾਰਨ ਬਣੀਏ। ਮੈਂ ਇੱਥੇ ਹਿਮੰਤ ਅੱਜ ਜੋ ਅਸਾਂ ਵਿਚਾਰ ਕੀਤੀ ਹੈ, ਇਸ ਵਿਚਾਰ ਦੇ ਵਿੱਚੋਂ ਜੇ ਆਪੇ ਕੋਈ ਸਵਾਲ ਸਕਦੇ ਹੋ
ਔਰ ਅੱਜ ਦੀ ਵਿਚਾਰ ਮੁਤਾਬਕ ਜੇ ਤੁਸੀਂ ਆਪਣੇ ਕੋਈ ਵਿਊਜ਼ ਦੇਣਾ ਚਾਹੋ ਤਾਂ ਉਹ ਵੀ ਦੇ ਸਕਦੇ ਹੋ। ਜੇ ਇਹਨਾਂ ਪੌੜੀਆਂ ਦੀ ਵਿਚਾਰ ਦੇ ਦਾਇਰੇ ਵਿੱਚ ਸਵਾਲ ਕਰੋਗੇ, ਵਿਚਾਰ ਦੇ ਦਾਇਰੇ ਵਿੱਚ ਜੇ ਆਪਣੇ ਵਿਊਜ਼ ਦਿਓਗੇ, ਤਾਂ ਮੈਂ ਗਾਰੰਟੀ ਨਾਲ ਕਹਿ ਸਕਦਾ ਜਪਜੀ ਸਾਹਿਬ ਜੀ ਦੀ ਵਿਚਾਰ ਸਮਾਪਤ ਹੋਣ ਤੱਕ ਸਾਰੇ ਸਵਾਲ ਵੀ ਮੁੱਕ ਜਾਣਗੇ। ਹਾਂ, ਇਹ ਗੱਲ ਵੱਖਰੀ ਹੈ ਕਿ ਅਸੀਂ ਉਹ ਜ਼ਿੰਦਗੀ ਨੂੰ ਅਪਣਾਵਾਂਗੇ ਜਾਂ ਨਹੀਂ ਅਪਣਾਵਾਂਗੇ, ਇਹ ਇੱਕ ਵੱਖਰਾ ਟੌਪਿਕ ਹੈ। ਗੁਰੂ ਦੀ ਰਹਿਮਤ ਕਰਨ ਕਿ ਅਸੀਂ ਸਾਰੇ ਇਸ ਜੀਵਨ ਨੂੰ ਅਪਣਾ ਸਕੀਏ ਔਰ ਇਸ ਮਹਾਨਤਾ ਨੂੰ ਅਸੀਂ ਹਾਸਲ ਕਰੀਏ, ਜੋ ਕਿ ਸਾਡੇ ਵਿੱਚ ਪੋਸੀਬਿਲਿਟੀ ਹੈ ਐਸੀ ਜ਼ਿੰਦਗੀ ਜੀਣ ਦੀ। ਸਾਡੇ ਵਿੱਚ ਸੰਭਾਵਨਾ ਹੈ ਗੁਰੂ ਨਾਨਕ ਦੇਵ ਦੀ ਸਿੱਖੀ ਨੂੰ ਸੰਸਾਰ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ, ਤਾਂ ਅਸੀਂ ਸਾਰੇ ਮਿਲ ਕੇ ਇਹ ਕੰਮ ਕਰਨ ਦਾ ਯਤਨ ਕਰੀਏ। ਹੁਣ ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਹੁਣ ਆਪਣਾ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਆਪ ਜੀ ਦਾ ਗਿਆਨੀ ਜੀ, ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਅੱਜ ਦੀ ਕਥਾ ਸੁਣੀ ਹੈ, ਤੇ ਜਿੱਦਾਂ ਗਿਆਨੀ ਜੀ ਨੇ ਕਿਹਾ ਹੈ ਕਿ ਅੱਜ ਦੇ ਕਥਾ ਦੇ ਵਿੱਚੋਂ ਜੇ ਆਪ ਜੀ ਨੇ ਕੋਈ ਵੀ ਸਵਾਲ ਕਰਨਾ ਹੋਵੇ ਤਾਂ ਤੁਸੀਂ ਹੁਣੇ ਆਪੇ ਅਨਮਿਊਟ ਹੋ ਜਾਓ। ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ ਜੀ ਕਿ ਤੁਸੀਂ ਵੇਟ ਨਾ ਕਰਿਆ ਕਰੋ ਬਹੁਤਾ ਚਿਰ ਕਿ ਕੋਈ ਹੋ ਜਾਊਗਾ ਤਾਂ ਫਿਰ ਉਹਦੇ ਬਾਅਦ 'ਚ ਮੈਂ ਹੋ ਜਾਊਂ ਜਾਂ ਕਿੱਦਾਂ ਨਾ, ਇੱਦਾਂ ਨਾ ਕਰੋ, ਕਿਉਂਕਿ ਇੱਕ ਦੂਏ ਦੀ ਉਡੀਕ ਕਰਦੇ ਕਰਦੇ ਫਿਰ ਕਈ ਵਾਰ ਨਿਕਲ ਜਾਂਦਾ। ਜਦੋਂ ਮੈਂ ਬੰਦ ਕਰਨਾ ਤਾਂ ਉਸ ਲਈ ਫਿਰ ਅਨਮਿਊਟ ਹੋਣ ਲੱਗ ਪੈਂਦੇ ਆ। ਤਾਂ ਪਲੀਜ਼ ਤੁਸੀਂ ਪਹਿਲਾਂ ਹੀ ਕੋਸ਼ਿਸ਼ ਕਰਿਆ ਕਰੋ ਅਨਮਿਊਟ ਹੋ ਕੇ, ਤੇ ਤੁਸੀਂ ਆਪਣੇ ਚੁੱਪ ਰਹੋ। ਮੈਨੂੰ ਆਪਣੀ ਸਕਰੀਨ ਤੇ ਜ਼ਰੂਰ ਦਿਸਣ ਲੱਗ ਪੈਂਦਾ ਕੌਣ ਅਨਮਿਊਟ ਹੋਇਆ, ਤੇ ਅਸੀਂ ਵਾਰੀ ਵਾਰੀ ਫਿਰ ਉਹਨਾਂ ਨੂੰ ਉਹਨਾਂ ਦੇ ਕੁਐਸਚਨ ਜੋ ਹੋਣਗੇ, ਵਿਚਾਰਧਾਰਾ ਜੋ ਹੋਊਗੀ ਉਹ ਅਸੀਂ ਲੈ ਲਵਾਂਗੇ ਤੇ ਅੱਗੇ ਵਧਾਂਗੇ ਜੀ। ਤੇ ਮੈਂ ਅੱਜ ਆਪਣੇ ਭਾਈ ਸਾਹਿਬ ਕਰਮਜੀਤ ਸਿੰਘ ਬਤਰਾ ਜਿਹੜੇ ਆਪਣੇ ਨਾਗਪੁਰ ਤੋਂ ਆਉਂਦੇ ਆ, ਤੇ ਉਹਨਾਂ ਦਾ ਵੀ ਧੰਨਵਾਦ ਕਰਦਾ। ਉਹ ਅੱਜ ਆਏ ਹੈ ਤੇ ਕਈ ਦਿਨ ਥੋੜੇ ਦਿਨ ਤੁਸੀਂ ਮਿਸ ਕਰਤੇ, ਮੈਨੂੰ ਸ਼ੋਰ ਤੁਸੀਂ ਆਪਣੇ ਕੰਮਕਾਰ 'ਚ ਬਿਜ਼ੀ ਹੋਵੋਗੇ। ਬਹੁਤ ਬਹੁਤ ਵੈਲਕਮ ਜੀ। ਤੇ ਮੈਂ ਹੋਰਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਹੋਰ ਨਵੇਂ ਸਰੋਤੇ ਸਾਡੇ ਜੁੜੇ ਅੱਜ ਵੀ, ਤੇ ਉਹਨਾਂ ਦਾ ਵੀ ਧੰਨਵਾਦ ਕਰਦਾ, ਨਾਲੇ ਵੈਲਕਮ ਕਰਦਾ ਜੀ। ਸੋ ਆਓ ਅਸੀਂ ਸਾਡੇ ਨਾਲ ਸਿਰਫ ਮੈਂ ਇੱਕ ਨਿੱਕੀ ਜਿਹੀ ਬੇਨਤੀ ਮੈਂ ਕਰਨੀ ਸੀ। ਕਰੋ ਜੀ ਕਰੋ। ਅੱਜ ਨਾ ਆਪਣੇ ਕੋਲ ਸਿਰਫ ਟਾਈਮ 10-15 ਮਿੰਟ ਹੈ ਸਵਾਲਾਂ ਵਾਸਤੇ, ਕਿਉਂਕਿ ਗੁਰਦੁਆਰੇ ਸਾਹਿਬ ਨਾਲ ਅੱਜ ਕੀਰਤਨ ਕਰਨਾ ਸਿੰਘਾਂ ਨੇ, ਤੇ ਫਿਰ ਮੈਨੂੰ ਇੱਥੋਂ ਉੱਠਣਾ ਪੈਣਾ। ਇਸ ਕਰਕੇ ਜਿਨ੍ਹਾਂ ਸਵਾਲ ਕਰਨੇ ਨੇ ਉਹ ਥੋੜੇ ਸ਼ਬਦਾਂ ਵਿੱਚ ਕਰਨ ਦੀ ਕਿਰਪਾ ਕਰਿਓ। ਧੰਨਵਾਦ। ਠੀਕ ਹੈ ਜੀ, ਠੀਕ ਹੈ ਜੀ, ਮਿਹਰਬਾਨੀ। ਤੁਸੀਂ ਆਪ ਜੀ ਨੇ ਸਾਰਿਆਂ ਨੇ ਸੁਣ ਹੀ ਲਿਆ ਜੀ, ਤੇ ਆਪਣੇ ਸ਼ਾਰਟ ਜਿਹੜੇ ਸਵਾਲ ਰੱਖਿਓ। ਤੇ ਇਸ ਵੇਲੇ ਸਾਡੇ ਨਾਲ ਸਿਰਫ ਅਰਵਿੰਦਰ ਸਿੰਘ ਜੀ ਨੈਂਦਰਾ, ਉਹ ਅਨਮਿਊਟ ਹੈਗੇ ਜੀ, ਤੇ ਹੋਰ ਕਿਸੇ ਨੇ ਹੋਣਾ ਹੋਵੇ ਤਾਂ ਹੁਣੇ ਹੋ ਜਾਓ ਜੀ। ਅਰਵਿੰਦਰ ਸਿੰਘ ਨੈਂਦਰਾ। ਹਾਂਜੀ ਗਿਆਨੀ ਜੀ, ਬਹੁਤ ਸੋਹਣਾ ਸੀਗਾ, ਐਕਸਪਲੇਨੇਸ਼ਨ ਕਾਫੀ ਕੰਪਰੀਹੈਂਸਿਵ ਸੀਗੀ। ਮੈਂ ਥੋੜਾ ਜਿਹਾ ਤੁਹਾਨੂੰ ਪੁੱਛਣਾ, ਜਿਹੜਾ ਤੁਸੀਂ ਮੈਂਸ਼ਨ ਕੀਤਾ ਸੀ ਕਿ ਸਰੂਪ ਸਿੰਘ ਮਰਵਾਹਾ ਜਿਨ੍ਹਾਂ ਨੇ ਬੁੱਕ ਲਿਖੀ ਹੈ, ਕਿ ਕਿੱਦਾਂ ਚੇਂਜਸ ਆਪਣੇ ਆਪ ਵਿੱਚ ਲਿਆਉਣੇ, ਕਿ ਟਾਈਮ ਲੱਗਦਾ, ਉਹ ਵੀ ਥੋੜਾ ਜਿਹਾ ਕਹੋਗੇ ਤੁਸੀਂ? ਹਾਂਜੀ, ਡਾਕਟਰ ਸਰੂਪ ਸਿੰਘ ਮਰਵਾਹਾ ਦੀ ਇੱਕ ਪੁਸਤਕ ਹੈ, ਉਹਦਾ ਨਾਮ ਹੈ ਚਿੰਤਾ ਰੋਗ ਕਾਰਨ ਤੇ ਉਪਾਅ। ਤੇ ਇਹ ਪੁਸਤਕ ਵੈਸੇ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ। ਮੈਂ ਆਪਣੇ ਵੱਲੋਂ ਬੇਨਤੀ ਕਰਾਂਗਾ, ਜੇ ਪੜ੍ਹਨੀ ਚਾਹੋ ਤਾਂ ਤੁਸੀਂ ਪੜ੍ਹ ਸਕਦੇ ਹੋ। ਜੇ ਕਿਸੇ ਨੂੰ PDF ਫਾਈਲ ਚਾਹੀਦੀ ਹੋਵੇ ਤਾਂ ਮੈਂ ਭੇਜ ਦੇਵਾਂਗਾ WhatsApp ਤੇ। ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ 20 ਦਿਨ ਦੇ ਵਿੱਚ ਅਸੀਂ ਨਾ ਆਪਣੀ ਕਿਸੇ ਵੀ ਆਦਤ ਨੂੰ ਸੁਧਾਰ ਸਕਦੇ ਹਾਂ, ਕਿਉਂਕਿ ਆਦਤਾਂ ਸਿੱਖੀਆਂ ਜਾਂਦੀਆਂ ਨੇ। ਤੇ ਉਹਦੇ ਵਾਸਤੇ 20 ਦਿਨ ਤੁਸੀਂ ਟਰਾਈ ਕਰੋ। ਮੰਨ ਲਓ ਕਿ ਤੁਹਾਡੀ ਕ੍ਰੋਧ ਹੈ ਜੀਵਨ 'ਚ, ਸਪੋਜ਼, ਤੇ ਕ੍ਰੋਧ ਨੂੰ ਤੁਸੀਂ ਸ਼ਾਂਤ ਕਰਨਾ ਚਾਹੁੰਦੇ ਹੋ, ਤੇ ਉਹਦੇ ਵਾਸਤੇ ਇਹ ਵਰਡਿੰਗ ਰਿਪੀਟ ਕਰੋ ਕਿ ਮੇਰਾ ਵਿਹਾਰ ਬੜਾ ਪਿਆਰ ਭਰਿਆ ਹੈ, ਮੈਂ ਸਭ ਦੇ ਨਾਲ ਪਿਆਰ ਔਰ ਨਿਮਰਤਾ ਦੇ ਨਾਲ ਵਿਹਾਰ ਕਰਨਾ। ਇਹ ਸ਼ਬਦਾਵਲੀ ਨੂੰ ਉਹ ਕਹਿੰਦੇ ਨੇ 20-22 ਵਾਰੀ ਰਿਪੀਟ ਕਰੋ, ਕਿਉਂਕਿ ਜਿਹੜੀ ਚੀਜ਼ ਨੂੰ ਅਸੀਂ 20-22 ਵਾਰੀ ਰਿਪੀਟ ਕਰਦੇ ਹਾਂ ਸਾਡੇ ਸਬਕੌਂਸ਼ੀਅਸ ਮਾਈਂਡ ਅੰਦਰ, ਉਹ ਕਹਿੰਦੇ 20-22 ਦਿਨ ਤੱਕ ਰਿਪੀਟ ਕਰੋ। ਪਹਿਲਾਂ ਤਾਂ ਇਹ ਸ਼ਬਦਾਵਲੀ ਰਿਪੀਟ ਕਰੋ, ਬੋਲੋ, ਮਨ ਵਿੱਚ ਫੀਲਿੰਗ ਲਓ, ਤੇ ਐਕਸ਼ਨ ਵੀ ਕਰੋ ਕਿ ਮੇਰਾ ਸੁਭਾਅ ਪਿਆਰ ਵਾਲਾ। ਇਹ ਨਹੀਂ ਕਿ ਘਸੁੰਨ ਕਸਮ ਮੇਰਾ ਸੁਭਾਅ ਪਿਆਰ ਵਾਲਾ ਹੈ, ਐਵੇਂ ਨਹੀਂ। ਐਕਸ਼ਨ, ਮੇਰਾ ਸੁਭਾਅ ਬੜਾ ਪਿਆਰ ਵਾਲਾ ਹੈ, ਮੇਰਾ ਸੁਭਾਅ ਬੜਾ ਨਿਮਰਤਾ ਵਾਲਾ ਹੈ, ਮੈਂ ਸਭ ਨਾਲ ਪਿਆਰ ਔਰ ਸਤਿਕਾਰ ਨਾਲ ਬੋਲਦਾ ਹਾਂ। ਇਹ ਸ਼ਬਦਾਵਲੀ, ਔਰ ਨਾਲ ਫਿਰ ਇਹਦੀ ਪ੍ਰੈਕਟਿਸ ਕਰੋ ਕਿ ਜਦੋਂ ਵੀ ਤੁਸੀਂ ਬੋਲੋ ਤੇ ਪਿਆਰ ਸਤਿਕਾਰ ਦੇ ਨਾਲ 20 ਦਿਨ ਪ੍ਰੈਕਟਿਸ ਕਰੋ ਤਾਂ ਤੁਹਾਡਾ ਕ੍ਰੋਧ ਦੇ ਉੱਤੇ ਕੰਟਰੋਲ ਹੋ ਜਾਏਗਾ। ਇਹ ਇੱਕ ਐਗਜ਼ਾਮਪਲ ਹੈ। ਮੰਨ ਲਓ ਤੁਹਾਡੀ ਚਿੰਤਾ ਕਰਨ ਦੀ ਇਹ ਆਦਤ, ਵੀ ਸਾਰਾ ਦਿਨ ਮੈਂ ਚਿੰਤਾ ਕਰਦਾ ਰਹਿਣਾ, ਪਤਾ ਨਹੀਂ ਕੀ ਹੋਵੇਗਾ, ਮੁੰਡਾ ਸਕੂਲ ਗਿਆ ਹੈ, ਕਿਤੇ ਉਹਦਾ ਐਕਸੀਡੈਂਟ ਨਾ ਹੋ ਜਾਏ, ਅੱਜ ਮੀਂਹ ਨਾ ਪੈ ਜਾਏ, ਹੁਣ ਮੈਂ ਬੱਸ ਦੇ ਵਿੱਚ ਬੈਠਾ ਵਾਂ, ਕਿਤੇ ਐਕਸੀਡੈਂਟ ਹੀ ਨਾ ਹੋ ਜਾਏ, ਐਵੇਂ ਅਸੀਂ ਸੋਚਦੇ ਰਹਿੰਦੇ ਹਾਂ। ਤਾਂ ਇਹ ਸਾਡੀ ਆਦਤ ਹੈ ਸੋਚਣ ਦੀ। ਹੁਣ ਇਸ ਵਰਡਿੰਗ ਨੂੰ ਬਦਲੋ ਆਪਣੀ ਨੂੰ, ਕਿ ਮੁੰਡਾ ਸਕੂਲ ਗਿਆ ਤੇ ਕਿਆ ਬਾਤ, ਮੁੰਡਾ ਸਕੂਲ ਗਿਆ, ਖੁਸ਼ੀ ਦੇ ਨਾਲ ਆਏਗਾ, ਇਕੱਠੇ ਬਹਿ ਕੇ ਲੰਗਰ ਪ੍ਰਸ਼ਾਦਾ ਛਕਾਂਗੇ, ਮੁੰਡਾ ਸਾਡਾ ਪੜ੍ਹੇਗਾ, ਕੱਲ ਨੂੰ ਮਤਲਬ ਆਫਿਸਰ ਬਣੇਗਾ।
ਇਹ ਸੋਚੋ ਬੱਸ ਦੇ ਵਿੱਚ ਜਾ ਰਹੇ ਆਹ ਕਿਆ ਬਾਤ, ਮਜ਼ਾ ਆ ਰਿਹਾ, ਕਿੰਨੀ ਠੰਡੀ ਠੰਡੀ ਹਵਾ ਆ ਰਹੀ ਹੈ ਬਾਹਰ, ਮਤਲਬ ਕਿਵੇਂ ਫਸਲਾਂ ਨੇ, ਕਿੰਨਾ ਚੰਗਾ ਡਰਾਈਵਰ ਹੈਗਾ, ਇਹ ਸੋਚੋ। ਯਾਨੀ ਨੈਗੇਟਿਵ ਦੀ ਜਗ੍ਹਾ ਤੇ ਪੋਜ਼ਿਟਿਵ 20 ਦਿਨ ਵਾਸਤੇ ਸੋਚੋ ਤੇ 20 ਦਿਨ ਬਾਅਦ ਤੁਸੀਂ ਐਵੇਂ। ਬਾਕੀ ਉਹਨੇ ਬਹੁਤ ਚੰਗੇ ਢੰਗ ਦੇ ਨਾਲ ਐਕਸਪਲੇਨ ਕੀਤਾ ਤੇ ਇਹ ਕਿਤਾਬ ਪੜ੍ਹਨ ਵਾਲੀ ਬਹੁਤ ਚੰਗੀ, ਔਰ ਇਹ ਹਕੀਕਤ ਹੈ ਕਿਉਂਕਿ ਮੈਂ ਖੁਦ ਵੀ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਵੇਖਿਆ। ਜਿਹੜੀ ਮੈਂ ਸ਼ਬਦਾਵਲੀ ਤੁਹਾਨੂੰ ਬੋਲ ਕੇ ਦੱਸਦਾ, ਮੈਂ ਖੁਦ ਵੀ ਇਹ ਸ਼ਬਦਾਵਲੀ ਨੂੰ 5, 10, 20 ਵਾਰੀ ਡੇਲੀ ਰਿਪੀਟ ਕਰਦਾ ਔਰ ਇਹ ਤੇ ਅਮਲ ਕਰਨ ਦੀ ਟਰਾਈ ਕਰਦਾ। ਔਰ ਹਕੀਕਤ ਹੈ ਇੱਕ ਹੋਰ ਕਿਤਾਬ ਹੈਗੀ ਹੈ ਪਾਵਰ ਆਫ ਯੂਰ ਸਬਕੌਂਸ਼ੀਅਸ ਮਾਈਂਡ, ਇਹ ਹਿੰਦੀ ਪੰਜਾਬੀ ਵਿੱਚ ਮਿਲ ਜਾਂਦੀ, ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਂ ਤੁਹਾਨੂੰ PDF ਫਾਈਲ ਸੈਂਡ ਕਰ ਦਾਂਗਾ। ਇਹ ਵੀ ਕਿਤਾਬ ਪੜ੍ਹਨ ਵਾਲੀ ਹੈ ਔਰ ਉਹਨੇ ਪ੍ਰੂਫ ਕੀਤਾ ਇਸ ਚੀਜ਼ ਨੂੰ ਕਿ ਜਿਹੜੀ ਚੀਜ਼ ਨੂੰ ਤੁਸੀਂ ਸ਼ਬਦਾਵਲੀ ਨੂੰ ਬੋਲਦੇ ਹੋ, ਜੋ ਵੀ ਪਾਣਾ ਚਾਹੋ ਉਹ ਤੁਸੀਂ ਪਾ ਸਕਦੇ ਹੋ, ਉਹਨੇ ਤਰੀਕੇ ਦੱਸੇ ਨੇ। ਤੇ ਜੇ ਤੁਸੀਂ ਉਹ ਕਿਤਾਬ ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਨੂੰ ਤੁਸੀਂ ਮੈਸੇਜ ਕਰ ਦਿਓ, ਮੈਂ ਤੁਹਾਨੂੰ ਸੈਂਡ ਕਰ ਦਾਂਗਾ। ਥੈਂਕ ਯੂ ਜੀ, ਬਹੁਤ ਵਧੀਆ, ਬਹੁਤ ਸਟਰੋਂਗ ਵਰਡਿੰਗ ਹੈ ਜੀ ਇਹਦੇ ਵਿੱਚ। ਇੱਕ ਵਾਰੀ ਫੇਰ ਤੁਸੀਂ ਉਹ ਪਹਿਲੀ ਕਿਤਾਬ ਦਾ ਨਾਮ ਦੱਸ ਦਿਓ ਜੀ। ਚਿੰਤਾ, ਰੋਗ, ਕਾਰਨ ਤੇ ਉਪਾਅ। ਹਾਂਜੀ, ਇਹ ਰਾਈਟਰ ਡਾਕਟਰ ਸਰੂਪ ਸਿੰਘ ਮਰਵਾਹਾ। ਚਿੰਤਾ, ਰੋਗ, ਕਾਰਨ ਤੇ ਉਪਾਅ, ਲੇਖਕ ਹੈਗੇ ਨੇ ਡਾਕਟਰ ਸਰੂਪ ਸਿੰਘ ਮਰਵਾਹਾ। ਦੂਜੀ ਕਿਤਾਬ ਹੈ ਪਾਵਰ ਆਫ ਯੂਰ ਸਬਕੌਂਸ਼ੀਅਸ ਮਾਈਂਡ, ਇਹਦੇ ਲੇਖਕ ਨੇ ਡਾਕਟਰ ਜੋਸਫ ਮਰਫੀ। ਇਹ ਹਿੰਦੀ ਔਰ ਪੰਜਾਬੀ ਵਿੱਚ ਮਿਲ ਜਾਂਦੀ। ਹਿੰਦੀ ਵਿੱਚ ਇਹਦਾ ਨਾਂ ਹੈ ਆਪਕੇ ਅਵਚੇਤਨ ਮਨ ਕੀ ਸ਼ਕਤੀ ਤੇ ਪੰਜਾਬੀ ਵਿੱਚ ਇਹਦਾ ਨਾਂ ਹੈ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਇਹ ਜੇ ਕਿਸੇ ਨੂੰ ਪੰਜਾਬੀ PDF ਫਾਈਲ ਚਾਹੀਦੀ ਹੋਵੇ ਤਾਂ ਮੈਨੂੰ WhatsApp ਤੇ ਮੈਸੇਜ ਕਰ ਦਿਓ, ਮੈਂ ਤੁਹਾਨੂੰ ਸੈਂਡ ਕਰ ਦਾਂਗਾ, ਮੇਰੇ ਕੋਲ ਹੈ। ਠੀਕ ਹੈ ਜੀ, ਧੰਨਵਾਦ। ਸਾਰਿਆਂ ਨੇ ਸੁਣ ਲਈ ਹੈ ਜੀ। ਜੇ ਕਿਸੇ ਨੂੰ ਕੋਈ ਇਹਦੀ ਕਾਪੀ ਚਾਹੀਦੀ ਹੋਵੇ ਤਾਂ PDF ਫਾਈਲ ਗਿਆਨੀ ਜੀ ਦੇ ਕੋਲ ਹੈਗੀ ਆ ਤੇ ਉਹ ਤੁਹਾਨੂੰ ਭੇਜ ਦੇਣਗੇ। ਸਾਡੇ ਨਾਲ ਰਿਸ਼ਪਾਲ ਕੌਰ ਜੀ। ਹਾਂਜੀ, ਮੈਨੂੰ ਨਾ ਇਹ ਬੁੱਕ ਗਿਆਨੀ ਜੀ ਉਹਨਾਂ ਨੇ ਕਿਹਾ ਮੈਨੂੰ ਮੰਗਵਾ ਦੇਣੇ ਬੁੱਕ ਇਹ ਪੰਜਾਬੀ ਵਿੱਚ ਪਲੀਜ਼। ਤਾਂ ਮੇਰੀ ਪੈਨ ਨਹੀਂ ਮੰਗਾ ਸਕਦਾ ਮੈਂ, ਕਿਉਂਕਿ ਮੈਂ UK ਵਿੱਚ ਬੈਠਾ ਵਾਂ, ਇੰਡੀਆ ਤੋਂ ਮਿਲੇਗੀ ਤੇ ਮੈਂ ਤੁਹਾਨੂੰ WhatsApp ਤੇ PDF ਫਾਈਲ ਭੇਜ ਸਕਦਾ ਵਾਂ, ਉਹ ਤੁਸੀਂ ਆਪਣੇ ਮੋਬਾਈਲ ਤੇ ਜਾਂ ਲੈਪਟਾਪ ਤੇ ਜਾਂ ਟੈਬ ਤੇ ਪੜ੍ਹ ਸਕਦੇ ਹੋ। ਆਲਰਾਈਟ, ਥੈਂਕ ਯੂ। ਜੇ ਤੁਸੀਂ ਕਿਤਾਬ ਮੰਗਾਣੀ ਹੈ ਨਾ ਤਾਂ ਤੁਸੀਂ ਇੱਥੋਂ Amazon ਤੋਂ ਟਰਾਈ ਕਰ ਲਿਓ, ਜਾਂ ਫਿਰ ਜਿਹੜੇ ਸਿੰਘ ਬ੍ਰਦਰ ਨੇ ਅੰਮ੍ਰਿਤਸਰ ਤੋਂ, ਉੱਥੇ ਤੁਸੀਂ ਉਹਨਾਂ ਨੂੰ ਫੋਨ ਕਰ ਦੋਗੇ ਤੇ ਉਹ ਭੇਜ ਦੇਣਗੇ, ਉਹਨਾਂ ਦੇ ਖਾਤੇ ਵਿੱਚ ਪੈਸੇ ਪਾ ਦਿਓ, ਜਾਂ ਉਹ ਮਤਲਬ ਤੁਹਾਨੂੰ VPP ਰਾਹੀਂ ਭੇਜ ਸਕਦੇ ਨੇ। ਜਦੋਂ ਕਿਤਾਬ ਲਓਗੇ ਤੇ ਉਦੋਂ ਤੁਸੀਂ ਪੈਸੇ ਦੇ ਸਕਦੇ ਹੋ। ਥੈਂਕ ਯੂ ਗਿਆਨੀ ਜੀ, ਧੰਨਵਾਦ। ਹਾਂਜੀ, ਤੁਸੀਂ ਮਤਲਬ ਉਹ ਨੋਟ ਕਰ ਲਿਓ ਭੈਣ ਜੀ, ਫਿਰ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਹਿ ਦਿਓ, ਉਹ ਤੁਹਾਡੇ ਛੇਤੀ ਮੰਗਾ ਦੇਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਕਿੱਥੋਂ ਚੀਜ਼ ਇਹ ਮੰਗਾਣੀ ਹੈ ਜੀ। ਹਾਂਜੀ ਹਾਂ, ਬੱਚਿਆਂ ਨੂੰ ਹਾਂ, ਤੇ ਤੁਸੀਂ ਉਹ ਮੰਗਾ ਲਿਓ। ਜੇ ਕਿਸੇ ਨੂੰ PDF ਫਾਈਲ ਚਾਹੀਦੀ ਹੈ ਉਹ ਗਿਆਨੀ ਜੀ ਦੇ ਕੋਲ ਹੈਗੀ, ਉਹ ਭੇਜ ਦੇਣਗੇ। ਠੀਕ ਹੈ ਜੀ, ਧੰਨਵਾਦ ਜੀ ਬਹੁਤ ਬਹੁਤ। ਹੋਰ ਸਾਡੇ ਨਾਲ ਤਾਂ ਇਸ ਵੇਲੇ ਹੈ। ਤੁਸੀਂ ਏਦਾਂ ਕਰੋ ਜੀ, ਤੁਸੀਂ ਆਪਣਾ ਜਿਹੜਾ ਅੱਜ ਬਿਜ਼ੀ ਸ਼ੈਡਿਊਲ ਤੁਹਾਡਾ ਹੈਗਾ ਉਹਦੇ ਵਿੱਚ ਤੁਸੀਂ ਆਪਣੇ ਹਿੱਸਾ ਪਾਓ। 5-7 ਮਿੰਟ ਹੈਗੇ ਨੇ, ਜੇ ਤੁਸੀਂ ਕੋਈ ਪੁੱਛਣਾ ਚਾਹੇ 5-7 ਮਿੰਟ ਹੈ ਨੇ ਸਾਡੇ ਕੋਲ। ਹਾਂਜੀ, ਹੁਣ ਕੋਈ ਅਨਮਿਊਟ ਨਹੀਂ ਜੀ ਹੋਇਆ, ਇਸ ਕਰਕੇ ਮੈਂ ਤਾਂ ਹੀ ਕਹਿ ਰਿਹਾ ਜੀ। ਤੇ ਅੱਜ ਵੈਸੇ ਤਾਂ ਹਮੇਸ਼ਾ ਦੀ ਤਰ੍ਹਾਂ 1 ਮਿੰਟ ਜੀ, ਹੁਣ ਸਾਡੇ ਕੋਲ 2-3 ਹੋ ਗਏ। ਮੈਂ ਕਿਹਾ ਤੁਸੀਂ ਪੁੱਛ ਲਓ ਵੀ। 1 ਮਿੰਟ ਜੀ, ਮੈਂ ਤਦੇ ਕਹਿੰਦਾ ਹੁੰਦਾ ਤੁਸੀਂ ਜਲਦੀ ਕਰ ਲਿਆ ਕਰੋ ਤਾਂ ਕਿ ਅਸੀਂ ਵਾਰੀ ਦੁਆ ਦਈਏ। ਹਾਂਜੀ, ਕਰੋ ਪਹਿਲਾਂ ਭੈਣ ਜੀ। ਮੈਂ ਕਿਹਾ ਪੁੱਛ ਲਓ ਜਿਹੜੇ ਛੱਜੂ ਦੇ ਚਵਾਰੇ ਵਾਲੀ, ਉਹ ਇਹਨਾਂ ਨੂੰ ਪੁੱਛ ਲਓ। ਚਲੋ ਉਹਨਾਂ ਨੂੰ ਅੱਜ ਬਿਜ਼ੀ ਰਹਿਣ ਦਿਓ ਜੀ। ਉਹ ਛੱਜੂ ਦੇ ਚਬਾਰੇ ਵਾਲੀ ਇਸ ਤਰ੍ਹਾਂ ਸੀ ਕਿ ਜਦੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਸਨ ਨਾ ਭਗਤ ਕਾਨਾ, ਪੀਲੂ ਤੇ ਛੱਜੂ ਵਗੈਰਾ, ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਸੀ ਕਿ ਸਾਡੀ ਬਾਣੀ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਸ਼ਾਮਲ ਕਰੋ। ਤੇ ਉਦੋਂ ਇਹ ਛੱਜੂ ਨੇ ਉੱਥੇ ਕਿਹਾ ਸੀ, ਜੋ ਸੁਖ ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ, ਕਿ ਮੇਰੇ ਚਬਾਰੇ ਦੇ ਵਿੱਚ ਮੈਨੂੰ ਬੜਾ ਸੁੱਖ ਹੈ। ਇਹੋ ਜਿਹੀ ਉਹਦੀ ਰਚਨਾ ਸੀ। ਤੇ ਗੁਰੂ ਜੀ ਨੇ ਕਿਹਾ ਸੀ ਵੀ ਇਹ ਤੇਰੇ ਵਾਸਤੇ ਠੀਕ ਹੋ ਸਕਦਾ ਵੀ ਤੈਨੂੰ ਉੱਥੇ ਸੁੱਖ ਮਿਲਦਾ ਹੋਵੇ, ਪਰ ਇਹ ਯੂਨੀਵਰਸਲ ਟਰੁੱਥ ਨਹੀਂ ਹੈ। ਯੂਨੀਵਰਸਲ ਟਰੁੱਥ ਇਹ ਹੈਗਾ ਵੀ ਸਭ ਥਾਵਾਂ ਤੇ ਹੀ ਰੱਬ ਫੈਲਿਆ ਹੋਇਆ ਔਰ ਸਭ ਥਾਵਾਂ ਤੇ ਹੀ ਸੁੱਖ ਹੈ। ਜੇ ਜਾਈਏ ਤਾਂ ਸੁਹੇਲੇ। ਫਿਰ ਉਹਦੀ ਇਸ ਰਚਨਾ ਨੂੰ ਜਿਹੜਾ ਨਾ ਨਹੀਂ ਸੀ ਕੀਤਾ ਐਡ, ਇਹ ਉਹ ਉੱਥੋਂ ਆਈ ਇਹ ਚੀਜ਼। ਉਹਦੀ ਅੱਗੇ ਰਚਨਾ ਸੀ ਪਰ ਇੰਨਾ ਆ ਜਾਂਦਾ ਉਹਦੇ ਵਿੱਚ ਨਾ, ਇਹਨੂੰ ਐਡ ਨਹੀਂ ਸੀ ਕੀਤਾ ਵੀ ਗੱਲ ਤੇਰੀ ਠੀਕ ਨਹੀਂ ਹੈ, ਵੀ ਤੇਰੇ ਵਾਸਤੇ ਠੀਕ ਹੋ ਸਕਦੀ ਵੀ ਤੈਨੂੰ ਚੁਬਾਰੇ 'ਚ ਸੁੱਖ ਮਿਲੇ, ਪਰ ਸਾਰਿਆਂ ਤੇ ਲਾਗੂ ਨਹੀਂ ਹੁੰਦੀ। ਵੀ ਚੁਬਾਰੇ ਵਿੱਚ ਬੈਠੇ ਰਹੋ ਤਾਂ ਸੁੱਖ ਥੋੜੀ ਮਿਲੇਗਾ, ਕਿਰਤ ਕਰਨੀ ਪੈਣੀ ਹੈ। ਦੂਜੇ ਨੰਬਰ ਤੇ ਜਿੱਥੇ ਵੀ ਜਾਓ ਉੱਥੇ ਹੀ ਸੁੱਖ ਹੈ। ਤੁਸੀਂ ਅਮਰੀਕਾ ਚਲੇ ਜਾਓ, ਇੰਡੀਆ ਚਲੇ ਜਾਓ, ਪਾਕਿਸਤਾਨ ਚਲੇ ਜਾਓ, ਚੁਬਾਰੇ ਚਲੇ ਜਾਓ, ਤੁਸੀਂ ਪਾਰਕ ਚਲੇ ਜਾਓ, ਜੰਗਲ ਚਲੇ ਜਾਓ, ਸੁੱਖ ਤਾਂ ਤੁਹਾਡੀ ਸੋਚ ਦਾ ਜਿੱਥੇ ਮਰਜ਼ੀ ਮਾਣੋ, ਹਰ ਥਾਂ ਹੀ ਕੁਛ ਹੈ। ਹਾਂ, ਇਹ ਸੀ। ਥੈਂਕ ਯੂ ਜੀ, ਤੁਹਾਡਾ ਐਕਸਪਲੇਨੇਸ਼ਨ ਦਾ ਵੀ ਬਹੁਤ ਬਹੁਤ ਥੈਂਕ ਯੂ ਜੀ। ਇਹ ਤੁਹਾਡੇ ਆਉਣ ਤੋਂ 5 ਮਿੰਟ ਪਹਿਲਾਂ ਇਹ ਗੱਲ ਚੱਲੀ ਸੀਗੀ ਜੀ, ਤੇ ਇਹ ਤਾਂ ਸਿਰਫ ਆਪਣੇ ਜਿੱਦਾਂ ਕਹਿੰਦੇ ਹੁੰਦੇ ਆਪਣੇ ਸਾਰੇ ਸਰੋਤੇ ਜਿਹੜੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ ਦਿਮਾਗ ਨਾਲ ਸੋਚ ਕੇ ਦੱਸੋ ਕਿ ਇਹਦਾ ਕੀ ਮਤਲਬ ਹੋ ਸਕਦਾ। ਤੁਹਾਡੇ ਆਉਣ ਤੋਂ ਪਹਿਲਾਂ ਐਂਟਰਟੇਨਮੈਂਟ ਦਾ ਇੱਕ ਸਾਧਨ ਸੀਗਾ ਜੀ। ਆਪਾਂ ਕੱਲ ਨੂੰ ਵੀ ਕੋਈ ਨਾ ਕੋਈ ਏਦਾਂ ਦਾ ਲੈ ਕੇ ਆਵਾਂਗੇ।
ਹਾਂਜੀ ਉਹ ਛੱਜੂ ਦੇ ਚਵਾਰੇ ਦਾ ਤੇ ਇਹ ਹੈ ਵੀ ਹੁਣ ਤੁਸੀਂ ਆਪਣੇ ਘਰ ਮਤਲਬ ਪਕੌੜੇ ਬਣਾਏ ਨੇ ਤੇ ਮਟਰ ਪਨੀਰ ਤੇ ਦੂਜਾ ਤੀਜਾ ਤੇ ਉਹ ਖਾ ਕੇ ਤੁਸੀਂ ਆਨੰਦ ਮਾਣ ਰਹੇ ਹੋ ਤੇ ਮੈਨੂੰ ਇੱਥੇ ਨਹੀਂ ਮਿਲ ਰਿਹਾ, ਉਹ ਤੁਸੀਂ ਕਹਿ ਸਕਦੇ ਹੋ। ਬਾਕੀ ਬਣਾ ਮੈਂ ਵੀ ਸਕਦਾ ਹਾਂ। ਇਹ ਹੁਣ ਆਪਣੇ ਆਪਣੇ ਪਤੀਲੇ ਦੇਖ ਲਓ ਜੀ, ਕਿਹਦੇ ਕਿਹਦੇ ਮਟਰ ਪਨੀਰ ਬਣਿਆ ਤੇ ਹਾਂਜੀ ਛੱਜੂ ਦੇ ਚਵਾਰੇ ਚ ਕੀ ਤੁਸੀਂ ਬਣਾ ਕੇ ਖਾਣਾ, ਉਹ ਦੇਖੋ ਤੁਹਾਡਾ ਆਪਣਾ ਆਪਣਾ ਚਵਾਰਾ ਛੱਜੂ ਦਾ ਹੀ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਸੇ ਹੀ ਸਪੈਸ਼ਲ ਨੋਟ ਤੇ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੀ। ਸਾਰਿਆਂ ਦਾ ਧੰਨਵਾਦ ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਦਾ, ਨਵੇਂ ਪੁਰਾਣੇ ਸਰੋਤੇ ਜਿੰਨੇ ਵੀ ਸਾਡੇ ਨਾਲ ਹੈਗੇ ਆ। ਤੇ ਆਪਾਂ ਕੱਲ ਨੂੰ ਇਸੇ ਤਰ੍ਹਾਂ ਕੱਲ ਨੂੰ 2 ਵਜੇ ਫਿਰ ਸ਼ਾਮਲ ਹੋਵਾਂਗੇ ਜੀ। ਤੇ ਸਾਰੇ ਜਣੇ ਆਇਓ ਤੇ ਨਾਲ ਆਪਣੇ ਮਿੱਤਰਾਂ ਯਾਰਾਂ ਦੋਸਤਾਂ ਨੂੰ ਵੀ ਦੱਸਿਓ ਤੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।